ਪ੍ਰਿੰਸੀਪਲ ਸਰਵਨ ਸਿੰਘ ਦੀ ਪੁਸਤਕ ਪੰਜਾਬ ਦੇ ਕੋਹਿਨੂਰ ਦਾ ਅਗਲਾ ਲੇਖ ਹੈ ਸਰੂ ਦਾ ਰੁੱਖ। ਜੇ ਸੰਤ ਸਿੰਘ ਸੇਖੋਂ ਪੰਜਾਬੀ ਸਾਹਿਤ ਦਾ ਬੋੜ ਸੀ ਤਾਂ ਜਸਵੰਤ ਸਿੰਘ ਕੰਵਲ ਸਰੂ ਦਾ ਰੁੱਖ ਹੈ। ਉੱਚਾ, ਨਿਆਰਾ ਤੇ ਹਵਾ ਨਾਲ ਹੁਲਾਰੇ ਲੈਣ ਵਾਲਾ। ਉਹਦਾ ਝੂਮਣਾ ਸੋਹਣਾ ਲੱਗਦਾ ਹੈ, ਜਿਸ ਵੱਲ ਪੰਖੇਰੂ ਪਰ ਮਾਰਦੇ ਉੱਡੇ ਆਉਂਦੇ ਹਨ। ਉਹ ਵਗਦੀਆਂ ਹਵਾਵਾਂ ਦੇ ਵੇਗ 'ਚ ਝੂਮਦਾ ਹੈ, ਕਦੇ ਖੱਬੇ ਲਹਿਰਾਉਂਦਾ ਹੈ, ਕਦੇ ਸੱਜੇ ਤੇ ਕਦੇ ਗੁਲਾਈ 'ਚ ਘੁੰਮਦਾ ਹੈ। ਉਹਦੇ ਘੁੰਮਦੇ ਹੁਲਾਰਿਆਂ 'ਚ ਮਿਕਨਾਤੀਸੀ ਖਿੱਚ ਹੈ। ਉਹਦੀਆਂ ਟਾਹਣੀਆਂ ਲਚਕਦਾਰ ਹਨ, ਤਣਾ ਮਜ਼ਬੂਤ ਹੈ ਤੇ ਜੜ੍ਹਾਂ ਡੂੰਘੀਆਂ, ਜਿਸ ਕਰਕੇ ਵਾਵਰੋਲੇ ਤੱਕ ਹੀ ਝੱਖੜ ਤੂਫਾਨ ਵੀ ਉਹਨੂੰ ਧਰਤੀ ਤੋਂ ਨਹੀਂ ਹਿਲਾ ਸਕੇ। ਉਹ ਵੇਗਮੱਤਾ ਲੇਖਕ ਹੈ ਤੇ ਲੋੜੇ ਦਾ ਉਪਭਾਵਕ। ਉਹਦੀਆਂ ਰੋਮਾਂਚਿਕ ਰੌਂ 'ਚ ਲਿਖੀਆਂ ਜਜ਼ਬਾਤੀ ਰਚਨਾਵਾਂ ਸਿੱਧੀਆਂ ਦਿਲਾਂ 'ਤੇ ਵਾਰ ਕਰਦੀਆਂ ਹਨ, ਮਿਹਣੇ ਮਾਰਦੀਆਂ ਤੇ ਆਰਾਂ ਲਾਉਂਦੀਆਂ ਹਨ। ਉਹ ਮੌਜੀ ਲੇਖਕ ਹੈ। ਉਹਦੀ ਕਾਵਮਈ ਤੇ ਭਾਵ ਭਿੱਜੀ ਸ਼ੈਲੀ ਮੋਰ ਵਾਂਗ ਪਹਿਲਾਂ ਪਾਉਂਦੀ ਹੈ, ਜਿਹਨੇ ਹਜ਼ਾਰਾਂ ਪਾਠਕ ਪੱਟੇ ਨੇ। ਡਾਕਟਰ ਜਸਵੰਤ ਸਿੰਘ ਗਿੱਲ ਉਹਦੇ ਨਾਵਲ ਰਾਤ ਬਾਕੀ ਹੈ ਦੀ ਪੱਟੀ ਢੁੱਡੀ ਕੇ ਆ ਬੈਠੀ ਸੀ, ਜਿਸ ਬਾਰੇ ਕੰਵਲ ਨੇ ਪੁੰਨਿਆਂ ਦਾ ਚਾਨਣ ਪੁਸਤਕ ਲਿਖੀ। ਪੁੰਨਿਆਂ ਦਾ ਚਾਨਣ ਸਵੈ ਜੀਵਨੀ ਘੱਟ ਹੈ। ਕੰਵਲ ਤੇ ਡਾਕਟਰ ਜਸਵੰਤ ਸਿੰਘ ਗਿੱਲ ਦੇ ਮੇਲ ਮਿਲਾਪ ਦਾ ਬਿਰਤਾਂਤ ਵੱਧ ਹੈ। ਕੰਵਲ ਦਾ ਕੱਦ ਸਰੂ ਵਾਂਗ ਲੰਮਾ ਹੈ ਤੇ ਉਮਰ ਦੇ 96 ਸਾਲ 'ਚ ਵੀ ਉਹ ਸਿਹਤਯਾਬ ਹੈ। ਨਜ਼ਰ, ਕੰਨ, ਗੋਡੇ, ਗਿੱਟੇ, ਲੱਤਾਂ, ਬਾਹਾਂ ਤੇ ਸੂਝ-ਬੂਝ ਸਭ ਹਰੀ ਕਾਇਮ ਨੇ। ਸਿਰਫ ਖੱਬੀ ਅੱਖ ਕੁਝ ਕਮਜ਼ੋਰ ਹੋਈ ਹੈ। ਸਾਹਮਣੇ ਝਾਕੇ ਤਾਂ ਪੌਣੀ ਕੁ ਖੁੱਲ੍ਹਦੀ ਹੈ। ਸੱਜੀ ਅੱਖ ਨੂੰ ਕੋਈ ਔਰ ਨਹੀਂ। ਅੱਖਾਂ ਹੀ ਦੱਸ ਦਿੰਦੀਆਂ ਨੇ ਕਿ ਉਹਦੇ ਦਿਲ 'ਚ ਕੀ ਹੈ। ਦਿਲ ਨੂੰ ਕੁਝ ਤਕਲੀਫ ਹੋਈ ਸੀ ਤੇ ਜੋ ਇਲਾਜ ਕਰਾਉਣ ਨਾਲ ਠੀਕ ਹੋ ਗਈ। ਕੱਦ ਅਜੇ ਵੀ 6 ਫੁੱਟ ਤੋਂ ਨਹੀਂ ਝਵਿਆ ਤੇ ਸਰੀਰਕ ਭਾਰ 65 ਕਿਲੋਗ੍ਰਾਮ ਹੈ। ਪੋਟਾ ਭਰ ਮਾਸ ਵੀ ਕਿਤੇ ਵਧਿਆ ਨਹੀਂ ਦਿਸਦਾ। ਉਹ ਖਾਣ ਪੀਣ ਵੱਲੋਂ ਪਰਹੇਜ਼ਗਾਰ ਹੈ, ਜਿਸ ਨਾਲ ਲੱਗਦਾ ਸੈਂਚੁਰੀ ਮਾਰ ਜਾਏਗਾ। ਕਿਤਾਬਾਂ ਲਿਖਣ 'ਚ ਤਾਂ ਰਿਕਾਰਡ ਹੈ ਹੀ, ਸੰਭਵ ਹੈ ਸਾਹਿਤਕ ਉਮਰ ਦਾ ਰਿਕਾਰਡ ਵੀ ਰੱਖ ਜਾਏ। ਇਸ ਸਮੇਂ ਉਹ ਪੰਜਾਬੀ ਦਾ ਸਭ ਤੋਂ ਸੀਨੀਅਰ ਸਾਹਿਤਕਾਰ ਹੈ। ਉਹਦੇ ਹਾਣੀ ਬਲਵੰਤ ਗਾਰਗੀ, ਅੰਮ੍ਰਿਤਾ ਪ੍ਰੀਤਮ, ਸੰਤੋਖ ਸਿੰਘ ਧੀਰ, ਪ੍ਰੋਫੈਸਰ ਪ੍ਰੀਤਮ ਸਿੰਘ ਹੋਰੀ ਸਭ ਚਲਾਣੇ ਕਰ ਗਏ ਹਨ। ਢੁੱਡੀਕੇ ਦਾ ਵੀ ਉਹ ਹੁਣ ਸਭ ਤੋਂ ਵਡੇਰੀ ਉਮਰ ਦਾ ਬਜ਼ੁਰਗ ਹੈ। ਬਾਈ ਕੰਵਲ ਨਾਲ ਮੇਰੀ ਪਹਿਲੀ ਮਿਲਣੀ ਨਾਵਲ ਪੂਰਨਮਾਸ਼ੀ ਪੜ੍ਹਨ ਨਾਲ ਹੋਈ ਸੀ। ਉਹਨੂੰ ਮਿਲਣ ਤੋਂ ਪਹਿਲਾਂ ਮੈਂ ਉਹਦੇ ਪਾਤਰਾਂ ਨੂੰ ਮਿਲਿਆ ਸਾਂ। ਰੂਪ ਨੂੰ ਮਿਲਿਆ, ਚੰਨੋ ਨੂੰ ਮਿਲਿਆ, ਸ਼ਾਮੋ ਨੂੰ, ਜਗੀਰ ਨੂੰ ਤੇ ਦਿਆਲੇ ਹੋਰਾਂ ਨੂੰ ਮਿਲਿਆ। ਉਹਦੇ ਨਾਵਲ ਵਿਚਲੇ ਨਵੇਂ ਪਿੰਡ ਉਰਫ ਢੁੱਡੀਕੇ ਨੂੰ ਮਿਲਿਆ, ਜਿੱਥੇ ਰੂਪ ਦਾ ਖੂਹ ਚੱਲਦਾ ਸੀ ਤੇ ਬਚਨੋਂ ਗੋਹੇ ਵਾਲਾ ਬੱਠਲ ਧੋਣ ਆਈ ਸੀ। ਇਹ ਮੂੰਹ ਨੇਰੇ ਉਹਨਾਂ ਦੇ ਮਿਲਣ ਦਾ ਬਹਾਨਾ ਸੀ। ਖੁਸ਼ਵੰਤ ਸਿੰਘ ਨੇ ਇਸ ਚੱਲਦੇ ਖੂਹ ਦੇ ਬਿਰਤਾਂਤ ਨੂੰ ਇਲਸਟ੍ਰੇਟਡ ਵੀਕਲੀ 'ਚ ਵਡਿਆਇਆ ਸੀ। ਜਿੱਥੇ ਉਹ ਖੂਹ ਹੁੰਦਾ ਸੀ, ਖੇਤ ਹੁੰਦੇ ਸਨ ਤੇ ਬਚਨੋਂ ਰੂਪ ਨੂੰ ਮਿਲੀ ਸੀ, ਉੱਥੇ ਹੁਣ ਕੰਵਲ ਦਾ ਘਰ ਹੈ। ਖੂਹ ਬੇਆਬਾਦ ਹੋ ਗਿਆ, ਪਰ ਪੂਰਨਮਾਸ਼ੀ 'ਚ ਆਬਾਦ ਹੈ। ਉਸ ਖੂਹ ਦੀ ਮੌਣ ਉੱਤੇ ਬਲਰਾਜ ਸਾਨੀ ਵੀ ਬੈਠਿਆ ਤੇ ਮੈਂ ਵੀ ਬੈਠਾ। ਆਉਂਦੇ ਜਾਂਦੇ ਬਥੇਰੇ ਬੈਠੇ। ਉਹਦੀ ਨਿਸ਼ਾਨੀ ਅਜੇ ਵੀ ਕਾਇਮ ਹੈ। ਕੰਵਲ ਦੀ ਧੀ ਕਮਲਜੀਤ ਦਾ ਕਤਲ ਕਰਨ ਵਾਲੇ ਖੂਹ ਵਾਲੇ ਪਾਸਿਓਂ ਹੀ ਕੰਧ ਟੱਪੇ ਸਨ। ਕਾਤਲ ਸੁੱਤੀ ਪਈ ਕੁੜੀ ਦਾ ਕਤਲ ਕਰਕੇ ਵੱਡੇ ਬਾਰ ਦੀ ਬਾਰੀ ਵਿੱਚ ਦੀ ਲੰਘੇ ਤਾਂ ਟੀਨ ਵਾਲਾ ਦਰਵਾਜ਼ਾ ਖੜਕਿਆ ਸੀ, ਜਿਸ ਨਾਲ ਘਰਦਿਆਂ ਨੂੰ ਜਾਗ ਆ ਗਈ। ਘਰ ਵਿੱਚ ਕੰਵਲ ਦੀ ਮਾਤਾ ਤੇ ਪਤਨੀ ਹੀ ਸੀ। ਪੁੱਤਰ ਸਰਬਜੀਤ ਬਾਹਰਲੀ ਕੋਠੀ 'ਚ ਸੀ। ਮੈਂ 100 ਗਜ਼ ਦੀ ਦੂਰੀ ਤੇ ਇੱਕ ਕੋਠੇ ਉੱਤੇ ਸੁੱਤਾ ਪਿਆ ਸਾਂ। ਇੰਨਾ ਕੁ ਫਾਸਲਾ ਹੀ ਹੈ ਕੰਵਲ ਤੇ ਬੀਬੀ ਸੋਧਾਂ ਦੇ ਘਰ ਦਾ, ਜਿੱਥੇ ਮੈਂ 20 ਸਾਲ ਰਿਹਾ। ਟੀਨ ਦਾ ਖੜਕਾ ਮੈਨੂੰ ਸੁੱਤੋਂ ਨੀਂਦੀ ਅਵਸਥਾ 'ਚ ਸੁਣਿਆ। ਭਾਣਾ ਵਰਤੇ ਦਾ ਪਿੱਛੋਂ ਪਤਾ ਲੱਗਾ। ਪਿੰਡ ਵਿੱਚ ਹਾਲ ਪਾਰਿਆ ਮਚ ਗਈ। ਕੰਵਲ ਉਦੋਂ ਵਿਦੇਸ਼ ਗਿਆ ਹੋਇਆ ਸੀ। ਉਹ ਤੁਰੰਤ ਮੁੜਿਆ ਤੇ ਕਈ ਦਿਨ ਉਹ ਤੋਂ ਹੰਝੂ ਨਾ ਠੱਲੇ ਗਏ। ਪੁਸਤਕ ਪੂਰਨਮਾਸ਼ੀ ਲੋਕ ਗੀਤਾਂ ਨਾਲ ਭਰੀ ਪਈ ਸੀ। ਨਾਵਲ ਦੇ ਹਰ ਕਾਂਡ ਦੇ ਅੱਗੇ ਤੇ ਪਿੱਛੇ ਇੱਕ ਟੱਪਾ ਸੀ। ਕੰਵਲ ਨੇ ਮੁੱਖ ਬੰਦ 'ਚ ਹਾਲੀਆਂ ਪਾਲੀਆਂ ਤੇ ਉਹਨਾਂ ਕੁੜੀਆਂ ਦਾ ਧੰਨਵਾਦ ਕੀਤਾ ਸੀ, ਜਿਨ੍ਹਾਂ ਨੇ ਉਹ ਲੋਕ ਗੀਤ ਉਸ ਤੱਕ ਪਹੁੰਚਾਏ ਸਨ। ਕੁਝ ਟੱਪੇ ਮੈਨੂੰ ਅੱਜ ਵੀ ਯਾਦ ਹਨ। ਹਲ ਛੱਡ ਕੇ ਚਰੀ ਨੂੰ ਜਾਣਾ, ਜੱਟ ਦੀ ਜੂਨ ਬੁਰੀ, ਪੌਣਾ ਲੈ ਕੇ ਕੁੜੀ ਸਾਗ ਨੂੰ ਚੱਲੀ, ਖੜੀ ਉਡੀਕੇ ਸਾਥਣ ਨੂੰ, ਕੱਚੀ ਕੈਲ ਮਰੋੜੇ ਦਾਤਣ ਨੂੰ, ਤੈਨੂੰ ਵੇਖਿਆ ਸਬਰ ਨਾ ਆਵੇ, ਯਾਰਾ ਤੇਰਾ ਘੁੱਟ ਭਰ ਲਾਂ, ਤੇਰੇ ਪਾਣੀ ਦੇ ਗਲਾਸ ਵਿੱਚ ਮਿੱਤਰਾ ਘੁਲ ਜਾਵਾਂ ਖੰਡ ਬਣ ਕੇ। ਮੈਂ ਪੂਰਨਮਾਸ਼ੀ ਕਾਹਦੀ ਪੜ੍ਹੀ, ਬਸ ਕੰਵਲ ਦਾ ਹੋ ਕੇ ਰਹਿ ਗਿਆ। ਲੱਗਾ ਜਿਵੇਂ ਉਹ ਮੇਰਾ ਚਾਚਾ ਤਾਇਆ ਹੀ ਹੋਵੇ। ਫਿਰ ਮੈਂ ਉਹਨੂੰ ਇੰਨਾ ਮਿਲਿਆ ਕਿ ਹੁਣ ਤੱਕ ਮਿਲਦਾ ਹੀ ਆ ਰਿਹਾ।
ਪਹਿਲੀ ਮੁਲਾਕਾਤ ਵੇਲੇ ਉਹ 40 ਕੁ ਸਾਲਾਂ ਦਾ ਸੀ ਤੇ ਹੁਣ ਸੈਂਚਰੀ ਮਾਰਨ ਦੇ ਲਾਗੇ ਹੈ। ਪੌਣੀ ਸਦੀ ਹੋ ਗਈ ਹੈ ਉਹਨੂੰ ਲਿਖਦਿਆਂ ਤੇ ਅਜੇ ਵੀ ਲਿਖੀ ਜਾ ਰਿਹਾ ਹੈ। ਉਹਦੀ ਰਚਨਾਤਮਿਕਤਾ ਦਾ ਕੋਈ ਹੱਦ ਬੰਦਾ ਨਹੀਂ। ਉਹ ਸਿਰਜਣਾ ਦਾ ਭਰ ਵਗਦਾ ਦਰਿਆ ਹੈ। ਉਹਨੂੰ 5 ਲੱਖ ਤੋਂ ਵੱਧ ਸੰਵਾਦ ਤੇ 50 ਲੱਖ ਤੋਂ ਵੱਧ ਲਫ਼ਜ਼ ਲਿਖ ਛੱਡੇ ਨੇ। ਉਹਦੀ ਲਿਖਣ ਦੀ ਮੈਰਾਥਨ ਅਜੇ ਵੀ ਜਾਰੀ ਹੈ। ਉਹਨੇ ਕਈ ਵਾਰ ਕਿਹਾ ਕਿ ਆਹ ਉਹਦੀ ਆਖਰੀ ਪੁਸਤਕ ਹੈ, ਪਰ ਉਹ ਆਖਰੀ ਨਹੀਂ ਹੁੰਦੀ। ਲੱਗਦਾ ਉਹ ਤਦ ਤੱਕ ਲਿਖਦਾ ਰਹੇਗਾ ਜਦ ਤੱਕ ਸੀੜੀ ਤੇ ਨਹੀਂ ਪੈਂਦਾ। ਮੈਂ ਉਹਨੂੰ ਉੱਠਦਾ ਬੈਠਦਾ, ਤੁਰਦਾ ਫਿਰਦਾ, ਪੜ੍ਹਦਾ ਲਿਖਦਾ, ਬੋਲਦਾ ਚੱਲਦਾ, ਹੱਸਦਾ ਖੇਡਦਾ, ਮਸਤੀ ਮਾਰਦਾ, ਇਸ਼ਕ ਕਰਦਾ ਤੇ ਹੰਝੂ ਵਹਾਉਂਦਾ ਵੇਖਦਾ ਰਿਹਾ। ਉਹਨੂੰ ਅਨੇਕਾਂ ਰੰਗਾਂ ਤੇ ਰੌਆਂ 'ਚ ਵੇਖਣ ਦੇ ਮੌਕੇ ਮਿਲੇ ਹਨ। ਕਦੇ ਖੇੜੇ 'ਚ ਖਿੜਦਾ, ਕਦੇ ਉਦਾਸੀ 'ਚ ਝੂਰਦਾ, ਕਦੇ ਕਾਨਫਰੰਸਾਂ 'ਤੇ ਜਾਂਦਾ, ਕਦੇ ਸਾਹਿਤ ਸਭਾਵਾਂ 'ਚ ਬੋਲਦਾ, ਕਦੇ ਕੋਟ ਪੈਂਟ ਪਾਏ ਹੁੰਦੇ, ਕਦੇ ਲੂੰਗੀ ਲਾਈ ਹੁੰਦੀ, ਕਦੇ ਮੰਡਾਸਾ ਮਾਰਿਆ ਹੁੰਦਾ, ਕਦੇ ਲੋਈ ਲਈ ਹੁੰਦੀ, ਕਦੇ ਨੰਗੇ ਸਿਰ, ਕਦੇ ਪਰਨਾ ਵਲੇਟਿਆ ਹੁੰਦਾ, ਕਦੇ ਕੰਬਲੀ ਦੀ ਬੁੱਕਲ, ਕਦੇ ਖੇਸ ਦੀ ਬੁੱਕਲ, ਕਦੇ ਧੂਣੀ ਰਮਾਉਂਦਾ, ਕਦੇ ਧੁੱਪ ਸੇਕਦਾ, ਕਦੇ ਵੱਟ ਬੰਨੇ, ਕਦੇ ਟਾਹਲੀ ਦੀ ਛਾਵੇਂ, ਕਦੇ ਪੱਬਾਂ ਭਾਰ ਬੈਠਾ ਤੇ ਕਦੇ ਝੂਲਾ ਝੂਲਦਾ, ਕਦੇ ਨਿਆਣਿਆਂ ਨਾਲ ਕੌਡਾਂ ਖੇਡਦਾ ਤੇ ਉਹਨਾਂ ਦੇ ਬੋਦਿਆਂ ਨੂੰ ਵਾਟਣ ਦਿੰਦਾ, ਕਦੇ ਅੰਦਰਲੇ ਘਰ, ਕਦੇ ਬਾਹਰਲੀ ਕੋਠੀ, ਕਦੇ ਤਾਸ਼ ਖੇਡਦਾ, ਕਦੇ ਸ਼ਤਰੰਜ, ਕਦੇ ਡਾਕਘਰ, ਕਦੇ ਢੁੱਡੀਕੇ ਦੀ ਫਿਰਨੀ ਤੇ, ਕਦੇ ਇਕੱਲਾ ਬੈਠਾ ਹੀ ਨਹੀਂ ਆਪਣੇ ਆਪ ਨਾਲ ਗੱਲਾਂ ਕਰਦਾ, ਕਦੇ ਵਰਾਂਡੇ 'ਚ ਕੁਰਸੀ ਮੇਜ਼ ਤੇ, ਕਦੇ ਇਕੱਲਾ ਬੈਠਾ ਹੀ ਆਪਣੇ ਆਪ ਨਾਲ ਗੱਲਾਂ ਕਰਦਾ, ਕਦੇ ਵਰਾਂਡੇ 'ਚ ਕੁਰਸੀ ਮੇਜ਼ ਤੇ ਲਿਖਦਾ ਪੜ੍ਹਦਾ ਤੇ ਕਦੇ ਆਏ ਗਿਆਨ ਨਾਲ ਬਚਨ ਵਿਲਾਸ ਕਰਦਾ। 1967 'ਚ ਉਹਨੇ ਹੀ ਮੈਨੂੰ ਦਿੱਲੀ ਤੇ ਖਾਲਸਾ ਕਾਲਜ ਦੀ ਪ੍ਰੋਫੈਸਰੀ ਤੋਂ ਪੱਟਿਆ ਸੀ, ਵਰਨਾ ਮੈਂ ਦਿੱਲੀ 'ਚ ਦਿਲ ਲਾਈ ਰੱਖਣਾ ਸੀ। ਉਦੋਂ ਦਿੱਲੀ ਤੋਂ ਪਿੰਡਾਂ ਵੱਲ ਕੋਈ ਘੱਟ ਹੀ ਪਰਤਦਾ ਸੀ। ਕਈ ਵਾਰ ਮੈਂ ਖੁਦ ਹੈਰਾਨ ਹੁੰਨਾ ਕਿ ਮੈਂ ਕਿਵੇਂ ਪਰਤ ਪਿਆ। ਅਸਲ 'ਚ ਕਵਲ ਦਾ ਮਿਹਣਾ ਦਿਲ 'ਚ ਵੱਜਾ ਸੀ ਕਿ ਪਿੰਡ ਦਿਆਂ ਪੜ੍ਹਿਆਂ ਨੇ ਜੇ ਸ਼ਹਿਰਾਂ ਦੀ ਅੰਗੂਰੀ ਚਰਨੀ ਹੈ ਤਾਂ ਤੁਹਾਨੂੰ ਪੜ੍ਹਾਉਣ ਦਾ ਕੀ ਫਾਇਦਾ। ਕਵਲ ਦੇ ਆਖੇ ਮੈਂ 30 ਸਾਲ ਦੇ ਕਰੀਬ ਢੁੱਡੀਕੇ ਦੇ ਲਾਲਾ ਲਾਜਪਤ ਰਾਏ ਕਾਲਜ ਵਿੱਚ ਪੜ੍ਹਾਇਆ ਤੇ 20 ਸਾਲ ਉਹਦਾ ਗੁਆਂਢੀ ਬਣਿਆ। ਸਰਕਾਰੀ ਕਾਲਜ ਬਣ ਜਾਣ ਤੇ ਵੀ ਬਦਲੀ ਦੇ ਚੱਕਰ 'ਚ ਨਹੀਂ ਪਿਆ। ਢੁੱਡੀਕੇ ਰਹਿਣ ਕਾਰਨ ਬਹੁਤੇ ਬੰਦੇ ਮੈਨੂੰ ਢੁੱਡੀਕੇ ਦਾ ਹੀ ਸਮਝਦੇ ਹਨ, ਜਦਕਿ ਮੇਰਾ ਪਿੰਡ ਉੱਥੋਂ 20 ਕਿਲੋਮੀਟਰ ਦੂਰ ਚੱਕਰ ਹੈ। ਚੱਕਰੀਆਂ ਦਾ ਉਲਾਂਭਾ ਹੈ ਕਿ ਮੈਨੂੰ ਢੁੱਡੀਕੇ ਦਾ ਕਿਉਂ ਕਿਹਾ ਜਾਂਦਾ ਹੈ। ਉਂਝ ਮੈਂ ਆਪਣੇ ਨਾਂ ਨਾਲ ਨਾ ਕਦੇ ਚੱਕਰ ਲਿਖਿਆ ਨਾ ਢੁੱਡੀਕੇ। ਕੋਈ ਪੁੱਛ ਲਵੇ ਤਾਂ ਕਹਿ ਛੱਡੀਦਾ ਮੈਂ ਚੱਕਰ ਦਾ ਵੀ ਹਾਂ ਤੇ ਢੁੱਡੀਕੇ ਦਾ ਵੀ। ਚੜ੍ਹਦੇ ਸਿਆਲ ਜਦੋਂ ਮੈਂ ਕੈਨੇਡਾ ਤੋਂ ਪੰਜਾਬ ਆਉਣਾ ਤਾਂ ਆਪਣੇ ਪਿੰਡ ਚੱਕਰ ਆਉਂਦੇ ਜਾਂਦੇ ਆ ਢੁੱਡੀਕੇ ਵੀ ਗੇੜਾ ਮਾਰਦਾ। ਪਿਛਲੀ ਵਾਰ ਢੁੱਡੀਕੇ ਗਿਆ ਤਾਂ ਕਵਲ ਦੀ ਕੋਠੀ ਨੂੰ ਤਾਜ਼ਾ ਰੰਗ ਕੀਤਾ ਹੋਇਆ ਸੀ। ਸਫੈਦ ਰੰਗ 'ਚ ਨੀਲੀਆਂ ਧਾਰੀਆਂ ਲਿਸ਼ਕ ਰਹੀਆਂ ਸਨ। ਬੂਹੇ ਬਾਰੀਆਂ ਦਾ ਰੰਗ ਨੀਲਾ ਸੀ ਤੇ ਕੰਧਾਂ ਦਾ ਸਫੈਦ। ਬਾਹਰਲੇ ਗੇਟ ਦੀਆਂ ਪੱਤੀਆਂ ਵੀ ਨੀਲੀਆਂ ਸਨ। ਮੈਂ ਬਿਨਾਂ ਆਵਾਜ਼ ਦਿੱਤਿਆਂ ਇਸ ਘਰ 'ਚ ਜਾਣ ਦਾ ਆਦੀ ਹਾਂ। ਬਾਹਰਲਾ ਗੇਟ ਲੰਘ ਕੇ ਤੇ ਵਰਾਂਡੇ ਨਾਲ ਕਮਰੇ ਦਾ ਦਰਵਾਜ਼ਾ ਖੋਲ੍ਹ ਕੇ ਅੰਦਰ ਗਿਆ ਤਾਂ ਕਵਲ ਹੱਥ 'ਚ ਆਪਣਾ ਨਵਾਂ ਨਾਵਲ ਲੱਦਾ ਪਰੀ ਨੇ ਚੰਨ ਉਜਾੜ ਵਿੱਚੋਂ ਪੜ੍ਹਦਾ ਮਿਲਿਆ। ਉਹਨੇ ਲੰਮੀਆਂ ਬਾਹਾਂ ਨਾਲ ਜੱਫੀ ਪਾਈ ਤੇ ਜੀ ਆਇਆਂ ਕਿਹਾ। ਕੁਝ ਹੈਰਾਨ ਵੀ ਹੋਇਆ ਕਿ ਚੁੱਪ ਕੀਤਾ ਕਿੱਧਰੋਂ ਆ ਨਿਕਲਿਆ। ਮੈਂ ਬਾਹਰੋਂ ਲਿਆਂਦੀ ਸ਼ੀ ਵਾਸ਼ ਰੀਗਲ ਆਪਣੇ ਮੁਰਸ਼ਦ ਨੂੰ ਭੇਟ ਕੀਤੀ ਤਾਂ ਬਾਈ ਕਵਲ ਨੇ ਧੰਨ ਭਾਗ ਕਹਿ ਕੇ ਪਹਿਲਾਂ ਸੀਨੇ ਲਾਈ ਤੇ ਫਿਰ ਮੱਥੇ ਨੂੰ ਛੁਆਈ, ਨਾਲ ਜ਼ਿੰਦਾਬਾਦ ਕਿਹਾ। ਇਹ ਉਹਦਾ ਮਖਸੂਸ ਅੰਦਾਜ਼ ਹੈ। ਲੈ ਵੀ ਭਾਨਿਆ ਉਹਦਾ ਖਾਸ ਬੋਲਾ ਹੈ। ਡਾਕਟਰ ਜਸਵੰਤ ਗਿੱਲ ਨੂੰ ਵੀ ਉਹ ਭਾਨਿਆ ਕਹਿੰਦਾ ਸੀ। ਤੈਨੂੰ ਪਤਾ ਸੀ ਕਿ ਇੱਕ ਬੋਤਲ ਨਾਲ ਉਹਦਾ ਮਹੀਨਾ ਨਿਕਲ ਜਾਂਦਾ। ਉਹ ਨਾਗਾ ਪਾ ਕੇ ਪੀਂਦਾ ਤੇ ਉਹ ਵੀ ਇੱਕ ਅੱਧਾ ਪੈਗ। ਉਹਨੂੰ ਸਾਲ 'ਚ 12 ਬੰਦੇ ਵੀ ਬਾਹਰੋਂ ਮਿਲਣ ਆ ਜਾਣ ਤਾਂ ਉਹਦਾ ਸਾਲ ਸੌਖਾ ਲੰਘ ਸਕਦਾ ਹੈ। ਅਸੀਂ 5 ਸਾਲ ਤਾਂ ਉਹਦੇ ਲੰਘਾਈ ਦੇਣੇ ਆ ਤਾਂ ਕਿ ਸੈਂਚਰੀ ਮਾਰ ਲਵੇ। ਜਦੋਂ ਸੈਂਚਰੀ ਵੱਜ ਗਈ ਉਦੋਂ ਅਗਲਾ ਪ੍ਰੋਗਰਾਮ ਦੱਸਾਂਗੇ। ਫਿਰ ਸ਼ਾਇਦ ਬੋਤਲ ਨਾਲ 2 ਮਹੀਨੇ ਲੰਘਣ ਲੱਗ ਪੈਣ। ਇਹ ਵੀ ਹੋ ਸਕਦਾ ਜਿਵੇਂ ਪਹਿਲਾਂ ਛੱਡੀ ਉਵੇਂ ਉੱਕਾ ਹੀ ਛੱਡ ਦੇਵੇ। ਪੋਹ ਮਾਘ ਦੀ ਠੰਡ 'ਚ ਉਹਨੂੰ ਵਰਾਂਡੀ ਮਾਫਕ ਹੈ, ਪਰ ਹਰਨਾਮ ਸਿੰਘ ਸ਼ਾਨ ਵਾਂਗ ਦੁੱਧ ਵਿੱਚ ਵਰਾਂਡੀ ਨਹੀਂ। ਉਹ ਬਹੁਤੇ ਓਹਲਿਆਂ 'ਚ ਵਿਸ਼ਵਾਸ ਨਹੀਂ ਰੱਖਦਾ। ਅਸੀਂ ਕਿਤੇ ਵੀ ਹੋਈਏ ਸਾਨੂੰ ਇੱਕ ਦੂਜੇ ਦੀ ਬਿੜਕ ਰਹਿੰਦੀ ਹੈ ਤੇ ਸੁੱਖ ਸਾਂਦ ਦਾ ਪਤਾ ਲੱਗਦਾ ਰਹਿੰਦਾ ਹੈ। ਆਉਂਦੇ ਜਾਂਦੇ ਮਿਲ ਲਈਦਾ। ਨਾਲੇ ਮੈਂ ਕਿਹੜਾ ਢੁੱਡੀਕੇ ਉਚੇਚਾ ਜਾਣਾ ਹੁੰਦਾ। ਕਵਲ ਜਾਂਦਿਆਂ ਨਾ ਮਿਲਿਆ ਤਾਂ ਆਉਂਦਿਆਂ ਸਹੀ। ਬਾਹਰਲੀ ਕੋਠੀ ਜਿਹੜੀ ਕਦੇ ਡਾਕਟਰ ਜਸਵੰਤ ਗਿੱਲ ਦੀ ਕੋਠੀ ਵੱਜਦੀ ਸੀ, ਹੁਣ ਕਵਲ ਦਾ ਬਾਹਰਲਾ ਘਰ ਹੈ। ਉਹ ਅੰਦਰਲੇ ਘਰ ਦੁਪਹਿਰ ਦੀ ਰੋਟੀ ਖਾਣ ਹੀ ਜਾਂਦਾ ਹੈ ਜਾਂ ਜ਼ਰੂਰੀ ਕੰਮ। ਰਾਤ ਦੀ ਰੋਟੀ ਉਹਦੇ ਬਾਹਰਲੇ ਘਰ ਹੀ ਆ ਜਾਂਦੀ ਹੈ। ਉਹਦਾ ਪੁੱਤਰ ਸਰਬਜੀਤ ਸਿੰਘ ਬਾਹਰਲੇ ਘਰ ਰੋਟੀ ਤੇ ਦੁੱਧ ਲੈ ਆਉਂਦਾ ਤੇ ਆਏ ਗਏ ਨੂੰ ਚਾਹ ਪਾਣੀ ਪਿਆ ਦਿੰਦਾ ਹੈ।
ਉਹੀ ਕਵਲ ਸਾਹਿਬ ਨੂੰ ਕਾਰ ਉੱਤੇ ਦੂਰ ਨੇੜੇ ਗੇੜਾ ਕਢਾ ਲਿਆਉਂਦਾ। ਪਹਿਲਾਂ ਉਹ ਖੇਤੀਬਾੜੀ ਕਰਦਾ ਸੀ, ਪਰ ਹੁਣ ਜ਼ਮੀਨ ਠੇਕੇ 'ਤੇ ਦੇ ਛੱਡੀ ਹੈ। ਕਵਲ ਨੂੰ ਆਪਣੇ ਬਾਪ ਦੀ ਜ਼ਮੀਨ 'ਚੋਂ ਹਿੱਸੇ ਬਹਿੰਦੀ 13 ਘੁਮਾ ਆਈ ਸੀ। ਬਾਕੀ ਉਹਨੇ ਸਸਤੇ ਸਮੇਂ ਕਿਤਾਬਾਂ ਦੀ ਰਾਇਲਟੀ ਨਾਲ ਖਰੀਦੀ, ਜਿਵੇਂ ਜਰਨੈਲ ਸਿੰਘ ਨੇ ਫੁੱਟਬਾਲ ਖੇਡ ਕੇ ਖਰੀਦੀ। ਹੁਣ ਕਵਲ ਦੇ ਪਰਿਵਾਰ ਪਾਸ 25 ਕੁ ਕਿੱਲੇ ਹਨ। ਜਸਵੰਤ ਸਿੰਘ ਦਾ ਜਨਮ ਢੁੱਡੀਕੇ ਦੀ ਕਪੂਰਾ ਪੱਤੀ ਵਿੱਚ ਸਰਦਾਰ ਮਾਲਾ ਸਿੰਘ ਗਿੱਲ ਦੇ ਘਰ ਮਾਤਾ ਹਰਨਾਮ ਕੌਰ ਦੀ ਕੁੱਖੋਂ 27 ਜੂਨ 1919 ਨੂੰ ਹੋਇਆ ਸੀ, ਜਲਿਆਂਵਾਲੇ ਬਾਗ ਦੇ ਸਾਕੇ ਤੋਂ 2.5 ਮਹੀਨੇ ਪਿੱਛੋਂ। ਇੰਦਰਾ ਗਾਂਧੀ ਉਹ ਤੋਂ 5 ਮਹੀਨੇ ਛੋਟੀ ਸੀ। ਉਹਦੇ ਪਿਤਾ ਜੈਤੋਂ ਦੇ ਮੋਰਚੇ ਵਿੱਚ ਗਏ ਤੇ ਨਾਭੇ ਦੀ ਕੈਦ ਕੱਟ ਕੇ ਮੁੜੇ। ਜਸਵੰਤ 5 ਸਾਲ ਦਾ ਸੀ ਜਦੋਂ ਬਾਪ ਮੂਰਖੇ ਤਾਪ ਨਾਲ ਪਰਲੋਕ ਸਿਧਾਰਿਆ। ਮਰਨ ਤੋਂ ਪਹਿਲਾਂ ਬਾਪ ਨੇ ਜਸਵੰਤ ਨੂੰ ਹਿੱਕ ਨਾਲ ਲਾ ਕੇ ਪਿਆਰ ਦਿੱਤਾ। ਵੱਡੇ ਭਾਈ ਕਰਤਾਰ ਸਿੰਘ ਨੇ ਛੋਟੇ ਭੈਣ ਭਾਈਆਂ ਨੂੰ ਸੰਭਾਲਿਆ। ਜਸਵੰਤ ਤੋਂ ਛੋਟਾ ਹਰਬੰਸ ਸੀ। ਜ਼ਮੀਨ ਭਾਵੇਂ 40 ਘੁਮਾ ਸੀ, ਪਰ ਗੁਜ਼ਾਰਾ ਮਸਾਂ ਤੁਰਦਾ ਸੀ। ਬਚਪਨ ਉਹਨਾਂ ਦਾ ਔਖ 'ਚ ਬੀਤਿਆ। ਬਾਲਕ ਜਸਵੰਤ ਨੇ ਡੰਗਰ ਚਾਰੇ, ਪੱਠੇ ਕੁਤਰੇ, ਖੇਤੀਬਾੜੀ ਦੇ ਕਰੜੇ ਕੰਮ ਕੀਤੇ। ਕਿਸਾਨੀ ਦਾ ਦਰਦ ਬਚਪਨ 'ਚ ਹੀ ਉਹਦੇ ਮਨ 'ਚ ਸਮਾ ਗਿਆ। 4 ਜਮਾਤਾਂ ਪਿੰਡੋਂ ਪੜ੍ਹ ਕੇ 8ਵੀਂ ਤੱਕ ਉਹ ਆਪਣੇ ਨਾਨਕੀ ਚੂੜ ਚੱਕ ਪੜ੍ਹਿਆ। 9ਵੀਂ ਭੁਪਿੰਦਰਾ ਸਕੂਲ ਮੋਗੇ ਤੋਂ ਕੀਤੀ, ਪਰ 10ਵੀਂ ਨੂੰ ਅਲਜਬਰਾ ਲੈ ਬੈਠਾ। ਖੇਤੀ ਤੇ ਗੁਜ਼ਾਰਾ ਔਖਾ ਸੀ, ਸੋ 17ਵੇਂ ਸਾਲ ਦੀ ਲਵੀ ਉਮਰ 'ਚ ਮਲਾਇਆ ਨੂੰ ਨਿਕਲ ਗਿਆ। ਉੱਥੇ ਜਾਗੇ ਦੀ ਨੌਕਰੀ ਕੀਤੀ। ਉਹ ਆਪ ਲਿਖਦਾ, ਦੋਨਾਲੀ ਬੰਦੂਕ ਚੁੱਕ ਰਾਤ ਨੂੰ ਪਹਿਰਾ ਦਿੰਦਾ ਰਿਹਾ। ਤਨਖਾਹ ਕੁੱਲ 15 ਡਾਲੇ ਤੇ ਡਾਲਾ ਉਦੋਂ 1 ਰੁਪਏ 9 ਆਨੇ 'ਚ ਚੱਲਦਾ ਸੀ। ਨੰਗ ਦਾ ਨੰਗ ਘਰ ਮੁੜ ਆਇਆ। ਵਾਰਿਸ ਦੀ ਹੀਰ ਪੜ੍ਹਨ ਦੇ ਸ਼ੌਕ ਨੇ ਕਵਿਤਾ ਲਿਖਣ ਲਾ ਦਿੱਤਾ। ਪੈਰ ਤਾਂ ਕਈ ਪੁੱਠੇ ਚੁੱਕੇ, ਪਰ ਸਾਹਿਤ ਲਿਖਣ ਦਾ ਕੰਮ ਮਨ ਨੂੰ ਰਾਸ ਆ ਗਿਆ। ਪੁੱਠੇ ਪੈਰਾਂ ਦੇ ਰਾਹ 'ਚ ਇੱਕ ਮਲਾਇਣ ਤੇ ਇੱਕ ਚੀਨਣ ਆਈ, ਪਰ ਉਹਨਾਂ ਦੇ ਕਾਬੂ ਨਾ ਆਇਆ। ਚੀਨਣ ਨੇ ਖਿੱਚ ਕੇ ਨੱਕ ਤਿੱਖਾ ਕਰ ਦਿੱਤਾ, ਜੋ ਅਜੇ ਵੀ ਤਿੱਖਾ ਹੈ, ਤੇ ਮੱਖੀ ਨਹੀਂ ਬਹਿਣ ਦਿੰਦਾ। ਲਿਖਦਾ, ਰਾਜਨੀਤੀ ਵਿੱਚ ਪੈਂਦਾ ਤਾਂ ਵਰਕਰਾਂ ਤੋਂ ਕੁੱਟ ਖਾਂਦਾ ਜਾਂ ਇੱਕ ਅੱਧੇ ਦੀ ਲੱਤ ਬਾਂਹ ਤੋੜਦਾ। ਮੈਂ ਲੇਖਕ ਬਣ ਕੇ ਕੀ ਮਾੜਾ ਕੀਤਾ। ਬੁੱਢਿਆਂ ਤੋਂ ਪੰਚਾਇਤ ਖੋਹੀ, ਹੈਲਥ ਸੈਂਟਰ ਬਣਾਇਆ। ਸਿਆਸੀ ਆਗੂਆਂ ਦੀਆਂ ਬਲੰਡਰਸ ਵੇਖ ਅਹਿਸਾਸ ਹੁੰਦਾ ਹੈ, ਚੰਗਾ ਰਿਹਾ ਮੈਂ ਰਾਜਨੀਤਿਕ ਰਾਹ ਨਾਲੋਂ ਸਾਹਿਤਕਾਰੀ ਨਾਲ ਪੱਕੀ ਯਾਰੀ ਪਾ ਲਈ। ਘੱਟੋ ਘੱਟ ਹੁਣ ਮੈਂ ਸੱਚ ਝੂਠ ਬਾਰੇ ਰੌਲਾ ਪਾਉਣ ਜੋਗਾ ਤਾਂ ਰਹਿ ਗਿਆ। ਇਹ ਸਹੀ ਹੈ ਕਿ ਉਹਦੀ ਅਜੋਕੀ ਲਿਖਤ ਰੌਲੇ ਨਾਲ ਭਰੀ ਪਈ ਹੈ। ਨਵੀਆਂ ਕਿਤਾਬਾਂ 'ਚ ਉਹ ਨਾ ਕਿਸੇ ਰਾਜਨੀਤਿਕ ਨੇਤਾ ਨੂੰ ਬਖਸ਼ ਰਿਹਾ, ਨਾ ਕਿਸੇ ਰਾਜਨੀਤਿਕ ਪਾਰਟੀ ਨੂੰ। ਅੱਜ ਕੱਲ੍ਹ ਕਮਲ ਸਵੇਰੇ ਚਾਹ ਦਾ ਕੱਪ ਪੀ ਕੇ ਤੇ 10 ਬਦਾਮ ਖਾ ਕੇ ਲਿਖਣ ਪੜ੍ਹਨ ਵਿੱਚ ਜੁਟ ਜਾਂਦਾ। ਲਿਖਣ ਲਈ ਉਹਦਾ ਉਹੀ ਪੁਰਾਣਾ ਮੇਜ਼ ਹੈ, ਉਹੀ ਪੱਤੀਆਂ ਲੱਗੀ ਕੁਰਸੀ, ਜਿਨ੍ਹਾਂ ਦਾ ਵੇਰਵਾ ਮੈਂ ਅੱਗੇ ਜਾ ਕੇ ਦੇਵਾਂਗਾ। 11 ਕੁ ਵਜੇ ਉਹ ਲੱਸੀ ਦਾ ਗਲਾਸ ਪੀਂਦਾ ਹੈ। 12-1 ਵਜੇ ਦਾਲ ਸਬਜ਼ੀ ਤੇ ਦਹੀਂ ਦੀ ਕੌਲੀ ਨਾਲ ਇੱਕ ਰੋਟੀ ਖਾਂਦਾ ਹੈ। ਇੱਕ ਰੋਟੀ ਰਾਤ ਦੀ। ਰੋਟੀ ਪਿੱਛੋਂ ਗੁੜ ਦੀ ਡਲੀ ਜਾਂ ਅੱਧੀ ਰੋਟੀ ਸ਼ੱਕਰ ਘਿਓ ਨਾਲ, ਆਏ ਗਏ ਨਾਲ ਕੁਝ ਕੱਪ ਚਾਹ ਦੇ। ਬਸ ਇੰਨੀ ਕੁ ਖੁਰਾਕ ਹੈ ਉਹਦੀ ਦਿਹਾੜੀ ਦੀ। ਦਵਾਈ ਉਹ ਖਾਸ ਨਹੀਂ ਲਾਉਂਦਾ, ਸਿਰਫ ਅੱਖਾਂ 'ਚ ਹੀ ਪਵਾਉਂਦਾ ਹੈ। ਜਿੱਦਣ ਮੈਂ ਕਮਲ ਨੂੰ ਮਿਲਿਆ, ਸਰਬਜੀਤ ਨੇ ਮੇਰੇ ਬੈਠਿਆਂ ਪਾਈ ਦਵਾਈ ਪਵਾ ਕੇ ਉਹ ਲਿਖਣ ਲੱਗ ਪਿਆ। ਉਂਝ ਤਾਂ ਉਹਦੀ ਲਿਖਣ ਪ੍ਰਕਿਰਿਆ ਮੈਂ ਪਹਿਲਾਂ ਵੀ ਵੇਖੀ ਹੋਈ ਹੈ, ਪਰ ਉਦਣ ਚੰਗੀ ਤਰ੍ਹਾਂ ਵੇਖੀ। ਮੈਂ ਕਿਸੇ ਸੱਜਣ ਦੀ ਕਿਤਾਬ ਦੇ ਮੁੱਖ ਬੰਦ ਵਜੋਂ ਕਵਲ ਸਾਹਿਬ ਦੇ ਤੋਂ 1-2 ਸਫ਼ੇ ਲਿਖਵਾਉਣੇ ਸਨ। ਮੈਥੋਂ ਕਿਤਾਬ ਵਿਚਲੀਆਂ ਮੋਟੀਆਂ ਗੱਲਾਂ ਪੁੱਛ ਕੇ ਉਹ ਇੱਕ ਰੱਦੀ ਲਿਫਾਫੇ ਉੱਤੇ ਨੋਟ ਕਰੀ ਗਿਆ। ਕਹਿੰਦਾ, ਸਵੇਰੇ ਆ ਜਾਈਂ ਤੇ ਮੁੱਖ ਬੰਦ ਲੈ ਲਈ। ਸਵੇਰੇ ਗਿਆ ਤਾਂ ਸਿਰ ਉੱਤੇ ਲੋਈ ਲਈ, ਲਿਖੀ ਜਾਵੇ। ਮੈਂ ਵਿਘਨ ਪਾਉਣ ਦੀ ਥਾਂ ਆਲਾ ਦੁਆਲਾ ਵੇਖਣ ਲੱਗਾ। ਬਾਹਰਲਾ ਗੇਟ 4 ਕੁ ਫੁੱਟ ਉੱਚਾ ਹੈ ਤੇ ਲੋਹੇ ਦੀਆਂ ਪੱਤੀਆਂ ਦਾ ਬਣਿਆ ਹੋਇਆ। ਸੱਜੇ ਖੱਬੇ ਦਰਖਤ ਤੇ ਬੂਟੇ ਹਨ, ਜਿਨ੍ਹਾਂ 'ਚ 2 ਸਰੂ ਵੀ ਹਨ। ਅਸ਼ੋਕ ਰੁੱਖ, ਤੂਤ, ਬਕੈਣਾ, ਨਿੰਮਾਂ ਤੇ ਟਾਹਲੀਆਂ ਹਨ, ਤੇ ਕੋਠੀ ਅੰਦਰ ਵੱਡੇ ਪੱਤਿਆਂ ਵਾਲਾ ਸਾਗਵਾਨ ਦਾ ਦਰਖਤ ਹੈ। ਉਹਦਾ ਪੌਦਾ ਮੱਧ ਪ੍ਰਦੇਸ਼ ਤੋਂ ਲਿਆਂਦਾ ਗਿਆ ਸੀ। ਅੰਦਰਲੇ ਗੇਟ ਕੋਲ ਅੰਗੂਰਾਂ ਦੀ ਵੇਲ ਹੈ। ਫੁੱਲਾਂ ਦੇ ਬੂਟੇ ਹਨ, ਕੁਝ ਫੁੱਲ ਖਿੜੇ ਹੋਏ ਵੀ ਸਨ, ਲਾਲ, ਚਿੱਟੇ ਤੇ ਨੀਲੇ, ਕਮਲ ਦੀ ਵਿਚਾਰਧਾਰਾ ਵਰਗੇ। ਉਹਦੀ ਵਿਚਾਰਧਾਰਾ ਵਾਂਗ ਹੀ ਉਹਦੇ ਵਿਹੜੇ ਦੇ ਰੰਗ ਬਿਰੰਗੇ ਫੁੱਲ ਰੰਗ ਵਟਾਉਂਦੇ ਰਹਿੰਦੇ ਹਨ। ਅੱਗੇ ਵਰਾਂਡੇ 'ਚ ਝੂਲਾ ਲਟਕਦਾ ਹੁੰਦਾ ਸੀ, ਜੋ ਹੁਣ ਨਹੀਂ। ਮੋਰ ਵੀ ਨਹੀਂ ਸਨ। ਖੱਬੇ ਹੱਥ ਬਰਸੀਮ ਫੁੱਟ ਰਿਹਾ ਸੀ ਤੇ ਸੱਜੇ ਹੱਥ ਬਿਜਾਈ ਲਈ ਜ਼ਮੀਨ ਵਾਹੀ ਪਈ ਸੀ। ਜਦੋਂ ਮੈਂ ਮੱਝ ਰੱਖੀ ਸੀ ਤਾਂ ਇਸੇ ਖੇਤ 'ਚੋਂ ਪੱਠੇ ਵੱਢ ਲੈਂਦੇ ਸਾਂ। ਕੋਠੀ ਅੱਗੇ ਇੱਟਾਂ ਦਾ ਫਰਸ਼ ਤੇ ਸੱਜੇ ਹੱਥ ਭੋਰਾ ਸੀ। ਭੋਰੇ ਅੱਗੇ ਪੁਰਾਣਾ ਮੂਹੜਾ ਤੇ ਟੁੱਟੀ ਹੋਈ ਮੰਜੀ ਪਈ ਸੀ। ਸਪਸ਼ਟ ਸੀ ਕਿ ਹੁਣ ਕਦੇ ਭੋਰੇ ਦੀ ਵਰਤੋਂ ਨਹੀਂ ਹੋਈ। ਖੱਬੇ ਹੱਥ ਟਿਊਬਵੈੱਲ ਕੋਲ ਬਾਲਣ ਦੇ ਮੁੱਢ ਪਏ ਸਨ, ਜੋ ਸੰਭਵ ਹੈ ਅੰਤਲੇ ਵੇਲੇ ਕਮਲ ਦੇ ਕੰਮ ਆਉਣ।
ਰੁੱਖਾਂ ਦੀ ਛੰਗ ਛੰਗਾਈ ਦਾ ਬਾਲਣ ਵੀ ਬਹੁਤ ਪਿਆ। ਇੱਕ ਪਾਸੇ ਰਵਿਦਾਸੀਆਂ ਦੇ ਘਰ ਸਨ ਤੇ ਦੋਹਾਂ ਪਾਸੇ ਜੱਟਾਂ ਦੇ। ਘਰ ਦੇ ਨਾਲ ਹੀ ਸੱਥ ਸੀ ਜਿੱਥੇ ਬੈਂਚ ਡੱਠੇ ਸਨ। ਇੱਕ ਤਖਤਪੋਸ਼ ਸੀ ਜਿੱਥੇ ਉਹ ਕਦੇ ਕਦੇ ਤਾਸ਼ ਖੇਡਦੇ ਤੇ ਅਮਲੀਆਂ ਦੀਆਂ ਗੱਲਾਂ ਸੁਣਦੇ। ਉੱਥੋਂ ਉਹਨੂੰ ਲਿਖਣ ਦਾ ਮਸਾਲਾ ਮਿਲ ਜਾਂਦਾ। ਮੈਂ ਆਲਾ ਦੁਆਲਾ ਨਿਹਾਰ ਰਿਹਾ ਸਾਂ ਜਦੋਂ ਤਦੇ ਬਾਹਰੋਂ ਹੋਕਾ ਸੁਣਿਆ, ਗੰਢੇ 50 ਰੁਪਏ, ਆਲੂ 20 ਰੁਪਏ ਤੇ ਗੋਭੀ 25 ਰੁਪਏ ਕਿੱਲੋ। ਪਿੰਡ ਦੇ ਉੱਚੇ ਡੇਰੇ ਤੋਂ ਲਾਊਡ ਸਪੀਕਰ ਦੀ ਉੱਚੀ ਆਵਾਜ਼ 'ਚ ਪਾਠ ਹੋ ਰਿਹਾ ਸੀ। ਚੁੱਲ੍ਹਿਆਂ 'ਚੋਂ ਧੂੰਆਂ ਉੱਠ ਰਿਹਾ ਸੀ। ਆਕਾਸ਼ ਵਿੱਚ ਪੰਛੀ ਉਡਾਰੀਆਂ ਮਾਰ ਰਹੇ ਸਨ। ਗਲੀਆਂ 'ਚ ਲੰਡਰ ਕੁੱਤੇ ਭੌਂਕ ਰਹੇ ਸਨ। ਫਿਰਨੀ ਉੱਤੇ ਮੋਟਰਸਾਈਕਲ, ਟੈਂਪੂ, ਕਾਰਾਂ ਤੇ ਟਰੈਕਟਰ ਹਾਰਨ ਵਜਾਉਂਦੇ ਲੰਘ ਰਹੇ ਸਨ। 3 ਤੋਤੇ ਤਾਰ ਉੱਤੇ ਬੈਠੇ ਪੂਛਾਂ ਹਿਲਾ ਰਹੇ ਸਨ। ਉਹਨਾਂ ਦੀਆਂ ਲਾਲ ਗਾਨੀਆਂ ਤੇ ਕਾਲੀਆਂ ਅੱਖਾਂ ਲਿਸ਼ਕ ਰਹੀਆਂ ਸਨ। ਸਿਆਲ ਦੀ ਮੱਠੀ ਠਾਰੀ ਧੁੱਪ ਨਾਲ ਨਿੱਘੀ ਹੋ ਰਹੀ ਸੀ। ਆੜ ਵਿੱਚ ਪਾਣੀ ਵਗ ਰਿਹਾ ਸੀ ਤੇ ਸਿੰਜੀ ਜਾ ਰਹੀ ਗਿੱਲੀ ਮਿੱਟੀ ਮਹਿਕ ਰਹੀ ਸੀ। ਮੈਂ ਬਾਹਰਲੇ ਗੇਟ ਦੀਆਂ ਵਿਰਲਾਂ ਵਿੱਚੋਂ ਵੇਖਿਆ ਕੋਈ ਕਾਲਜੀਏਟ ਮੁੰਡਾ ਕਿਸੇ ਕੁੜੀ ਨੂੰ ਮੋਟਰਸਾਈਕਲ ਪਿੱਛੇ ਬਿਠਾਈ ਜਾਂਦਾ ਸੀ। ਕੁੜੀ ਨੇ ਮੁੰਡੇ ਦੇ ਲੱਕ ਦੁਆਲੇ ਬਾਂਹ ਵਲੀ ਹੋਈ ਸੀ। ਇਹ ਉਹੀ ਜਗ੍ਹਾ ਸੀ ਜਿੱਥੇ ਪੂਰਨਮਾਸ਼ੀ ਦੀ ਬਚਨੋਂ ਮੂੰਹ ਹਨੇਰਵੀਂ ਰੂਪ ਨੂੰ ਮਿਲਣੋਂ ਰਹਿੰਦੀ ਸੀ। ਸਮਾਂ ਬੜਾ ਬਦਲ ਗਿਆ ਸੀ। 1967 'ਚ ਢੁੱਡੀਕੇ ਦੀਆਂ ਬਹੂਆਂ ਮੈਥੋਂ ਵੀ ਘੁੰਡ ਕੱਢਦੀਆਂ ਸਨ। ਇਹ ਵੱਖਰੀ ਗੱਲ ਸੀ ਕਿ ਦੋਧਰ ਦੀ ਸੜਕ ਉੱਤੇ ਜਾ ਰਹੀਆਂ ਘਾਹ ਕੁੱਤਣ ਵਾਲੀਆਂ 4 ਜਣੀਆਂ ਨੇ ਮੇਰੇ ਟੱਲੀ ਵਜਾਉਣ ਦੇ ਬਾਵਜੂਦ ਵੀ ਮੈਨੂੰ ਰਾਹ ਨਹੀਂ ਸੀ ਦਿੱਤਾ। ਮੈਂ ਸਾਈਕਲ ਕੱਚੇ ਲਾ ਕੇ ਲੰਘਣ ਲੱਗਾ ਤਾਂ ਇੱਕ ਮੱਛਰੀ ਮੁਟਿਆਰ ਨੇ ਮਸ਼ਕਰੀ ਕੀਤੀ, ਯਾਰ ਟੱਲੀ ਤਾਂ ਤੇਰੀ ਬੋਲਦੀ ਨਹੀਂ। ਮੇਰੀ ਟੱਲੀ ਤਾਂ ਸੱਚਮੁੱਚ ਹੀ ਬੰਦ ਹੋ ਗਈ ਸੀ, ਪਰ ਉਹਨਾਂ ਦਾ ਹਾਸਾ ਟੱਲੀ ਵਾਂਗ ਟਣਕਦਾ ਰਿਹਾ ਸੀ। ਬਾਹਰਲੇ ਰੌਲੇ ਰੱਪੇ ਤੋਂ ਨਿਰਲੇਪ ਕਮਲ ਅੰਦਰ ਬੈਠਾ ਲਿਖੀ ਜਾ ਰਿਹਾ ਸੀ। ਮੈਂ ਪੋਲੇ ਪਿਆਰੀ ਸਾਰੇ ਕਮਰਿਆਂ 'ਚ ਘੁੰਮਿਆ। ਕਿਤੇ ਬਾਬਾ ਫਰੀਦ ਦੀ ਫੋਟੋ, ਕਿਤੇ ਮੋਨਾਲੀਜ਼ਾ ਦੀ, ਕਿਤੇ ਕਮਲ ਤੇ ਡਾਕਟਰ ਜਸਵੰਤ ਗਿੱਲ ਦੀ, ਕਿਤੇ ਕਲਾ ਦੇ ਨਮੂਨੇ, ਕਿਤੇ ਕਿਤਾਬਾਂ ਦੀਆਂ ਅਲਮਾਰੀਆਂ, ਕਿਤੇ ਹਿਰਨ ਤੇ ਹਿਰਨੀ ਦਾ ਬੁੱਤ, ਕਿਤੇ ਇਨਾਮਾਂ ਸਨਮਾਨਾਂ ਦੀਆਂ ਨਿਸ਼ਾਨੀਆਂ, ਕਿਤੇ ਕਮਲ ਦੀ ਟਾਈ, ਕਿਤੇ ਬੈਲਟ, ਕਿਤੇ ਜੁੱਤੀ, ਕਿਤੇ ਉਗੜ ਦੁਗੜ ਕਿਤਾਬਾਂ ਤੇ ਕਾਗਜ਼। ਬੈਠਕ 'ਚ ਸਾਦਾ ਸੋਫਾ, ਸਾਦੀਆਂ ਕੁਰਸੀਆਂ, ਢਾਲਵਾਂ ਦੀਵਾਨ। ਇਸ ਕਮਰੇ 'ਚ ਬੜੀਆਂ ਵੱਡੀਆਂ ਹਸਤੀਆਂ ਆਉਂਦੀਆਂ ਤੇ ਬਹਿੰਦੀਆਂ ਰਹੀਆਂ। ਵਿੱਚੇ ਲੇਖਕ, ਵਿੱਚੇ ਕਲਾਕਾਰ, ਵਿੱਚੇ ਸਿਆਸਤਦਾਨ, ਵਿੱਚੇ ਸਾਧ ਸੰਤ ਜਿਵੇਂ ਕਾਮਰੇਡ ਤੇ ਵਿੱਚੇ ਖਾੜਕੂ, ਮੰਤਰੀ ਤੇ ਮੁੱਖ ਮੰਤਰੀ, ਵਿੱਚੇ ਅਮਲੀ ਜਾਂ ਵੱਜਦੇ ਤੇ ਵਿੱਚੇ ਕਾਲਜ ਦੇ ਪ੍ਰੋਫੈਸਰ। ਤਾਸ਼ ਖੇਡਣ ਵਾਲੇ ਵੀ ਆ ਜਾਂਦੇ ਤੇ ਸ਼ਤਰੰਜ ਦੇ ਖਿਡਾਰੀ ਵੀ। ਪੱਬਾਂ ਭਾਰ ਬਹਿ ਕੇ ਸ਼ਤਰੰਜ ਖੇਡਣ ਦਾ ਉਹਨੂੰ ਖਾਸ ਸ਼ੌਕ ਹੈ। ਕਵਲ ਨੂੰ ਮਿਲਣ ਗਿਲਣ ਵਾਲਿਆਂ ਦਾ ਅੰਤ ਨਹੀਂ ਰਿਹਾ। ਸਾਹਮਣੇ ਗੁਰੂ ਤੇਗ ਬਹਾਦਰ ਜੀ ਦੀ ਤਸਵੀਰ ਸੀ ਜਿਸ ਹੇਠ ਲਿਖਿਆ ਸੀ, ਗੁਰ ਕਿਰਪਾ ਜੇ ਨਰਕੋ ਕੀਨੀ ਤੇ ਇਹ ਜੁਗਤ ਪਛਾਣੀ, ਨਾਨਕ ਲੀਨ ਭਇਓ ਗੋਬਿੰਦ ਸਿਉ ਜਿਉ ਪਾਣੀ ਸੰਗ ਪਾਣੀ। ਕਮਲ ਨੇ ਮੁੱਖ ਬੰਦ ਲਿਖ ਲਿਆ ਸੀ। ਮੈਂ ਕੋਲ ਗਿਆ ਤਾਂ ਪੜ੍ਹ ਕੇ ਸੁਣਾਉਣ ਲੱਗ ਪਿਆ। ਮੈਂ ਕਾਗਜ਼ ਉਤਲੀਆਂ ਸਤਰਾਂ ਗਿਣੀਆਂ ਜੋ 38 ਸਨ ਤੇ ਇੱਕ ਸਤਰ ਵਿੱਚ 18-19 ਲਫ਼ਜ਼ ਸਨ। ਕਾਗਜ਼ ਦਾ ਕੋਈ ਹਿੱਸਾ ਖਾਲੀ ਨਹੀਂ ਸੀ ਰਹਿਣ ਦਿੱਤਾ ਉਹਨੇ। ਲਿਖਾਈ ਮੋਤੀਆਂ ਵਾਂਗ ਚਿਣੀ ਪਈ ਸੀ। ਉਹਨੇ ਲਿਖਤ ਨੂੰ ਇੱਕ ਵਾਰ ਸੋਧਣਾ ਸੀ, ਪਰ ਮੈਨੂੰ ਖੁੱਲ੍ਹ ਦੇ ਦਿੱਤੀ ਕਿ ਟਾਈਪ ਕਰਨ ਲੱਗਾ ਆਪੇ ਸੋਧ ਲਈ। ਮੁੱਖ ਬੰਦ ਮੈਨੂੰ ਸੌਂਪ ਕੇ ਉਹ ਕਿਸੇ ਕਾਲਜ ਦੀ ਮੈਡਮ ਵੱਲੋਂ ਪੁੱਛੇ ਸਵਾਲਾਂ ਦਾ ਉੱਤਰ ਲਿਖਣ ਲੱਗ ਪਿਆ। ਇਹ ਸਵਾਲ ਉਹਦੇ 1947 'ਚ ਨਿਭਾਏ ਰੋਲ ਬਾਰੇ ਸਨ। ਇੰਜ ਲਿਖੀ ਪੜ੍ਹੀ ਜਾਣਾ ਅਜੇ ਵੀ ਉਹਦਾ ਨਿਤਨੇਮ ਹੈ। ਇਹੀ ਨਿਤਨੇਮ ਉਹਨੂੰ ਕਾਇਮ ਰੱਖੀ ਆ ਰਿਹਾ। ਜਸਵੰਤ ਸਿੰਘ ਕੰਵਲ ਅਲਬੇਲਾ ਅਨੋਖਾ, ਦਿਲਚਸਪ ਤੇ ਦਿਲਦਾਰ ਲੇਖਕ ਹੈ। ਉਹ ਨਾਵਲਕਾਰ ਵੀ ਹੈ, ਕਹਾਣੀਕਾਰ ਵੀ ਹੈ, ਕਵੀ ਵੀ ਹੈ, ਨਿਬੰਧਕਾਰ ਵੀ। ਉਹਨੇ ਰੇਖਾ ਚਿੱਤਰ ਵੀ ਲਿਖੇ ਹਨ। ਉਹ ਬੇਹੱਦ ਜਜ਼ਬਾਤੀ, ਰੋਮਾਂਚਿਕ ਤੇ ਆਦਰਸ਼ਵਾਦੀ ਹੈ। ਉਹਦੀ ਸ਼ੈਲੀ ਲੋੜੇ ਮਾਰਵੀਂ ਹੈ ਤੇ ਉਹ ਪੰਜਾਬੀਅਤ ਦਾ ਸ਼ੈਦਾਈ ਹੈ। ਮਾੜਾ ਮੋਟਾ ਪੰਗੇ ਹੱਥਾਂ ਵੀ ਹੈ। ਅਕਸਰ ਅੜਦਾ ਹੈ ਤੇ ਅੜ ਕੇ ਮੰਨਦਾ ਹੈ। ਉਹਦੀ ਅੜੀ ਸੱਚਮੁੱਚ ਵੀ ਜੱਟਾਂ ਵਾਲੀ ਹੈ। ਲੰਘ ਜਾਣ ਤਾਂ ਗੱਡੇ ਲੰਘ ਜਾਣ ਤੇ ਅੜ ਜਾਏ ਤਾਂ ਕੀੜੀ ਨਹੀਂ ਲੰਘਣ ਦਿੰਦਾ। ਬੁਨਿਆਦੀ ਤੌਰ ਤੇ ਉਹ ਸੁਹਿਰਦ ਸਾਹਿਤਕਾਰ ਹੈ। ਪੰਜਾਬੀ 'ਚ ਉਹਦੇ ਪਾਠਕ ਸਭ ਤੋਂ ਵੱਧ ਹਨ। ਉਹ ਸਭ ਤੋਂ ਵੱਧ ਰਾਇਲਟੀ ਲੈਂਦਾ ਤੇ ਕਈ ਵਾਰ ਲੈਂਦਾ ਵੀ ਅਗਾਊਂ ਹੈ। ਰਾਇਲਟੀ ਇੰਨੀ ਹੈ ਕਿ ਆਮਦਨ ਟੈਕਸ ਅਦਾ ਕਰਨਾ ਪੈਂਦਾ ਹੈ। ਪਬਲਿਸ਼ਰਾਂ ਨਾਲ ਉਹਦੀ ਅੜਫਸ ਹੁੰਦੀ ਰਹਿੰਦੀ ਹੈ। ਇਹੀ ਕਾਰਨ ਹੈ ਕਿ ਪਬਲਿਸ਼ਰ ਬਦਲਦੇ ਆ ਰਹੇ ਹਨ। ਚਿੱਠੀਆਂ ਦੇ ਦੌਰ 'ਚ ਉਹਨੂੰ ਪਾਠਕਾਂ ਦੀਆਂ ਸੈਂਕੜੇ ਚਿੱਠੀਆਂ ਆਉਂਦੀਆਂ ਰਹੀਆਂ ਤੇ ਉਹਨਾਂ ਦਾ ਜਵਾਬ ਦਿੰਦਾ ਰਿਹਾ। ਬਹੁਤੀਆਂ ਦਾ ਜਵਾਬ ਪੋਸਟ ਕਾਰਡਾਂ ਉੱਤੇ ਹੁੰਦਾ। ਉਹ ਪਾਠਕਾਂ ਨੂੰ ਲਿਖੀਆਂ ਚਿੱਠੀਆਂ ਹੀ ਇਕੱਠੀਆਂ ਕਰਨੀਆਂ ਹੋਣ ਤਾਂ ਉਹਨਾਂ ਦਾ ਵੱਡਾ ਸੰਗ੍ਰਹਿ ਬਣ ਸਕਦਾ। ਚਿੱਠੀਆਂ 'ਚ ਉਹਨੇ ਖੱਟਿਆ ਵੀ ਬਹੁਤ। ਡਾਕਟਰ ਜਸਵੰਤ ਗਿੱਲ ਉਹਨੂੰ ਚਿੱਠੀਆਂ ਰਾਹੀਂ ਮਿਲੀ। ਦੋਹਾਂ ਦਾ ਇੱਕੋ ਨਾਂ, ਇੱਕੋ ਗੋਤ।
ਆਤਮ ਹਮਰਾਹੀ ਦੇ ਕਹਿਣ ਮੁਤਾਬਕ ਗਿੱਲੋ ਗਿੱਲ ਰਲ ਗਈ। ਕਮਲ ਦੀ ਲਿਖਾਈ ਖੁਸ਼ਖਤ ਹੈ, ਸਿਆਰੀਆਂ ਬਿਆਰੀਆਂ ਲੰਮੀਆਂ ਪਾਉਂਦਾ ਹੈ, ਜਿਵੇਂ ਅੱਖਰਾਂ ਦੇ ਸਿਰਾਂ ਉੱਤੇ ਜ਼ੁਲਫਾਂ ਸਜਾਈਆਂ ਹੋਣ। ਲਿਖਦਾ ਸੰਘਣਾ, ਪਰ ਅੱਖਰ ਤੇ ਅੱਖਰ ਜਾਂ ਸਤਰ ਤੇ ਸਤਰ ਨਹੀਂ ਚਾੜਦਾ। ਅੱਖਰ ਇਕਸਾਰ ਚਿਣੇ ਹੁੰਦੇ ਨੇ। ਨਾਵਲਕਾਰ ਗੁਰਦਿਆਲ ਸਿੰਘ ਦੀ ਹੱਥ ਲਿਖਤ ਇੰਨੀ ਸੋਹਣੀ ਨਹੀਂ। ਕੀ ਪਤਾ ਇਸੇ ਕਾਰਨ ਕਿਸੇ ਕੁੜੀ ਨੇ ਉਹਦੇ ਨਾਲ ਰੋਮਾਂਸ ਨਹੀਂ ਕੀਤਾ। ਜੇ ਕੀਤਾ ਵੀ ਹੁੰਦਾ ਤਾਂ ਉਹਨੇ ਚੁੱਪ ਕੀਤੇ ਨੇ ਕਿਹੜਾ ਦੱਸਣਾ ਸੀ। ਗਾਰਗੀ ਦੀ ਗੱਲ ਹੋਰ ਸੀ। ਉਹ ਤਾਂ ਕੋਲੋਂ ਹੀ ਰੋਮਾਂਚਿਕ ਗੱਲਾਂ ਜੋੜ ਕੇ ਆਪਣੀਆਂ ਲਿਖਤਾਂ 'ਚ ਰੋਮਾਂਟਿਕ ਰੰਗ ਭਰ ਦਿੰਦਾ ਸੀ। ਕਮਲ ਦਾ ਲਿਖਿਆ ਇੱਕ ਸਫ਼ਾ ਕਿਤਾਬ ਦਾ 1.5 ਸਫ਼ਾ ਬਣ ਜਾਂਦਾ ਤੇ ਲਿਖਤ 'ਚੋਂ ਬਹੁਤੀ ਕੱਟ ਵੱਢ ਨਹੀਂ ਕਰਦਾ। ਲਿਖਦਾ ਕਲਿੱਪ ਨਾਲ ਟੰਗੇ ਤਖਤੀ ਉਤਲੇ ਕਾਗਜ਼ਾਂ ਉੱਤੇ ਹੈ। ਕਾਗਜ਼ਾਂ ਦਾ ਉਹ ਪੂਰਾ ਸਰਫਾ ਕਰਦਾ ਹੈ। ਕਈ ਵਾਰ ਤਾਂ ਉਹਨਾਂ ਕਾਗਜ਼ਾਂ ਨੂੰ ਵੀ ਵਰਤ ਲੈਂਦਾ ਜਿਨ੍ਹਾਂ ਦਾ ਇੱਕ ਪਾਸਾ ਛਪਿਆ ਤੇ ਦੂਜਾ ਪਾਸਾ ਖਾਲੀ ਹੁੰਦਾ ਹੈ। ਉਂਝ ਵੀ ਉਹ ਸੰਜਮੀ ਤੇ ਸਰਫੇ ਹੱਥ ਹੈ। ਮੈਂ ਉਹਨੂੰ ਕਦੇ ਖੁੱਲ੍ਹਾ ਖਰਚਾ ਕਰਦੇ ਨਹੀਂ ਵੇਖਿਆ, ਪਰ ਵਿੱਦਿਅਕ ਸੰਸਥਾਵਾਂ ਨੂੰ ਬਣਦਾ ਸਰਦਾ ਦਾਨ ਦੇਣ 'ਚੋਂ ਕਦੇ ਨਹੀਂ ਖੁੰਝਿਆ। ਦਿੰਦਾ ਭਾਵੇਂ ਸੀਮਤ ਸੀ, ਪਿੰਡ ਦੀ ਹਰ ਸਾਂਝੀ ਜਗ੍ਹਾ 'ਚ ਉਹਦਾ ਯੋਗਦਾਨ ਹੈ। ਢੁੱਡੀਕੇ ਕਾਲਜ ਦੇ ਤਕੜੇ ਖਿਡਾਰੀਆਂ ਦੀ ਉਹਨੇ ਹਮੇਸ਼ਾ ਹੌਸਲਾ ਅਫਜ਼ਾਈ ਕੀਤੀ ਤੇ ਢੁੱਡੀਕੇ ਦੇ ਖੇਡ ਮੇਲੇ ਵਿੱਚ ਖਿਡਾਰੀਆਂ ਦੇ ਸਿਰਾਂ ਤੋਂ ਇਨਾਮ ਵਾਰੇ। ਲਾਜਪਤ ਰਾਏ ਖੇਡ ਮੇਲੇ ਦਾ ਉਹ ਜਨਮਦਾਤਾ ਹੈ। ਕਮਲ ਖੁਦ ਭਾਵੇਂ ਉਚੇਰੀ ਪੜ੍ਹਾਈ ਨਹੀਂ ਸੀ ਕਰ ਸਕਿਆ, ਪਰ ਉਹਨੇ ਆਪਣੀਆਂ 4 ਧੀਆਂ ਨੂੰ ਲੁਧਿਆਣੇ ਤੇ ਚੰਡੀਗੜ੍ਹ ਦੇ ਹੋਸਟਲਾਂ 'ਚ ਰੱਖ ਕੇ ਮਾਸਟਰ ਆਫ ਸਾਇੰਸ ਦੀਆਂ ਡਿਗਰੀਆਂ ਤੱਕ ਪੜ੍ਹਾਇਆ। ਢੁੱਡੀਕੇ ਦੇ ਇਲਾਕੇ ਦਾ ਉਹ ਪਹਿਲਾ ਕਿਸਾਨ ਹੈ ਜਿਹਨੇ ਆਪਣੀਆਂ ਲੜਕੀਆਂ ਨੂੰ ਇੰਨੀ ਉੱਚ ਪੱਧਰੀ ਸਿੱਖਿਆ ਦਿਲਵਾਈ। ਉਹਦੀਆਂ 3 ਲੜਕੀਆਂ ਲੈਕਚਰਾਰ ਵੀ ਲੱਗੀਆਂ। ਉਹਨੇ ਧੀਆਂ ਦੇ ਵਿਆਹਾਂ 'ਤੇ ਫਜ਼ੂਲ ਖਰਚਾ ਕਰਨ ਦੀ ਥਾਂ ਉਹਨਾਂ ਦੀਆਂ ਪੜ੍ਹਾਈਆਂ 'ਤੇ ਖਰਚਾ ਕੀਤਾ। ਪਹਿਲਾਂ ਉਹ ਕੱਚੇ ਘਰ 'ਚ ਰਹਿੰਦਾ ਸੀ, ਫਿਰ ਪੱਕਾ ਪਾਇਆ। ਜਦੋਂ ਡਾਕਟਰ ਜਸਵੰਤ ਗਿੱਲ ਨੇ ਢੁੱਡੀਕੇ ਆਉਣ ਦੀ ਹਾਂ ਕੀਤੀ ਤਾਂ ਕੋਠੀ ਵੀ ਪਾ ਲਈ। ਕਈ ਸਾਲ ਕਮਲ ਨੇ ਉਸ ਨੂੰ ਪਤਨੀ ਬਣਾਉਣ ਦੀ ਬਾਹਰ ਭਾਫ਼ ਨਹੀਂ ਸੀ ਕੱਢੀ। ਸਾਹਿਤਕ ਹਲਕੇ ਡਾਕਟਰ ਜਸਵੰਤ ਗਿੱਲ ਨੂੰ ਕਮਲ ਦੀ ਸਹੇਲੀ ਸਮਝਦੇ ਰਹੇ। ਮੈਂ ਵੀ ਕਮਲ ਦੀ ਪੋਜੀਸ਼ਨ ਸਮਝਦਾ ਸਾਂ, ਜਿਸ ਕਰਕੇ ਓਹਲਾ ਰੱਖਿਆ। ਕਈ ਸਾਲਾਂ ਬਾਅਦ ਕਮਲ ਨੇ ਖੁਦ ਹੀ ਕਿਹਾ, ਲਿਖਦੇ ਡਾਕਟਰ ਜਸਵੰਤ ਗਿੱਲ ਮੇਰੀ ਪਤਨੀ ਹੈ। ਇੱਕ ਦਿਨ ਮੈਂ ਕਾਲਜ ਤੋਂ ਘਰ ਆ ਰਿਹਾ ਸਾਂ। ਕਮਲ ਫਿਰਨੀ ਨਾਲ ਦੇ ਖੇਤ ਵਿੱਚ ਨੀਹਾਂ ਪਟਵਾਉਂਦਾ ਵੇਖਿਆ। ਮੈਂ ਨੀਹਾਂ ਕੋਲ ਖੜ ਗਿਆ, ਪੁੱਛਿਆ, ਇੱਥੇ ਉਸਾਰੀ ਕਰਨ ਦੀ ਕੀ ਲੋੜ ਪੈ ਗਈ। ਉਹ ਮੁਸਕਣੀਏ ਹੱਸਦਾ ਕਹਿਣ ਲੱਗਾ, ਇਹ ਤੁਹਾਡੇ ਵਰਗੇ ਪ੍ਰੋਫੈਸਰਾਂ ਲਈ ਬਣਾਉਣ ਲੱਗੇ ਆ, ਜਦੋਂ ਜੀਅ ਕੀਤਾ ਆ ਜਾਣਾ। ਕਮਲ ਦੀ ਗੱਲ ਗੋਲਮੋਲ ਸੀ। ਉਹਦੀ ਗੁੱਝੀ ਗੱਲ ਕਰਨ ਦੀ ਆਦਤ ਤੋਂ ਮੈਂ ਜਾਣੂ ਸੀ। ਕੋਠੀ ਬਣੀ ਤਾਂ ਅਸੀਂ ਸੱਚਮੁੱਚ ਹੀ ਉੱਥੇ ਜਾਣ ਲੱਗੇ ਤੇ ਹਫ਼ਤੇ 10 ਦਿਨੀ ਮਿੱਤਰਾਂ ਦੀ ਮਹਿਫਿਲ ਜੰਮਣ ਲੱਗੀ। ਕਮਲ ਘਰ ਦੀ ਛੱਡ ਕੇ ਵਿਸਕੀ ਛੱਡ ਕੇ ਬੀਅਰ 'ਤੇ ਆ ਗਿਆ ਸੀ। ਅਸੀਂ ਵਾਰੀ ਨਾਲ ਬੀਅਰ ਲਿਆਉਂਦੇ, ਪਰ ਇਹ ਮਹਿਫਿਲਾਂ ਉਦੋਂ ਤੱਕ ਹੀ ਜੰਮੀਆਂ ਜਦੋਂ ਤੱਕ ਡਾਕਟਰ ਜਸਵੰਤ ਗਿੱਲ ਸਰਕਾਰੀ ਨੌਕਰੀ ਛੱਡ ਕੇ ਢੁੱਡੀਕੇ ਨਾ ਆਈ। ਜਿੱਦਣ ਉਹ ਆਈ ਤਾਂ ਉਹਦਾ ਹੁਕਮ ਲਾਗੂ ਹੋ ਗਿਆ। ਬੀਅਰ ਸ਼ੀਅਰ ਬੰਦ ਹੋਣ ਨਾਲ ਸਾਡਾ ਕੋਠੀ ਵਾਲਾ ਅੱਡਾ ਪੱਟਿਆ ਗਿਆ। ਸਾਰੇ ਬੰਦੇ ਬਣ ਗਏ। ਹੁਣ ਮੈਂ ਕੈਨੇਡਾ ਤੋਂ ਆ ਕੇ ਕਮਲ ਨੂੰ ਮਿਲਦਾ ਤੇ ਸਿਹਤ ਬਾਰੇ ਪੁੱਛਦਾ ਤਾਂ ਉਹਦਾ ਜਵਾਬ ਹੁੰਦਾ, ਮੇਰੀ ਸਿਹਤ ਤਾਂ ਠੀਕ ਹੈ, ਪਰ ਪੰਜਾਬ ਦੀ ਖਰਾਬ ਹੈ। ਬਚਾ ਲਓ ਜੇ ਬਚਾਈਦਾ। ਮੈਂ ਬਥੇਰੀਆਂ ਦਵਾਈਆਂ ਦੇ ਰਿਹਾ, ਪਰ ਹੁਣ ਕੋਈ ਸੁਣ ਹੀ ਨਹੀਂ ਰਿਹਾ। ਪੰਜਾਬ ਖੁਰ ਰਿਹਾ, ਖਤਮ ਹੋ ਰਿਹਾ। ਕੀ ਬਣੂ ਪੰਜਾਬ ਦਾ? ਪੂਰਬੀਆਂ ਦੀਆਂ ਧਾੜਾਂ ਚੜ੍ਹੀਆਂ ਆਉਂਦੀਆਂ ਪੰਜਾਬ ਨੇ ਘੱਟ ਗਿਣਤੀ 'ਚ ਰਹਿ ਜਾਣਾ। ਪੰਜਾਬ ਦੀ ਕਰੀਮ ਬਾਹਰ ਨੂੰ ਤੁਰੀ ਜਾਂਦੀ ਹੈ ਤੇ ਹਿੰਦਵੈਣ ਪੰਜਾਬ ਨੂੰ ਤੁਰੀ ਆਉਂਦੀ ਹੈ। ਪੰਜਾਬ ਦਾ ਆਪਣੇ ਕੌਮੀ ਘਰ ਬਿਨਾਂ ਨਹੀਂ ਸਰਨਾ। ਕੌਮੀ ਘਰ ਬਿਨਾਂ ਕਾਹਦੀ ਇੱਜ਼ਤ? ਬਾਰ ਪਰਾਏ ਬੈਸਣਾ ਸਾਈਂ ਮੁਝੇ ਨਾ ਦੇ, ਜੇ ਤੂੰ ਇਵੇਂ ਰਕਸੀ ਜੀਉ ਸਰੀਰੋਲੇ। ਅੱਜ ਕੱਲ੍ਹ ਉਹਦੇ ਬੋਲਾਂ ਤੇ ਲਿਖਤਾਂ ਵਿੱਚ ਉਲਾਂਭੇ ਹਨ, ਮਿਹਣੇ ਹਨ, ਵੈਣ ਹਨ, ਕੀਰਨੇ ਹਨ, ਤੜਪ ਹੈ, ਝੋਰਾ ਹੈ, ਝੁੰਝਲਾਹਟ ਹੈ। ਉਹ ਸਿਆਸੀ ਨੇਤਾਵਾਂ ਨੂੰ ਆਰਾਂ ਲਾਉਂਦਾ ਹੈ ਤੇ ਕਈ ਵਾਰ ਬੋਲ ਕਬੋਲ ਬੋਲਦਾ ਉਖੜਿਆ ਲੱਗਦਾ ਹੈ। ਉਹਨਾਂ ਦੇ ਨਾਂ ਖੁੱਲ੍ਹੀਆਂ ਚਿੱਠੀਆਂ ਛਪਵਾਉਂਦਾ ਹੈ। ਭਈਆਂ ਦੇ ਪੰਜਾਬ ਆਉਣ ਤੇ ਪੰਜਾਬੀਆਂ ਦੇ ਬਾਹਰ ਜਾਣ ਤੇ ਝੂਰਦਾ ਹੈ। ਉਹ ਭੁੱਲ ਗਿਆ ਕਿ ਪੰਜਾਬ ਸਦਾ ਹੀ ਆਉਣ ਜਾਣ ਵਾਲਿਆਂ ਦੀ ਠਾਰ ਰਿਹਾ ਹੈ। ਲੋਕ ਇੱਥੇ ਆਉਂਦੇ ਵੀ ਰਹੇ ਤੇ ਜਾਂਦੇ ਵੀ ਰਹੇ। ਕੁਝ ਵਸ ਗਏ, ਕੁਝ ਉੱਜੜ ਗਏ। ਪੰਜਾਬੀ ਕੌਮ ਅਨੇਕਾਂ ਕੌਮਾਂ ਦਾ ਮਿਲਗੁਬ ਹੈ। ਪਿਛਲੇ 5000 ਸਾਲਾਂ 'ਚ ਇੱਥੇ ਬਹੁਤ ਕੁਝ ਹੋਇਆ। ਆਰੀਆ ਦੇ ਆਉਣ ਨਾਲ ਸਪਤ ਸਿੰਧੂ ਦੇ ਵਛਿੰਦੇ ਦਰਾਵੜ ਇਸ ਧਰਤੀ ਤੋਂ ਧਕੀਂਦੇ ਸ੍ਰੀਲੰਕਾ ਤੱਕ ਪਹੁੰਚ ਗਏ। ਜੈਸਲਮੇਰ ਰਾਜਸਥਾਨ ਦੇ ਸਿੱਧੂ ਰਾਜਪੂਤ ਪੰਜਾਬ ਦੀਆਂ ਸਿੱਖ ਰਿਆਸਤਾਂ ਦੇ ਰਾਜੇ ਮਹਾਰਾਜੇ ਆ ਬਣੇ। ਹੁਣ ਉਹਨਾਂ ਨੂੰ ਰਾਜਸਥਾਨੀ ਕਹੋਗੇ ਜਾਂ ਪੰਜਾਬੀ? ਪੰਜਾਬ ਉਸੇ ਦਾ ਹੋਣਾ ਹੈ ਜਿਹਨੇ ਪੰਜਾਬ 'ਚ ਵਸਣਾ ਹੈ। ਭਈਏ ਆ ਵਸਣਗੇ ਤਾਂ ਉਹ ਵੀ ਕੈਪਟਨ ਅਮਰਿੰਦਰ ਸਿੰਘ ਦੇ ਵੱਡ ਵਡੇਰਿਆਂ ਵਾਂਗ ਪੰਜਾਬੀ ਬਣ ਜਾਣਗੇ।
ਸਰਕਾਰੀ ਸਕੂਲਾਂ ਵਿੱਚ ਪੰਜਾਬੀ ਭਾਸ਼ਾ ਹੁਣ ਵੀ ਵਧੇਰੇ ਕਰਕੇ ਭਈਆਂ ਦੇ ਬੱਚੇ ਪੜ੍ਹ ਰਹੇ ਹਨ, ਜਦਕਿ ਖਾਂਦੇ ਪੀਂਦੇ ਪੰਜਾਬੀਆਂ ਦੇ ਬੱਚੇ ਪ੍ਰਾਈਵੇਟ ਸਕੂਲਾਂ 'ਚ ਅੰਗਰੇਜ਼ੀ ਤੇ ਹਿੰਦੀ ਦੇ ਲੜ ਲੱਗ ਰਹੇ ਹਨ। ਦੱਸੋ ਕਿਹੜਾ ਅਸਲੀ ਪੰਜਾਬੀ ਹੈ ਤੇ ਕਿਹੜਾ ਨਾਂ ਤਰੀਕ? ਜਿਹੜੇ ਪੰਜਾਬੀ ਪੰਜਾਬ ਤੋਂ ਬਾਹਰ ਚਲੇ ਗਏ ਨੇ, ਉਹਨਾਂ ਨੇ ਬਾਹਰ ਜਾ ਕੇ ਪੱਕੇ ਟਿਕਾਣੇ ਬਣਾ ਲਏ ਨੇ। ਕੈਨੇਡਾ 'ਚ 1.5 ਦਰਜਨ ਪੰਜਾਬੀ ਉੱਥੋਂ ਦੀ ਪਾਰਲੀਮੈਂਟ ਦੇ ਮੈਂਬਰ ਬਣ ਗਏ ਹਨ। ਉੱਥੇ ਪਿੰਡ ਦੁਸਾਂਝ ਕਲਾਂ ਦਾ ਉੱਜਲ ਸਿੰਘ ਦੁਸਾਂਝ ਇੱਕ ਸੂਬੇ ਦਾ ਮੁੱਖ ਮੰਤਰੀ ਰਿਹਾ। UK, ਅਮਰੀਕਾ, ਆਸਟ੍ਰੇਲੀਆ ਤੇ ਨਿਊਜ਼ੀਲੈਂਡ ਵਰਗੇ ਮੁਲਕਾਂ ਵਿੱਚ ਪੰਜਾਬੀ ਉੱਥੋਂ ਦੀਆਂ ਪਾਰਲੀਮੈਂਟਾਂ 'ਚ ਦਾਖਲ ਹੋ ਰਹੇ ਹਨ। ਪੰਜਾਬ ਵਿੱਚ ਤਾਂ ਹਾਲੇ ਤੱਕ ਕੋਈ ਭਈਆ MLA ਵੀ ਨਹੀਂ ਬਣਿਆ। ਭਈਏ ਪੰਜਾਬ ਆਉਣੇ ਤਦ ਹੀ ਰੁਕਣਗੇ ਜੇ ਪੰਜਾਬੀ ਬਾਹਰ ਜਾਣੋਂ ਰੁਕ ਜਾਣ। ਹੈਰਾਨੀ ਦੀ ਗੱਲ ਹੈ ਕਿ ਭਈਆਂ ਦਾ ਵਧੇਰੇ ਰੌਲਾ ਉਹੀ ਬੰਦੇ ਵੱਧ ਚੜ੍ਹ ਕੇ ਪਾ ਰਹੇ ਨੇ ਜੋ ਖੁਦ ਭਈਏ ਬਣ ਕੇ ਵਿਦੇਸ਼ਾਂ 'ਚ ਗਏ ਹਨ। ਪੰਜਾਬੀ ਬੋਲੀ ਦੇ ਸੱਭਿਆਚਾਰ ਨੂੰ ਸਦੀਆਂ ਤੋਂ ਕਿਰਤੀ ਕਾਮਿਆਂ ਤੇ ਆਮ ਲੋਕਾਈ ਨੇ ਸੰਭਾਲਿਆ। ਹੁਕਮਰਾਨ ਤੇ ਰੱਜੇ ਪੁੱਜੇ ਬੰਦੇ ਤਾਂ ਸਦਾ ਹੀ ਲੋਕ ਬੋਲੀ ਤੇ ਸੱਭਿਆਚਾਰ ਤੋਂ ਕੰਨੀ ਕਤਰਾਉਂਦੇ ਰਹੇ। ਮਹਾਰਾਜਾ ਰਣਜੀਤ ਸਿੰਘ ਦੇ ਸਿੱਖ ਰਾਜ ਸਮੇਂ ਪੰਜਾਬੀ ਰਾਜ ਭਾਸ਼ਾ ਨਹੀਂ ਸੀ ਬਣਾਈ ਗਈ। ਉਦੋਂ ਪੰਜਾਬੀ ਨੂੰ ਦਰਬਾਰੀਆਂ ਨੇ ਨਹੀਂ ਸੀ ਅਪਣਾਇਆ। ਹੁਣ ਵੀ ਪੰਜਾਬੀ ਪੰਜਾਬ ਦੇ ਰੱਜੇ ਪੁੱਜੇ ਸਰਦਾਰਾਂ ਦੀ ਜ਼ੁਬਾਨ ਨਹੀਂ। ਉਹ ਤਾਂ ਆਪਣੇ ਬੱਚਿਆਂ ਨੂੰ ਅੰਗਰੇਜ਼ੀ ਤੇ ਹਿੰਦੀ ਮਾਧਿਅਮ ਵਾਲੇ ਸਕੂਲਾਂ 'ਚ ਪੜ੍ਹਾਉਂਦੇ ਹਨ, ਜਦਕਿ ਕੰਮੀ ਕਮੀਣਾ ਤੇ ਭਈਆਂ ਦੇ ਬੱਚੇ ਪੰਜਾਬੀ ਮਾਧਿਅਮ ਵਾਲੇ ਸਰਕਾਰੀ ਸਕੂਲਾਂ 'ਚ ਪੜ੍ਹਦੇ ਹਨ। ਇੱਥੋਂ ਅੰਦਾਜ਼ਾ ਲਾ ਲਓ ਭਲਕ ਨੂੰ ਪੰਜਾਬੀ ਭਾਸ਼ੀ ਕੌਣ ਹੋਣਗੇ ਤੇ ਹਿੰਦੀ ਭਾਸ਼ੀ ਕੌਣ। ਪੰਜਾਬ ਖੁਰ ਕਿਹਦੇ ਹੱਥੋਂ ਰਿਹਾ ਤੇ ਖਤਮ ਕੌਣ ਕਰ ਰਿਹਾ? ਗੁਰੂਆਂ ਦੀ ਸਿੱਖਿਆ ਕਿਰਤ ਕਰੋ ਲੜ ਪੰਜਾਬ ਦੇ ਖਾਂਦੇ ਪੀਂਦੇ ਸਰਦਾਰ ਲੱਗੇ ਹੋਏ ਹਨ ਜਾਂ ਭਈਆਂ ਦੇ ਰੂਪ 'ਚ ਆਏ ਕਿਰਤੀ ਕਾਮੇ? ਭਈਏ ਜੇ ਸਿੰਘ ਸੱਜਣ ਵੱਲ ਵੱਧ ਰਹੇ ਹਨ ਤੇ ਕੇਸਾਂ ਵਾਲੇ ਕੇਸ ਘਟਾ ਰਹੇ ਹਨ ਤਾਂ ਕਸਰ ਕਿੱਥੇ ਹੈ? ਵਿਧਾਨ ਅਨੁਸਾਰ ਪੰਜਾਬੀ ਪੰਜਾਬ ਦੀ ਰਾਜ ਭਾਸ਼ਾ ਹੈ, ਪਰ ਪੰਜਾਬ ਦੇ ਸਿਆਸਤਦਾਨ, ਅਫਸਰ, ਮੋਹਤਬਰ ਤੇ ਇਲੀਟ ਕਲਾਸ ਦੇ ਲੋਕ ਕੀ ਪੰਜਾਬੀ ਨੂੰ ਦਿਲੋਂ ਰਾਜ ਭਾਸ਼ਾ ਮੰਨ ਰਹੇ ਹਨ? ਕੀ ਉਹ ਆਪਣੇ ਬੱਚਿਆਂ ਨੂੰ ਪੰਜਾਬੀ ਮਾਧਿਅਮ ਵਾਲੇ ਸਕੂਲਾਂ 'ਚ ਪੜ੍ਹਾ ਰਹੇ ਹਨ? ਕਿਤੇ ਕਹਿਣੀ ਹੋਰ ਕਰਨੀ ਹੋਰ ਦਾ ਦੋਗਲਾਪਨ ਤਾਂ ਨਹੀਂ? ਕੀ ਕੇਸ ਦਾੜ੍ਹੀ ਰੱਖਣ ਜਾਂ ਪੰਜਾਬ 'ਚ ਜੰਮਣ ਨਾਲ ਹੀ ਕੋਈ ਸੱਚਾ ਪੰਜਾਬੀ ਬਣ ਜਾਂਦਾ ਹੈ? ਕਵਲ ਅਜੇ ਵੀ ਤੁਰਦਾ ਫਿਰਦਾ ਨੇੜੇ ਤੇ ਕਾਰ ਉੱਤੇ ਦੂਰ ਤੱਕ ਜਾ ਆਉਂਦਾ ਹੈ। ਕਾਨਫਰੰਸਾਂ, ਸੈਮੀਨਾਰ, ਰੂਬਰੂ ਤੇ ਮੇਲਿਆਂ ਗੇਲਿਆਂ 'ਚ ਜਾਂਦਾ ਰਹਿੰਦਾ ਹੈ। ਭੋਗਾਂ ਤੇ ਘੱਟ ਜਾਂਦਾ ਤੇ ਵਿਆਹ ਵੀ ਘੱਟ ਵੇਖਦਾ ਹੈ। ਮੈਂ ਗੁਰਭਜਨ ਗਿੱਲ ਦੀ ਜਨ ਜ਼ਰੂਰ ਲੈ ਗਿਆ ਸਾਂ ਤੇ ਮੇਰੇ ਪੁੱਤਰਾਂ ਦੀ ਜਨ ਵੀ ਚੜ੍ਹਿਆ ਸੀ। ਦੋਦਰ ਤੋਂ ਚੱਕਰ ਡੋਲੀ ਕਮਲ ਦੀ ਕਾਰ ਵਿੱਚ ਹੀ ਲਿਆਂਦੀ ਗਈ ਸੀ। ਹੁਣ ਜੋ ਵਿਆਹ ਸ਼ਾਦੀਆਂ ਤੇ ਜਾਣ ਨੂੰ ਸਮਾਂ ਬਰਬਾਦ ਕਰਨਾ ਸਮਝਦਾ ਹੈ। ਉਹਨੇ ਪਹਿਲਾਂ ਫਿਲਮਾਂ ਦੇ ਨਾਟਕ ਬਹੁਤ ਵੇਖੇ ਪਰ ਪਿੱਛੋਂ ਘਟ ਗਏ। ਖੇਡ ਮੇਲੇ ਸਾਊਥ ਹਾਲ, ਟੋਰਾਂਟੋ ਤੇ ਵੈਨਕੂਵਰ ਤੱਕ ਜਾ ਵੇਖੇ। ਅਸੀਂ ਵਿਦੇਸ਼ਾਂ ਦੇ ਪੰਜਾਬੀ ਖੇਡ ਮੇਲਿਆਂ 'ਚ ਅਕਸਰ ਇਕੱਠੇ ਹੋ ਜਾਂਦੇ ਰਹੇ। ਉਹਨੇ ਅਨੇਕਾਂ ਮੁਲਕਾਂ ਦੀ ਇੱਕ ਵਾਰ ਨਹੀਂ ਕਈ ਵਾਰ ਸੈਰ ਕੀਤੀ ਹੈ। ਏਸ਼ੀਆ, ਅਮਰੀਕਾ ਤੇ ਯੂਰਪ ਬਾਰ ਗਾਹ ਮਾਰਿਆ ਪਰ ਰੂਸ ਤੇ ਚੀਨ ਨਹੀਂ ਜਾ ਸਕਿਆ। ਅਨੇਕਾਂ ਅਜਾਇਬ ਘਰ ਵੇਖੇ ਤੇ ਇਤਿਹਾਸਿਕ ਥਾਵਾਂ ਦੀ ਯਾਤਰਾ ਕੀਤੀ। ਹੜੱਪਾ ਤੇ ਮੋਹਨਜੋ-ਦਾੜੋ ਦੇ ਖੰਡਰ ਵੇਖੇ ਤੇ ਮਿਸਰ ਦੇ ਪੈਰਾਮਿਡ। ਟੋਰਾਂਟੋ ਦੇ CN ਟਾਵਰ ਤੇ ਚੜ੍ਹਿਆ ਤੇ ਲੰਡਨ ਦੀ ਚੰਡੋਲ ਝੂਟੀ। ਨਿਆਗਰਾ ਫਾਲਜ਼ ਦੇ ਨਜ਼ਾਰੇ ਤੇ ਡਿਜ਼ਨੀਲੈਂਡ ਦੀਆਂ ਢਾਣੀਆਂ ਲਈਆਂ। ਕਲਮ ਦੇ ਸਿਰ ਤੇ ਉਹ ਹਵਾਈ ਜਹਾਜ਼ਾਂ ਦਾ ਸਵਾਰ ਬਣਿਆ। ਉਹ ਲੋਹੜੇ ਦਾ ਘੁਮੱਕੜ ਹੈ। ਪੰਜਾਬੀ ਦਾ ਸ਼ਾਇਦ ਹੀ ਕੋਈ ਹੋਰ ਲੇਖਕ ਹੋਵੇ ਜੋ ਉਹਦੇ ਜਿੰਨਾ ਘੁੰਮਿਆ ਫਿਰਿਆ ਹੋਵੇ। ਉਹ 16-17 ਸਾਲ ਦੀ ਉਮਰ ਤੋਂ ਲੈ ਕੇ 90 ਸਾਲ ਦੀ ਉਮਰ ਤੱਕ ਸਮੁੰਦਰੀ ਤੇ ਹਵਾਈ ਜਹਾਜ਼ਾਂ ਦਾ ਸ਼ਾਹ ਸਵਾਰ ਰਿਹਾ। ਮਲਾਇਆ, ਸਿੰਗਾਪੁਰ ਤੋਂ ਵਲਾਇਤ ਤਾਂ ਉਹਨੇ ਮੋਗਾ ਜਗਰਾਵਾਂ ਬਣਾ ਛੱਡੇ ਸਨ। ਉਹਨੂੰ ਘੁਮਾਉਣ ਫਿਰਾਉਣ 'ਚ ਉਹਦੇ ਪਾਠਕਾਂ ਦਾ ਸਭ ਤੋਂ ਵੱਧ ਹੱਥ ਸੀ। ਉਹ ਤਾਂ ਅਜੇ ਵੀ ਉਹਨੂੰ ਸੱਦਦੇ ਹਨ, ਪਰ ਕਮਲ ਤੋਂ ਹੁਣ ਵਿਦੇਸ਼ਾਂ 'ਚ ਨਹੀਂ ਜਾ ਹੁੰਦਾ। ਪਿੱਛੇ ਜੇ ਮਨ ਬਣਾ ਵੀ ਲਿਆ ਸੀ, ਸੰਭਵ ਹੈ ਇੱਕ ਅੱਧਾ ਗੇੜਾ ਮਾਰ ਹੀ ਬਈ। ਉਹਦੇ ਹਾਣੀ ਹਰਕਿਸ਼ਨ ਸਿੰਘ ਸੁਰਜੀਤ ਤੇ ਕਵੀਸ਼ਰ ਕਰਨੈਲ ਸਿੰਘ ਪਾਰਸ ਹੋਰੀ ਚੱਲ ਵਸੇ ਨੇ। ਕਰਤਾਰ ਸਿੰਘ ਦੁੱਗਲ ਤੇ ਖੁਸ਼ਵੰਤ ਸਿੰਘ ਵਰਗੇ ਵੀ ਚਲੇ ਗਏ ਨੇ, ਪਰ ਉਹ ਆਪਣੇ ਲਿਖਣ ਕਾਰਜ 'ਚ ਲੱਗਾ ਹੋਇਆ। ਢੁੱਡੀਕੇ ਤੇ ਆਲੇ ਦੁਆਲੇ ਦੇ ਵਧੇਰੇ ਪਿੰਡ ਗਿੱਲਾਂ ਦੇ ਹਨ। ਉਹਨਾਂ ਦੇ ਪੁਰਾਣੇ ਮੋਗੇ ਤੋਂ ਉੱਠ ਕੇ ਉਹ ਪਿੰਡ ਬੱਧੇ ਹਨ। ਢੁੱਡੀ ਨਾਂ ਦਾ ਬੰਦਾ ਇੱਧਰ ਡੰਗਰ ਚਾਰਨ ਆਉਂਦਾ ਸੀ। ਨਿੱਤ ਦਾ ਆਉਣਾ ਜਾਣਾ ਛੱਡ ਕੇ ਉਹ ਇੱਥੇ ਮੋੜੀ ਗੱਡ ਕੇ ਬਹਿ ਗਿਆ। ਮੱਦੋ ਨਾਂ ਦੇ ਬੰਦੇ ਨੇ ਇੱਕ ਕੋਹ ਲਾਂਭੇ ਮੱਦੋ ਕੇ ਵਸਾ ਲਿਆ। ਝੰਡੇ ਨੇ ਝੰਡਿਆਣਾ ਬੰਨ੍ਹ ਲਿਆ ਤੇ ਚੂੜ ਨੇ ਚੂੜ ਚੱਕ। ਉਦੋਂ ਬੰਦਿਆਂ ਦੇ ਜਿਹੋ ਜਿਹੇ ਨਾਂ ਹੁੰਦੇ ਸਨ, ਉਹੋ ਜਿਹੇ ਨਾਂ ਪਿੰਡਾਂ ਦੇ ਪੱਕ ਗਏ। ਅਸੀਂ ਨਿੱਕੇ ਹੁੰਦੇ ਢਾਡੀਆਂ ਦੀ ਢੱਡ ਖੜਕਦੀ ਸੁਣਦੇ ਤਾਂ ਇੱਕ ਦੂਜੇ ਨੂੰ ਕਹਿੰਦੇ, ਇਹ ਤਾਂ ਚੂੜ ਚੱਕ ਢੁੱਡੀਕੇ, ਚੂੜ ਚੱਕ ਢੁੱਡੀਕੇ ਕਹਿੰਦੀ ਹੈ।
ਉਦੋਂ ਕੀ ਪਤਾ ਸੀ ਕਿ ਮੈਂ ਵੱਡਾ ਹੋ ਕੇ ਢੱਡ ਖੜਕਦੀ ਵਾਲੇ ਪਿੰਡ ਢੁੱਡੀਕੇ ਚਲੇ ਜਾਣਾ ਸੀ ਤੇ ਮੇਰੇ ਨਾਂ ਨਾਲ ਢੁੱਡੀਕੇ ਜੁੜ ਜਾਣਾ ਸੀ। ਢੁੱਡੀਕੇ ਲਾਲਾ ਲਾਜਪਤ ਰਾਏ ਦਾ ਨਾਨਕਾ ਪਿੰਡ ਹੈ ਜੋ ਗਦਰੀਆਂ ਦਾ ਕੱਢ ਰਿਹਾ। ਕਮਲ ਲਾਲੇ ਦੇ ਜਨਮ ਸਥਾਨ ਤੋਂ 100 ਕੁ ਗਜ ਦੀ ਵਿੱਥ ਤੇ ਉਸ ਤੋਂ 54 ਸਾਲ ਬਾਅਦ ਜੰਮਿਆ। ਪਿਛਲੀ ਸਦੀ ਦੇ 6ਵੇਂ ਦਹਾਕੇ 'ਚ ਕਮਲ ਨੇ ਢੁੱਡੀਕੇ ਦਾ ਸਰਪੰਚ ਬਣ ਕੇ ਲਾਲੇ ਦੇ ਨਾਮ ਨੂੰ ਖੂਬ ਵਰਤਿਆ ਤੇ ਪਿੰਡ ਦਾ ਵਿਕਾਸ ਕੀਤਾ। ਉਹ 2 ਵਾਰ ਪਿੰਡ ਦਾ ਸਰਪੰਚ ਚੁਣਿਆ ਗਿਆ। ਉਹਦੀ ਸਰਪੰਚੀ ਦੌਰਾਨ ਢੁੱਡੀਕੇ ਨੂੰ ਦੇਸ਼ ਦੀ ਵਧੀਆ ਪੰਚਾਇਤ ਹੋਣ ਦਾ ਇਨਾਮ ਮਿਲਿਆ। ਭਾਰਤ ਦੇ ਤਤਕਾਲੀ ਰਾਸ਼ਟਰਪਤੀ ਡਾਕਟਰ ਰਾਜਿੰਦਰ ਪ੍ਰਸਾਦ ਤੇ ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸਤਰੀ, ਚੰਦਰ ਸ਼ੇਖਰ ਤੇ ਇੰਦਰ ਕੁਮਾਰ ਗੁਜਰਾਲ ਢੁੱਡੀਕੇ ਆਏ। ਮੋਦੀ ਆਉਂਦਾ ਆਉਂਦਾ ਰਹਿ ਗਿਆ। ਪੰਜਾਬ ਦਾ ਹਰੇਕ ਮੁੱਖ ਮੰਤਰੀ ਤੇ ਗਵਰਨਰ ਢੁੱਡੀਕੇ ਆਇਆ ਤੇ ਕਮਲ ਨੂੰ ਮਿਲਿਆ। ਲਾਲਾ ਲਾਜਪਤ ਰਾਏ ਦੇ ਨਾਂ ਤੇ ਕਈ ਸੰਸਥਾਵਾਂ ਖੜੀਆਂ ਕੀਤੀਆਂ ਗਈਆਂ। ਕਮਲ ਨੇ ਵੈਲੀਆਂ ਬਦਮਾਸ਼ਾਂ ਦੇ ਪਿੰਡ ਨੂੰ ਪੜ੍ਹੇ ਲਿਖੇ ਸਾਊਆਂ ਦਾ ਪਿੰਡ ਬਣਾ ਦਿੱਤਾ। ਢੁੱਡੀਕੇ ਐਸਾ ਇਤਿਹਾਸਿਕ ਪਿੰਡ ਹੈ ਜਿਹਨੇ ਹਰ ਲਹਿਰ ਨੂੰ ਆਪਣੇ ਬੰਦੇ ਦਿੱਤੇ। ਗਦਰ ਲਹਿਰ ਨੂੰ, ਅਕਾਲੀ ਲਹਿਰ ਨੂੰ, ਆਜ਼ਾਦੀ ਲਹਿਰ ਨੂੰ, ਕਮਿਊਨਿਸਟ ਲਹਿਰ ਨੂੰ, ਨਕਸਲੀ ਲਹਿਰ ਨੂੰ ਤੇ ਖਾੜਕੂ ਲਹਿਰ ਨੂੰ। ਲਾਲਾ ਲਾਜਪਤ ਰਾਏ ਆਲ ਇੰਡੀਆ ਕਾਂਗਰਸ ਦਾ ਪ੍ਰਧਾਨ ਸੀ। ਹੁਣ ਨਸ਼ਿਆਂ ਦੀ ਲਹਿਰ ਵਿੱਚ ਵੀ ਇਹ ਪਿੰਡ ਹੋਰਨਾਂ ਨਾਲੋਂ ਪਿੱਛੇ ਨਹੀਂ। ਢੁੱਡੀਕੇ ਨੂੰ ਲੇਖਕਾਂ ਦਾ ਪਿੰਡ ਵੀ ਕਿਹਾ ਜਾਂਦਾ, ਜਿੱਥੋਂ ਦੇ 4 ਲੇਖਕਾਂ ਨੂੰ ਸ਼੍ਰੋਮਣੀ ਪੰਜਾਬੀ ਲੇਖਕ ਦੇ ਪੁਰਸਕਾਰ ਮਿਲ ਚੁੱਕੇ ਹਨ। ਦਰਜਨ ਦੇ ਕਰੀਬ ਲੇਖਕ ਹਨ ਜਿਨ੍ਹਾਂ ਦੀਆਂ ਕਿਤਾਬਾਂ ਛਪ ਚੁੱਕੀਆਂ ਹਨ। ਉਹਨਾਂ ਨੂੰ ਲਿਖਣ ਦੀ ਚੇਟਕ ਕਮਲ ਦੀਆਂ ਲਿਖਤਾਂ ਨੇ ਲਾਈ ਸੀ। ਜਸਵੰਤ ਸਿੰਘ ਦੇ ਨਾਂ ਨਾਲ ਕਮਲ ਦਾ ਤਖੱਲਸ ਮਲਾਇਆ ਵਿੱਚ ਚੰਨਣ ਸਿੰਘ ਭਾਈਕੇ ਫਫੜੇ ਨੇ ਲਾਇਆ ਸੀ। ਇਹ ਤਖੱਲਸ ਇੰਨਾ ਮਕਬੂਲ ਹੋਇਆ ਕਿ ਕਰਤਾਰ ਸਿੰਘ ਕਮਲ ਤੇ ਸ਼ੇਰ ਸਿੰਘ ਕਮਲ ਤੋਂ ਲੈ ਕੇ ਗੁਰਦਿਆਲ ਸਿੰਘ ਕਮਲ, ਖੁਸ਼ਵੰਤ ਕਮਲ ਤੇ ਹੋਰ ਪਤਾ ਨਹੀਂ ਕਿੰਨਿਆਂ ਨੇ ਆਪਣੇ ਨਾਂ ਪਿੱਛੇ ਕਮਲ ਜੋੜਿਆ। ਕਮਲ ਹੋਰੀ 3 ਭੈਣਾਂ ਤੇ 3 ਭਰਾ ਸਨ। 2 ਭੈਣਾਂ ਗੁਜ਼ਰ ਚੁੱਕੀਆਂ। ਵੱਡਾ ਭਰਾ ਗਿਆਨੀ ਕਰਤਾਰ ਸਿੰਘ ਡਿਸਟ੍ਰਿਕਟ ਬੋਰਡ ਦਾ ਮੈਂਬਰ ਸੀ ਜੋ ਚਿਰੋਕਣਾ ਚਲਾਣਾ ਕਰ ਚੁੱਕਾ ਹੈ। ਪਿਛਲੀ ਉਮਰੇ ਉਹਨੂੰ ਦਾਰੂ ਲੈ ਬੈਠੀ। ਛੋਟਾ ਭਰਾ ਹਰਬੰਸ ਸਿੰਘ ਵੀ ਗੁਜ਼ਰ ਗਿਆ। ਮਾਂ 100 ਵਰ੍ਹੇ ਜਿਉਂ ਕੇ ਪੂਰੀ ਹੋਈ। ਕਮਲ ਦੀ ਪਤਨੀ ਮੁਖਤਿਆਰ ਕੌਰ 90 ਸਾਲ ਤੋਂ ਵੱਧ ਜੀਵੀ ਤੇ 2008 ਵਿੱਚ ਗੁਜ਼ਰੀ। ਉਹਦੇ ਪੇਕੇ ਅਜੀਤ ਵਾਲ ਸਨ। ਉਹਦੀ ਭਤੀਜੀ ਵਾਈਸ ਚਾਂਸਲਰ ਜੈ ਰੂਪ ਸਿੰਘ ਨਾਲ ਵਿਆਹੀ ਹੋਈ ਹੈ। ਫਿਲਮਾਂ ਵਾਲਾ ਮਨਮੋਹਨ ਸਿੰਘ ਕਮਲ ਦਾ ਭਾਣਜਾ ਹੈ ਤੇ ਖਾਲਸਾ ਕਾਲਜ ਦਿੱਲੀ ਵਾਲਾ ਪ੍ਰੋਫੈਸਰ ਸੁਮੇਲ ਸਿੰਘ ਸਿੱਧੂ ਦੋਹਤਾ। ਕਮਲ ਦੇ ਘਰ 4 ਧੀਆਂ ਅਮਰਜੀਤ ਕੌਰ, ਚਰਨਜੀਤ ਕੌਰ, ਕਮਲਜੀਤ ਕੌਰ ਤੇ ਰੁਪਿੰਦਰ ਕੌਰ ਜੰਮੀਆਂ। 4 MSc ਪਾਸ ਹੋਈਆਂ। ਫਿਰ ਇੱਕ ਦਾ ਕਤਲ ਹੋ ਗਿਆ। ਦੂਜੀ ਕੈਂਸਰ ਨੇ ਖਾ ਲਈ। ਤੀਜੀ ਕਾਰ ਹਾਦਸੇ 'ਚ ਗੁਜ਼ਰ ਗਈ। ਚੌਥੀ ਧੀ ਗੁਰੂ ਗੋਬਿੰਦ ਸਿੰਘ ਕਾਲਜ ਚੰਡੀਗੜ੍ਹ 'ਚ ਪ੍ਰੋਫੈਸਰ ਹੈ। ਜਵਾਈ ਭਾਈ ਉੱਚ ਅਹੁਦਿਆਂ 'ਤੇ ਰਹੇ, ਕੋਈ ਡਾਕਟਰ, ਕੋਈ ਇੰਜੀਨੀਅਰ, ਕੋਈ ਪ੍ਰੋਫੈਸਰ। ਉਹਦੀ ਕਲਮ ਨੇ ਉਹਨੂੰ ਬਹੁਤ ਕੁਝ ਦਿੱਤਾ। 4 ਧੀਆਂ ਪਿੱਛੋਂ ਜੰਮਿਆ ਕਮਲ ਦਾ ਪੁੱਤਰ ਸਰਬਜੀਤ ਸਿੰਘ ਬਾਪ ਵਾਂਗ 10ਵੀਂ ਨਹੀਂ ਲੰਘ ਸਕਿਆ ਤੇ ਆਪ ਖੇਤੀ ਕਰਨ ਦੀ ਥਾਂ ਬਾਪ ਦੀ ਜ਼ਮੀਨ ਠੇਕੇ 'ਤੇ ਦੇ ਦਿੱਤਾ। ਕਮਲ ਦਾ ਇੱਕ ਪੋਤਰਾ ਆਸਟ੍ਰੇਲੀਆ ਜਾ ਕੇ ਮੁੜ ਆਇਆ ਜੋ ਬੱਦੋਵਾਲ ਦੀ ਇੰਜੀਨੀਅਰਿੰਗ ਸੰਸਥਾ 'ਚ ਪੜ੍ਹਾਉਂਦਾ ਹੈ। ਦੂਜਾ ਪੋਤਾ ਤੇ ਇੱਕ ਪੋਤ ਨੂੰ ਢੁੱਡੀਕੇ ਦੇ ਸਰਕਾਰੀ ਕਾਲਜ 'ਚ ਲੈਕਚਰਾਰ ਹਨ। ਕਮਲ ਹੁਣ ਪੜਦਾਦਾ ਤੇ ਪੜਨਾਨਾ ਬਣਿਆ ਹੋਇਆ। ਚੂੜ ਚੱਕ ਦਾ ਲਛਮਣ ਸਿੰਘ ਗਿੱਲ ਤੇ ਦੌਦਰ ਦਾ ਗਿਆਨੀ ਲਾਲ ਸਿੰਘ ਉਹਦੇ ਗੁਆਂਢੀ ਪਿੰਡਾਂ ਦੇ ਸਮਕਾਲੀ ਵਿਦਿਆਰਥੀ ਸਨ। ਗਿੱਲ ਮੁੱਖ ਮੰਤਰੀ ਬਣਿਆ ਤੇ ਗਿਆਨੀ ਭਾਸ਼ਾ ਵਿਭਾਗ ਦਾ ਡਾਇਰੈਕਟਰ। ਕਮਲ 17ਵੀਂ ਸਾਲ ਦੀ ਉਮਰ 'ਚ ਆਰਥਿਕ ਤੰਗੀ ਦਾ ਭਜਾਇਆ ਮਲਾਇਆ ਦੇ ਜੰਗਲਾਂ 'ਚ ਚਲਾ ਗਿਆ ਸੀ। ਉੱਥੇ ਜਾਗੇ ਦੀ ਨੌਕਰੀ ਕਰਦੇ ਨੂੰ ਮੀਨਾ ਨਾਂ ਦੀ ਚੀਨਣ ਨੇ ਫਾਉਣਾ ਚਾਹਿਆ ਪਰ ਮੀਨਾ ਨਾਲ ਪੂਰਨ ਦੀ ਸੁੰਦਰਾਂ ਵਾਲੀ ਹੋਈ। ਉਹਦਾ ਜ਼ਿਕਰ ਉਹਨੇ ਚਿੱਕੜ ਦੇ ਕਮਲ ਪੁਸਤਕ ਦੀ ਕਹਾਣੀ ਪਹਿਲੀ ਮੁਹੱਬਤ ਵਿੱਚ ਕੀਤਾ। ਪਰਦੇਸੀ ਹੋਣ ਨੇ ਉਹਦੇ ਅੰਦਰ ਸਾਹਿਤਿਕ ਚੇਟਕ ਲਾ ਦਿੱਤੀ ਤੇ ਉਹ 3 ਸਾਲ ਮਲਾਇਆ 'ਚ ਗੁਜ਼ਾਰ ਕੇ ਵਾਪਸ ਢੁੱਡੀਕੇ ਮੁੜ ਆਇਆ। ਆ ਕੇ ਖੇਤੀ ਕਰਨ ਲੱਗਾ ਤੇ 20 ਸਾਲ ਦੀ ਉਮਰ ਵਿੱਚ ਜੀਵਨ ਕਣੀਆਂ ਨਾਂ ਦੀ ਕਿਤਾਬ ਛਪਵਾ ਕੇ ਲੇਖਕ ਬਣ ਗਿਆ। ਹੁਣ ਤੱਕ ਉਹ 70 ਤੋਂ ਵੱਧ ਕਿਤਾਬਾਂ ਲਿਖ ਚੁੱਕਾ ਹੈ। ਉਹਦੇ ਨਾਵਲ ਸੱਚ ਨੂੰ ਫਾਂਸੀ ਤੋਂ ਸ਼ੁਰੂ ਹੁੰਦੇ ਹਨ ਤੇ ਲੱਦੀ ਪਰੀ ਨੇ ਚੰਨ ਉਜਾੜ ਵਿੱਚੋਂ ਤੱਕ ਪੁੱਜਦੇ ਹਨ। ਇਹਨਾਂ 'ਚ ਪਾਲੀ, ਪੂਰਨਮਾਸ਼ੀ, ਰਾਤ ਬਾਕੀ ਹੈ, ਸਿਵਲ ਲਾਈਨਸ, ਜੰਗਲ ਦੇ ਸ਼ੇਰ, ਮੋੜਾ, ਜੇਰਾ, ਹਾਣੀ, ਮੂਮਲ, ਮਨੁੱਖਤਾ, ਰੂਪਧਾਰਾ, ਤਾਰੀਖ ਵੇਖਦੀ ਹੈ, ਮਿੱਤਰ ਪਿਆਰੇ ਨੂੰ, ਬਰਫ਼ ਦੀ ਅੱਗ, ਲਹੂ ਦੀ ਲੋ, ਖੂਨ ਦੇ ਸੋਲੇ, ਗਾਵੀਆ ਨਾਨਕ,
ਤੌਸ਼ਾਲੀ ਦੀ ਹੰਸੋ, ਇੱਕ ਹੈਲਨ ਹੋਰ, ਅਹਿਸਾਸ ਦੇ ਐਨਿਆਂ ਚੋਂ ਠੋ ਸੂਰਮਾ ਆਦਿ ਗਿਣੇ ਜਾ ਸਕਦੇ ਹਨ। ਕੰਡੇ, ਜ਼ਿੰਦਗੀ ਦੂਰ ਨਹੀਂ, ਸੰਦੂਰ, ਫੁੱਲਾਂ ਦਾ ਮਾਲੀ, ਹੌਕਾ ਤੇ ਮੁਸਕਾਨ, ਰੂਹ ਦਾ ਹਾਣ, ਮਾਈ ਦਾ ਲਾਲ, ਗੁਆਚੀ ਪੱਗ, ਚਿੱਕੜ ਦੇ ਕਮਲ ਤੇ ਲੰਮੇ ਵਾਲਾਂ ਦੀ ਪੀੜ ਕਹਾਣੀ ਸੰਗ੍ਰਹਿ ਹਨ। ਮਰਨ ਮਿੱਤਰਾਂ ਦੇ ਅੱਗੇ ਤੇ ਜੂਹੂ ਦਾ ਮੋਤੀ, ਰੇਖਾ ਚਿੱਤਰਾਂ ਦੇ ਸੰਗ੍ਰਹਿ ਤੇ ਭਾਵਨਾ ਦੇ ਤੇ ਸਾਧਨਾ ਕਾਵਿ ਸੰਗ੍ਰਹਿ ਹਨ। ਨਿਬੰਧਾਂ ਦੀਆਂ ਵੀ ਦਰਜਨ ਤੋਂ ਵੱਧ ਕਿਤਾਬਾਂ ਲਿਖੀਆਂ ਹਨ, ਜਿਨ੍ਹਾਂ 'ਚ ਜਿੱਤਨਾਮਾ, ਦੂਜਾ ਜ਼ਫਰਨਾਮਾ, ਸਿੱਖ ਜਦੋਜਹਿਦ ਜਾਰੀ ਰਹੇ, ਕਵਲ ਕਹਿੰਦਾ ਰਿਹਾ, ਆਪਣਾ ਕੌਮੀ ਘਰ, ਹਾਲ ਮੁਰੀਦਾਂ ਦਾ, ਸਾਡੇ ਦੋਸਤ ਸਾਡੇ ਦੁਸ਼ਮਣ, ਪੰਜਾਬ ਦਾ ਸੱਚ, ਸੱਚ ਕੀ ਵੇਲਾ, ਕੌਮੀ ਲਲਕਾਰ, ਪੰਜਾਬ ਤੇਰਾ ਕੀ ਬਣੂ ਤੇ ਰੁੜ ਚਲਿਆ ਪੰਜਾਬ ਗਿਣਾਏ ਜਾ ਸਕਦੇ ਹਨ। ਆਪਣੀ ਜੀਵਨ ਵਿਥਿਆ ਪੁੰਨਿਆਂ ਦਾ ਚਾਨਣ ਵੀ ਲਿਖੀ ਹੈ। ਉਹਦਾ ਲਿਖਣ ਮੇਜ਼ ਚੌਰਸ ਸਟੂਲ ਵਰਗਾ ਹੈ, ਜਿਹਦੀ ਉਮਰ ਅੱਧੀ ਸਦੀ ਤੋਂ ਵੱਧ ਹੈ। ਮੇਜ਼ ਪਿੰਡ ਦੇ ਕਾਰੀਗਰ ਨੇ ਬਣਾਇਆ ਸੀ। ਮੇਜ਼ ਨਾਲ ਦੀ ਪੁਰਾਣੀ ਕੁਰਸੀ ਹੈ, ਜਿਹੜੀ ਹਲਕੇ ਫੁਲਕੇ ਕਮਲ ਦਾ ਭਾਰ ਸਹਿਣ ਜੋਗੀ ਹੀ ਹੈ। ਇੱਕ ਵਾਰ ਮੈਂ ਉਹਦੇ ਤੇ ਬੈਠਾ ਤਾਂ ਉਹਦਾ ਜੜਾਕਾ ਪੈ ਗਿਆ, ਪਰ ਪੱਤੀਆਂ ਤੇ ਮੇਖਾਂ ਲਵਾ ਕੇ ਕਮਲ ਨੇ ਫਿਰ ਬਹਿਣ ਜੋਗੀ ਕਰ ਲਈ। ਫਿਰ ਮੈਂ ਉਹਦੇ ਉੱਤੇ ਬਹਿਣ ਦਾ ਖਤਰਾ ਨਹੀਂ ਸਹੇੜਿਆ। ਪਿਛਲੇ ਮਿਲਣੀ ਵੇਲੇ ਜੀ ਤਾਂ ਕਰਦਾ ਸੀ ਕਿ ਬਹਿ ਕੇ ਵੇਖਾਂ, ਪਰ ਹੱਥ ਫੇਰ ਕੇ ਹੀ ਸਾਰ ਲਿਆ। ਸ਼ਿਵਾਸ਼ ਰੀਗਲ ਜ਼ਰੂਰ ਉਹਦੇ ਤੇ ਰੱਖੀ। ਉਹ ਕੁਰਸੀ ਮੇਜ਼ ਬਾਹਰ ਬਰਾਂਡੇ 'ਚ ਜਾਂ ਰੁੱਖ ਹੇਠ ਡੱਠੇ ਰਹਿੰਦੇ ਹਨ ਤੇ ਮੀਂਹ ਕਣੀ 'ਚ ਭਿੱਜਦੇ ਰਹੇ ਹਨ। ਅੱਧੀ ਸਦੀ ਦੀਆਂ ਵਾਵਾਂ ਉਸ ਮੇਜ਼ ਕੁਰਸੀ ਤੇ ਲੰਘੀਆਂ ਹਨ। ਪਿਛਲੀ ਵਾਰ ਉਹ ਬੈਠਕ ਵਿੱਚ ਰੱਖੇ ਵੇਖੇ, ਕਮਲ ਨੂੰ ਵਹਿਮ ਵਰਗਾ ਵਿਸ਼ਵਾਸ ਹੈ ਕਿ ਉਹ ਉਸ ਮੇਜ਼ ਕੁਰਸੀ ਤੇ ਹੀ ਚੰਗਾ ਲਿਖ ਸਕਦਾ ਹੈ। ਜੇ ਉਸ ਮੇਜ਼ ਕੁਰਸੀ ਦੀ ਬੋਲੀ ਲੱਗੇ ਤਾਂ ਮੈਨੂੰ ਲੱਗਦਾ ਹੈ ਕੋਈ 1000 ਰੁਪਏ ਦੀ ਬੋਲੀ ਵੀ ਨਾ ਦੇਵੇ, ਕਿਉਂਕਿ ਪੰਜਾਬੀ ਇੰਨੇ ਬੇਪਰਵਾਹ ਹਨ ਕਿ ਉਹ ਲੇਖਕਾਂ ਦੀਆਂ ਨਿਸ਼ਾਨੀਆਂ ਨੂੰ ਟਿੱਚ ਸਮਝਦੇ ਹਨ। ਸਾਡੇ ਹਾਕੀ ਦੇ ਖਿਡਾਰੀ ਓਲੰਪਿਕ ਖੇਡਾਂ ਦੇ ਗੋਲਡ ਮੈਡਲ ਜਿੱਤਦੇ ਰਹੇ, ਪਰ ਜਿਨ੍ਹਾਂ ਹਾਕੀਆਂ ਨਾਲ ਗੋਲ ਕੀਤੇ ਗਏ, ਉਹਨਾਂ ਨੂੰ ਸੰਭਾਲਣ ਦੀ ਥਾਂ ਉਹ ਹਾਕੀਆਂ ਚੁੱਲ੍ਹਿਆਂ ਦਾ ਬਾਲਣ ਬਣੀਆਂ। ਸੰਭਵ ਹੈ ਕਿਸੇ ਦਿਨ ਕਮਲ ਦੀ ਕੁਰਸੀ ਤੇ ਮੇਜ਼ ਦਾ ਵੀ ਇਹੋ ਹਾਲ ਹੋਵੇ। ਕਮਲ ਨਾਲ ਦੇ ਹੋਰਨਾਂ ਪੰਜਾਬੀ ਲੇਖਕਾਂ ਨਾਲ ਸੰਬੰਧਿਤ ਵਸਤਾਂ ਸੰਭਾਲੇ ਜਾਣ ਦੀ ਲੋੜ ਹੈ। ਇੰਗਲੈਂਡ ਵਾਸੀਆਂ ਨੇ ਸਦੀਆਂ ਪਹਿਲਾਂ ਸ਼ੇਕਸਪੀਅਰ ਤੇ ਹੋਰਨਾਂ ਲੇਖਕਾਂ ਦੀਆਂ ਵਸਤਾਂ ਸੰਭਾਲ ਲਈਆਂ ਸਨ। ਇੱਥੇ ਤਾਂ ਅੰਮ੍ਰਿਤਾ ਪ੍ਰੀਤਮ ਦਾ ਯਾਦਗਾਰੀ ਘਰ ਉਹਦੇ ਪੁੱਤਰ ਨੇ ਢੁਆ ਦਿੱਤਾ। 1996 'ਚ ਜਦੋਂ ਮੈਂ ਅਮਰਦੀਪ ਕਾਲਜ ਮੁਕੰਦਪੁਰ ਦਾ ਪ੍ਰਿੰਸੀਪਲ ਲੱਗਣਾ ਸੀ, ਤਾਂ ਕਮਲ ਤੇ ਮੈਂ ਡਾਕਟਰ ਸਰਦਾਰਾ ਸਿੰਘ ਜੌਹਲ ਨੂੰ ਮਿਲਣ ਲੁਧਿਆਣੇ ਗਏ। ਮੁੜਦਿਆਂ ਮੁੱਲਾਂਪੁਰ ਲੰਘ ਕੇ ਮੈਂ ਉਂਝ ਹੀ ਕਮਲ ਤੋਂ ਉਹਦੀ ਉਮਰ ਪੁੱਛ ਬੈਠਾ। ਉਹਨੇ 77 ਸਾਲ ਦੱਸੀ। ਜਨਮ ਦਿਨ ਪੁੱਛਿਆ ਤਾਂ ਸਬੱਬੀ ਉਦਣ ਹੀ ਉਹਦਾ ਜਨਮ ਦਿਨ ਸੀ। ਮੈਂ ਆਖਿਆ, ਚਲੋ ਅੱਜ ਢੁੱਡੀ ਕੇ ਚੱਲ ਕੇ ਤੁਹਾਡਾ ਜਨਮ ਦਿਨ ਮਨਾਵਾਂਗੇ। ਉਹਨੇ ਕਿਹਾ, ਅੱਗੇ ਤਾਂ ਕਦੇ ਮਨਾਇਆ ਨਹੀਂ। ਮੈਂ ਕਿਹਾ, ਅੱਗੇ ਤਾਂ ਪਤਾ ਨਹੀਂ ਸੀ, ਅੱਜ ਪਤਾ ਲੱਗ ਗਿਆ। ਅਸੀਂ ਜਗਰਾਓਂ ਅੱਪੜੇ ਤੇ ਇੱਕ ਰੇਹੜੀ ਤੇ ਦਸ਼ਹਿਰੀ ਅੰਬ ਆਏ ਵੇਖੇ। ਕਮਲ ਨੇ ਕਿਹਾ, ਇਹ ਅੰਬ ਤਾਂ ਡਾਕਟਰ ਨੂੰ ਵੀ ਸਵਾਦ ਲੱਗੂ, ਪਰ ਚੂਪੂ ਇੱਕੋ ਹੀ। ਉਹਦਾ ਇਸ਼ਾਰਾ ਡਾਕਟਰ ਜਸਵੰਤ ਸਿੰਘ ਗਿੱਲ ਵੱਲ ਸੀ, ਜੋ ਉਹਦੀ ਪ੍ਰੇਮਿਕਾ ਪਤਨੀ ਬਣ ਕੇ ਬਾਹਰਲੇ ਘਰ ਰਹਿ ਰਹੀ ਸੀ। ਕਮਲ ਦੇ ਬੱਚੇ ਉਹਨੂੰ ਮਾਸੀ ਸੱਦਦੇ ਸਨ। ਦਸ਼ਹਿਰੀ ਅੰਬ ਉਹਦੀ ਪਸੰਦ ਸੀ। ਇਕੱਠੇ ਰਹਿਣ ਤੋਂ ਪਹਿਲਾਂ ਦੋਹਾਂ ਜਸਵੰਤ ਗਿੱਲਾਂ ਨੇ ਫੈਸਲਾ ਕੀਤਾ ਸੀ ਕਿ ਉਹ ਕੋਈ ਬੱਚਾ ਪੈਦਾ ਨਹੀਂ ਕਰਨਗੇ। ਡਾਕਟਰ ਜਸਵੰਤ ਗਿੱਲ ਨੇ ਕਮਲ ਨੂੰ ਦੱਸੇ ਬਿਨਾਂ ਉਹਨੇ ਇੱਕ ਵਾਰ ਗਰਭਪਾਤ ਵੀ ਕਰਵਾਇਆ। ਕਮਲ ਨੂੰ ਮਿਲਣ ਤੋਂ ਪਹਿਲਾਂ ਉਹਨੇ ਵਿਆਹ ਵੀ ਨਹੀਂ ਸੀ ਕਰਾਇਆ। ਕਮਲ ਦੀ ਪਹਿਲੀ ਪਤਨੀ ਮੁਖਤਿਆਰ ਕੌਰ ਨਾਲ ਕਮਲ ਦੀ ਮੰਗਣੀ ਬਚਪਨ 'ਚ ਹੀ ਹੋ ਗਈ ਸੀ। ਵਿਆਹ 1942 'ਚ ਹੋਇਆ ਸੀ। ਉਹਨੂੰ ਵਿਆਹੁਣ ਲਈ 20 ਕੁ ਬੰਦਿਆਂ ਦੀ ਜਨ ਰੱਥਾਂ ਗੱਡਿਆਂ ਉੱਤੇ ਗਈ ਸੀ। ਉਸ ਦਰਿਆ ਦਿਲ ਸੁਆਣੀ ਨੇ ਆਪਣੀ ਸੌਂਕਣ ਬਰਦਾਸ਼ਤ ਕਰੀ ਰੱਖੀ। ਆਪ ਉਹ ਅੰਦਰਲੇ ਘਰ ਰਹੀ ਤੇ ਬਾਅਦ 'ਚ ਆਈ ਬਾਹਰਲੀ ਕੋਠੀ 'ਚ ਰਹੀ। ਢੁੱਡੀਕੇ ਦਾ ਲੇਖਕ ਡਾਕਟਰ ਅਜੀਤ ਸਿੰਘ ਉਹਨਾਂ ਨੂੰ ਅੰਦਰਲੀ ਤੇ ਬਾਹਰਲੀ ਚਾਚੀ ਕਹਿੰਦਾ ਸੀ। ਅਜੀਤ ਸਿੰਘ ਜਦੋਂ ਢੁੱਡੀਕੇ ਸੀ ਤਾਂ ਆਪਣੇ ਨਾਂ ਨਾਲ ਪੰਛੀ ਦਾ ਤਖੱਲਸ ਲਾਉਂਦਾ ਸੀ, ਜੋ ਉਹਨੇ ਦਿੱਲੀ ਜਾ ਕੇ ਉਡਾ ਦਿੱਤਾ। ਮੈਂ ਉਹਨਾਂ ਦੇ ਨੇੜੇ ਹੀ ਰਹਿੰਦਾ ਰਿਹਾ, ਪਰ ਹੋਣ ਕਾਰਨ ਚਸ਼ਮਦੀਦ ਗਵਾਹ ਹਾਂ ਕਿ ਦੋਹਾਂ ਪਤਨੀਆਂ ਵਿਚਕਾਰ ਕਦੇ ਤਕਰਾਰ ਨਹੀਂ ਸੁਣੀ। ਪਿੰਡ ਵਿੱਚ ਵੀ ਕਮਲ ਦੀ ਬਦਖੋਈ ਨਹੀਂ ਸੁਣੀ। ਬਾਹਰਲੇ ਲੋਕ ਜੋ ਮਰਜ਼ੀ ਪੈ ਕਹਿਣ, ਬਾਹਰਲਿਆਂ ਨੇ ਬਹੁਤ ਸਾਰੀਆਂ ਗੱਲਾਂ ਬਿਨਾਂ ਕਿਸੇ ਆਧਾਰ ਦੇ ਜੋੜੀਆਂ ਹੋਈਆਂ ਨੇ। ਉਹਦੀ ਧੀ ਦੇ ਕਤਲ ਬਾਰੇ ਵੀ ਬਹੁਤ ਸਾਰਿਆਂ ਨੇ ਬੇਸਿਰ ਪੈਰ ਮਾਰੀਆਂ ਨੇ। ਪਿੰਡ ਵਾਲਿਆਂ ਨੂੰ ਹਕੀਕਤ ਦਾ ਪਤਾ ਹੈ, ਉਹਦੇ ਵਿੱਚ ਕਮਲ ਦਾ ਕੋਈ ਕਸੂਰ ਨਹੀਂ। ਡਾਕਟਰ ਜਸਵੰਤ ਗਿੱਲ ਤੇ ਢੁੱਡੀਕੇ ਰਹਿਣ ਨਾਲ ਪਿੰਡ ਦੀਆਂ ਔਰਤਾਂ ਨੂੰ ਬੜਾ ਸੁੱਖ ਹੋ ਗਿਆ ਸੀ ਤੇ ਉਸ ਤੋਂ ਦਵਾਈ ਬੂਟੀ ਲੈਂਦੀਆਂ ਰਹਿੰਦੀਆਂ ਸਨ।
ਸਲਾਹਾਂ ਲੈਣ ਵੀ ਆ ਜਾਂਦੀਆਂ। ਅਸੀਂ ਕਾਲਜ ਵਿੱਚ ਸਿਹਤ ਸੰਭਾਲ ਬਾਰੇ ਲੈਕਚਰ ਕਰਵਾ ਲੈਂਦੇ ਸਾਂ। ਇੱਕ ਵਾਰ ਤਪਦੇ ਦੁਪਹਿਰੇ ਕਮਲ ਉਹਨੂੰ ਸਾਈਕਲ ਦੇ ਕੈਰੀਅਰ ਪਿੱਛੇ ਬਹਾ ਕੇ ਕਾਲਜ ਛੱਡਣ ਆਇਆ। ਕਮਲ ਸਾਈਕਲ ਚਲਾਉਣ ਦਾ ਸ਼ੌਕੀਨ ਸੀ। ਪਿੰਡ ਵਿੱਚ ਉਹ ਸਧਾਰਨ ਬੰਦਿਆਂ ਵਾਂਗ ਵਿਚਰਦਾ ਹੈ ਤੇ ਕਈ ਵਾਰ ਤੰਬਾ ਲਾ ਕੇ ਤੁਰਿਆ ਫਿਰਦਾ ਹੈ। ਡਾਕਟਰ ਜਸਵੰਤ ਗਿੱਲ ਨਾਲ ਸੰਬੰਧ ਜੁੜਨ ਦਾ ਕਿੱਸਾ ਕਮਲ ਦੀ ਜ਼ੁਬਾਨੀ ਹੀ ਸੁਣੋ। ਉਹ ਨਾਵਲ ਰਾਤ ਬਾਕੀ ਹੈ ਦੀ ਦੇਣ ਸੀ। ਉਹਨੇ ਇਹ ਨਾਵਲ ਪੜ੍ਹ ਕੇ ਇੱਕ ਲੰਮੀ ਚਿੱਠੀ ਲਿਖੀ ਤੇ ਨਾਵਲ ਦੀ ਨਾਇਕਾ ਰਾਜ ਦੀ ਮੌਤ ਉੱਤੇ ਬਹੁਤ ਇਤਰਾਜ਼ ਕੀਤਾ ਸੀ ਤੇ ਮੇਰੇ ਨਾਲ ਲੜੀ ਵੀ ਸੀ। ਫਿਰ ਮੈਂ ਉਹਨੂੰ ਨਾਵਲ ਅੰਦਰਲੀ ਸਾਰੀ ਗੱਲ ਸਮਝਾਈ, ਜਿਸ ਨਾਲ ਸਾਡੀ ਗੱਲਬਾਤ ਤੁਰ ਪਈ। ਇੱਕ ਵਾਰੀ ਮੈਂ ਉਹਨੂੰ ਚੰਡੀਗੜ੍ਹ ਮਿਲਣ ਗਿਆ, ਪਰ ਉਹ ਆਪਣੇ ਭਰਾ ਦੀ ਬਿਮਾਰੀ ਕਾਰਨ ਦਿੱਲੀ ਗਈ ਹੋਈ ਸੀ ਤੇ ਮੈਨੂੰ ਨਾ ਮਿਲ ਸਕੀ। ਮੈਂ ਦਿੱਲੀ ਇੱਕ ਪ੍ਰੋਗਰਾਮ 'ਤੇ ਗਿਆ। ਉੱਥੇ ਮੈਨੂੰ ਹਾਸ ਵਿਅੰਗ ਲੇਖਕ ਪਿਆਰਾ ਸਿੰਘ ਦਾਤਾ ਨੇ ਦੱਸਿਆ ਕਿ ਡਾਕਟਰ ਜਸਵੰਤ ਗਿੱਲ ਤੈਨੂੰ ਮਿਲਣਾ ਚਾਹੁੰਦੀ ਹੈ। ਦੂਜੇ ਦਿਨ ਅਸੀਂ 10 ਵਜੇ ਮਿਲੇ। ਸਾਡੀ ਇਹ ਪਹਿਲੀ ਮੁਲਾਕਾਤ ਦਿੱਲੀ ਲਾਲ ਕਿਲ੍ਹੇ ਦੇ ਬਾਹਰ ਉਜਾੜ ਜਿਹੀ ਥਾਂ ਹੋਈ। ਅਸੀਂ ਫਿਰ ਇੱਕ ਦੂਜੇ ਨੂੰ ਮਿਲਦੇ ਰਹੇ। ਚੰਡੀਗੜ੍ਹ ਇੱਕ ਦਿਨ ਜਸਵੰਤ ਗਿੱਲ ਨੇ ਮੇਰੇ ਨਾਲ ਵਿਆਹ ਬਾਰੇ 2 ਟੁਕ ਫੈਸਲਾ ਕਰਨ ਲਈ ਜ਼ੋਰ ਪਾਇਆ, ਜਿਹਨੂੰ ਮੰਨ ਕੇ ਮੈਂ ਉਹਦੇ ਨਾਲ ਤੁਰ ਪਿਆ। ਇਹ ਫੈਸਲਾ ਮੈਨੂੰ ਜਸਵੰਤ ਗਿੱਲ ਦੀ ਜ਼ਿੱਦ ਕਾਰਨ ਲੈਣਾ ਪਿਆ। ਫੈਸਲਾ ਕਰਕੇ ਅਸੀਂ ਚੰਡੀਗੜ੍ਹ ਦੇ ਨੇੜੇ ਇਤਿਹਾਸਿਕ ਗੁਰਦੁਆਰਾ ਨਾਢਾ ਸਾਹਿਬ ਆਏ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਾਹਮਣੇ ਖੜ੍ਹ ਕੇ ਇਕੱਠਿਆਂ ਜੀਣ ਦਾ ਪ੍ਰਣ ਲੈ ਕੇ ਦੋਵਾਂ ਨੇ ਇਕੱਠਿਆਂ ਹੀ ਮੱਥਾ ਟੇਕਿਆ ਤੇ ਦੇਗ ਲਈ ਸੀ। ਅਸੀਂ ਦੋਵਾਂ ਨੇ ਕੋਈ ਰਸਮੀ ਵਿਆਹ ਨਹੀਂ ਸੀ ਕੀਤਾ, ਸਿਰਫ ਗੁਰੂ ਦੇ ਸਾਹਮਣੇ ਇੱਕ ਦੂਜੇ ਦੇ ਹੋ ਗਏ ਸੀ। ਦੋਹਾਂ ਦੇ ਇਕੱਲਿਆਂ ਕੀਤੇ ਫੈਸਲੇ ਨੂੰ ਅਸੀਂ ਤਾ ਉਮਰ ਨਿਭਾਇਆ। ਜਿਸ ਘਰ ਅੰਦਰ ਆਪਾਂ ਬੈਠੇ ਹਾਂ, ਇਸ ਅੰਦਰ ਹੀ ਉਹ ਮੇਰੇ ਪਾਸ ਰਹਿੰਦੀ ਰਹੀ। ਇਹ ਕੋਠੀ ਮੈਂ ਉਹਦੇ ਲਈ ਹੀ ਤਿਆਰ ਕਰਵਾਈ ਸੀ, ਪਰ ਉਹਨੇ ਕੋਈ ਔਲਾਦ ਪੈਦਾ ਨਹੀਂ ਕੀਤੀ। ਉਹਨੇ ਸਿਹਤ ਵਿਗਿਆਨ ਉੱਪਰ 15 ਕਿਤਾਬਾਂ ਲਿਖੀਆਂ ਜੋ ਬਹੁਤ ਮਕਬੂਲ ਹੋਈਆਂ। ਦੂਜੀ ਪਤਨੀ ਦੇ ਤੌਰ 'ਤੇ ਉਹਨੇ ਮੇਰੇ ਨਾਲ ਵਿਆਹੁਤਾ ਸੰਬੰਧ ਰਹੇ ਤੇ ਅਸੀਂ ਇਕੱਠਿਆਂ ਨੇ ਸਾਰਾ ਭਾਰਤ ਤੇ ਦੁਨੀਆ ਘੁੰਮੀ। ਉਹ 1997 'ਚ ਸੁਰਗਵਾਸ ਹੋਈ। ਗੱਲ ਫਿਰ ਅੰਬਾਂ 'ਤੇ ਲਿਆਉਂਦੇ ਹਾਂ। ਜਗਰਾਓਂ ਗੱਡੀ ਤੋਂ ਉਤਰ ਕੇ ਮੈਂ ਅੰਬ ਲੈਣ ਲੱਗਾ ਤਾਂ ਕਮਲ ਮਗਰੇ ਉਤਰ ਆਇਆ। ਕਹਿਣ ਲੱਗਾ, ਅੰਬ ਮੈਂ ਖਰੀਦੂੰ, ਜਨਮ ਦਿਨ ਮੇਰਾ ਹੈ। ਉਹਨੇ 10-12 ਅੰਬ ਚੁਣੇ ਜੋ 2 ਕਿਲੋ ਬਣੇ। ਮੈਂ ਆਖਿਆ, ਕਮਲ ਸਾਹਿਬ, ਇੰਨੇ ਅੰਬਾਂ ਨਾਲ ਨਹੀਂ ਸਰਨਾ। 77ਵਾਂ ਜਨਮ ਦਿਨ ਮਨਾਉਣ ਲੱਗਿਆ, ਘੱਟੋ ਘੱਟ 77 ਅੰਬ ਤਾਂ ਹੋਣ। ਨਾਲੇ ਏਡੇ ਵੱਡੇ ਲੇਖਕ ਉਹ, ਅੰਬਾਂ ਨੂੰ ਹੱਥ ਪਾ ਹੀ ਲਿਆ ਤਾਂ ਕੰਜੂਸੀ ਕਿਉਂ ਕਰਦੇ ਹੋ? ਕਮਲ ਨੇ ਰੇਹੜੀ ਵਾਲੇ ਨੂੰ ਪੈਸੇ ਦਿੱਤੇ ਤੇ ਮੈਨੂੰ ਜਵਾਬ ਦਿੱਤਾ, ਬੱਲੇ ਓਏ ਤੇਰੇ ਅਰਗਿਆਂ ਦੇ ਆਖੇ ਲੱਗ ਕੇ ਮੈਂ ਝੁੱਗਾ ਨਹੀਂ ਚੌੜ ਕਰਾਉਣਾ। ਮੈਂ ਤਾਂ ਫਿਰ ਵੀ 2 ਕਿਲੋ ਅੰਬ ਲੈ ਲਏ। ਜਾ ਸੇਖੋਂ ਤੋਂ ਕਿਲੋ ਹੀ ਲੈ ਕੇ ਦਿਖਾ ਦੇ, ਨਾਲੇ ਉਹ ਮੈਥੋਂ ਵੀ ਵੱਡਾ ਹੈ। ਮੈਂ ਮਨ 'ਚ ਕਿਹਾ, ਬੱਲੇ ਓਏ ਪੰਜਾਬੀ ਸਾਹਿਤ ਦੇ ਸਰੂ ਤੇ ਬੋੜੋ ਮੰਨ ਗਏ ਤੁਹਾਨੂੰ ਵੀ, ਨਹੀਂ ਰੀਸਾਂ ਤੁਹਾਡੀਆਂ। ਅਜੀਤਵਾਲ ਤੋਂ ਢੁੱਡੀਕੇ ਨੂੰ ਮੁੜੇ ਤਾਂ ਕਮਲ ਕਹਿਣ ਲੱਗਾ, ਮੇਰਾ ਜੀਅ ਕਰਦਾ ਮੈਂ 84 ਸਾਲ ਜੀਵਾਂ, ਨਾਲੇ 84 ਕੱਟੀ ਜਾਊ। ਉਦੋਂ ਉਹਨੂੰ ਦਿਲ ਦੀ ਤਕਲੀਫ ਹੋਈ ਸੀ ਤੇ ਡਾਕਟਰ ਨੇ ਚੁਕੰਨੇ ਹੋਣ ਲਈ ਕਿਹਾ ਸੀ। ਉਹਨੂੰ ਲੱਗਣ ਲੱਗਾ ਸੀ ਕਿ ਬਹੁਤੇ ਸਾਲ ਨਹੀਂ ਜੀਏਗਾ। ਜੇ 84 ਨੂੰ ਅੱਪੜ ਜੇ ਤਾਂ ਗਨੀਮਤ ਹੈ, ਪਰ ਕੁਦਰਤ ਨੂੰ ਕੁਝ ਹੋਰ ਮਨਜ਼ੂਰ ਸੀ। ਉਹਦਾ 90ਵਾਂ ਜਨਮ ਦਿਨ 2009 'ਚ ਢੁੱਡੀਕੇ ਦੇ ਮੇਲੇ 'ਚ ਮਨਾਇਆ ਗਿਆ। ਮੈਂ ਮਾਈਕ ਤੋਂ ਮੇਲੀਆਂ ਨੂੰ ਕਿਹਾ, ਆਓ ਕਮਲ ਨੂੰ ਵਧਾਈਆਂ ਦਈਏ ਤੇ ਦੁਆ ਕਰੀਏ ਵੀ ਇਸ ਮੇਲੇ ਦਾ ਬਾਨੀ ਬਾਈ ਕਮਲ 100 ਸਾਲ ਜੀਏ। ਢੁੱਡੀਕੇ ਦਾ ਲਾਜਪਤ ਰਾਏ ਖੇਡ ਮੇਲਾ ਕਮਲ ਦੀ ਪਹਿਲ ਕਦਮੀ ਨਾਲ 50ਵਿਆਂ ਵਿੱਚ ਸ਼ੁਰੂ ਹੋਇਆ ਸੀ। ਉਹ ਪਿੰਡ ਦਾ ਸਰਪੰਚ ਸੀ। ਉਹਨੇ ਲੜਾਈਆਂ ਝਗੜਿਆਂ ਦਾ ਮੂੰਹ ਖੇਡ ਮੁਕਾਬਲਿਆਂ ਵੱਲ ਮੋੜ ਦਿੱਤਾ ਸੀ। 2010 ਵਿੱਚ ਸਮੁੱਚੇ ਪਿੰਡ ਵਾਸੀਆਂ ਨੇ ਉਹਦਾ 91ਵਾਂ ਜਨਮ ਦਿਨ ਮਨਾਇਆ। ਉਹਦਾ ਸੇਰ ਲਹੂ ਵੱਧ ਗਿਆ। 92ਵਾਂ, 93ਵਾਂ, 94ਵਾਂ, 95ਵਾਂ ਜਨਮ ਦਿਨ ਵੀ ਪਿੰਡ ਵੱਲੋਂ ਮਨਾਏ ਗਏ। ਇਉਂ ਜੇ ਹਰੇਕ ਸਾਲ ਉਹਦੇ ਜਨਮ ਦਿਨ ਮਨਾਏ ਜਾਂਦੇ ਰਹੇ ਤਾਂ ਲੱਗਦਾ ਉਹ ਸੈਂਚੁਰੀ ਮਾਰ ਹੀ ਜਾਏਗਾ। ਉਂਝ ਕ੍ਰਿਕਟ ਦੇ ਖਿਡਾਰੀਆਂ ਵਾਂਗ ਵਧੇਰੇ ਰਿਸਕੀ ਦੌੜਾਂ 95 ਤੋਂ 100 ਵਿਚਕਾਰਲੀਆਂ ਹੀ ਹੁੰਦੀਆਂ। 24 ਜੂਨ 1967 ਦਾ ਦਿਨ ਸੀ। ਲਾਲਾ ਲਾਜਪਤ ਰਾਏ ਜਨਮ ਸਥਾਨ ਮੈਮੋਰੀਅਲ, ਜਿਹਨੂੰ ਪਿੰਡ ਵਾਲੇ ਲਾਲੇ ਦੀ ਜਗ੍ਹਾ ਕਹਿੰਦੇ ਹਨ, ਉੱਥੇ ਲੈਕਚਰਾਰਾਂ ਦੀ ਇੰਟਰਵਿਊ ਹੋਈ। ਚੋਣ ਕਮੇਟੀ 'ਚ ਲਾਲਾ ਜੀ ਦਾ ਸਾਥੀ ਤੇ ਕਾਲਜ ਕਮੇਟੀ ਦਾ ਪ੍ਰਧਾਨ ਲਾਲਾ ਮੋਹਨ ਲਾਲ, ਪ੍ਰਿੰਸੀਪਲ ਐਲ ਰਾਮਾਚੰਦਰਨ, ਸਕੱਤਰ ਸਤਪਾਲ ਗਰੋਵਰ, ਜਸਵੰਤ ਸਿੰਘ ਕੰਵਲ ਤੇ ਚੂੜ ਚੱਕ ਦਾ ਜਥੇਦਾਰ ਭਜਨ ਸਿੰਘ ਸਿੱਧੂ ਬੈਠੇ ਸਨ। ਜਥੇਦਾਰ ਹਰੇਕ ਉਮੀਦਵਾਰ ਨੂੰ ਇੱਕੋ ਸਵਾਲ ਪੁੱਛਦਾ, ਸੱਚੋ ਸੱਚ ਦੱਸ, ਸ਼ਰਾਬ ਪੀ ਲੈਂਦਾ? ਹਰੇਕ ਹੀ ਕਹਿ ਦਿੰਦਾ, ਨਹੀਂ ਜੀ, ਮੈਂ ਤਾਂ ਕਦੇ ਨਹੀਂ ਪੀਤੀ। ਇਹ ਗੱਲ ਇੰਟਰਵਿਊ ਦੇ ਕੇ ਆਇਆ ਉਮੀਦਵਾਰ ਹੋਰਨਾਂ ਨੂੰ ਆ ਦੱਸਦਾ। ਮੇਰੀ ਵਾਰੀ ਆਈ ਤਾਂ ਜਥੇਦਾਰ ਨੇ ਪੁੱਛਿਆ, ਤੁਹਾਡੇ ਪਿੰਡ ਸਿੱਧੂ ਹੈਗੇ?
ਮੈਂ ਕਿਹਾ ਹਾਂਜੀ ਹੈਗੇ। ਫਿਰ ਪੁੱਛਣ ਲੱਗਾ ਤੂੰ ਕਿਹਨਾਂ ਚੋਂ ਹੈ, ਕਿਉਂਕਿ ਮੇਰੇ ਨਾਂ ਨਾਲ ਗੋਤ ਨਹੀਂ ਸੀ ਲੱਗਾ ਹੋਇਆ। ਇਸ ਲਈ ਜਥੇਦਾਰ ਤਸੱਲੀ ਕਰਨੀ ਚਾਹੁੰਦਾ ਸੀ ਕਿ ਉਹ ਭਾਈ ਕਿਹਨਾਂ ਚੋਂ ਹੈ। ਮੈਂ ਆਖਿਆ ਮੈਂ ਸੰਧੂਆਂ ਚੋਂ ਹਾਂ। ਉਹਨੇ ਫਿਰ ਉਹੀ ਸ਼ਰਾਬ ਪੀਣ ਵਾਲਾ ਸਵਾਲ ਪੁੱਛਿਆ। ਮੈਂ ਮਚਲਾ ਬਣਦਿਆਂ ਕਿਹਾ ਮੈਨੂੰ ਤੁਹਾਡੇ ਸਵਾਲ ਦੀ ਸਮਝ ਨਹੀਂ ਆਈ। ਕੁਝ ਦਿਨ ਪਹਿਲਾਂ ਹੀ ਮੈਂ ਪਊਆ ਪੀ ਕੇ ਕਲਪਨਾ ਦੇ ਘੋੜੇ 'ਤੇ ਸਵਾਰ ਹੋਇਆ 1 ਮਣ ਦੀ ਥਾਂ 9 ਮਣ ਮੈਕਸੀਕਨ ਕਣਕ ਦਾ ਬੀਜ ਲੈ ਆਇਆ ਸੀ, ਜਿਸ ਨਾਲ ਘਰ ਦੀ ਆਰਥਿਕਤਾ ਸੁਧਰਨੀ ਸੀ। ਪੀਤੀ ਤੇ ਪਰਦਾ ਕਿਵੇਂ ਪਾਉਂਦਾ? ਕਮਲ ਨੇ ਵਿੱਚੋਂ ਹੀ ਕਿਹਾ ਚਲੋ ਛੱਡੋ, ਕੁਝ ਹੋਰ ਸਵਾਲ ਪੁੱਛੋ। ਪਰ ਜਥੇਦਾਰ ਨੇ ਖੰਗੂਰਾ ਮਾਰ ਕੇ ਫਿਰ ਉਹੀ ਸਵਾਲ ਕੀਤਾ, ਕਾਕਾ ਤੂੰ ਜੱਟਾਂ ਦਾ ਮੁੰਡਾ ਹੈ? ਮੈਂ ਪੁੱਛਦਾ ਘੁੱਟ ਪੀ ਵੀ ਲੈਣਾ? ਮੈਨੂੰ ਲੱਗਾ ਕਿ ਇਹ ਭਾਈ ਉਸੇ ਦੇ ਹੱਕ 'ਚ ਭੁਗਤੂ ਜਿਹੜਾ ਇਹਨੂੰ ਪਿਆਊ। ਮੈਂ ਮੁਸਕਰਾ ਕੇ ਆਖਿਆ ਜਦੋਂ ਆਖੋਗੇ ਪ੍ਰੋਗਰਾਮ ਬਣਾ ਲਵਾਂਗੇ, ਬਾਕੀ ਕਵਲ ਸਾਹਿਬ ਨਾਲ ਸਲਾਹ ਕਰ ਲਿਓ। ਕਮਲ ਨੇ ਤਾੜੀ ਮਾਰ ਦਿੱਤੀ। ਕਿਉਂ ਭਜਨ ਸਿਆਂ, ਹੋਰ ਵੀ ਕੁਝ ਪੁੱਛਣਾ ਹੈ? ਮੈਂ ਝੂਠ ਬੋਲਣੋਂ ਵੀ ਬਚ ਗਿਆ ਤੇ ਸੱਚੀ ਗੱਲ ਵੀ ਨਾ ਦੱਸੀ। ਮੇਰੀ ਚੋਣ ਹੋ ਗਈ। ਜੁਲਾਈ 67 ਵਿੱਚ ਮੈਂ ਢੁੱਡੀਕੇ ਦੇ ਕਾਲਜ 'ਚ ਪੜ੍ਹਾਉਣ ਲੱਗਾ ਤਾਂ ਕਮਲ ਜਵਾਨਾਂ ਵਰਗਾ ਸੀ। ਕਾਲਜ ਚਲਾਉਣ ਵਿੱਚ ਪ੍ਰੋਫੈਸਰ ਪ੍ਰੀਤਮ ਸਿੰਘ ਉਹਦਾ ਸਲਾਹਕਾਰ ਸੀ, ਜਿਹਨੇ ਸਲਾਹ ਦਿੱਤੀ ਸੀ ਕਿ ਪੇਂਡੂ ਕਾਲਜ ਚੱਲਦਾ ਰੱਖਣ ਲਈ ਸਟਾਫ ਪੇਂਡੂ ਪਿਛੋਕੜ ਦਾ ਰੱਖਿਓ, ਸ਼ਹਿਰੀਆਂ ਨੇ ਪਿੰਡ 'ਚ ਨਹੀਂ ਟਿਕਣਾ। ਇਸੇ ਸਲਾਹ ਸਦਕਾ ਮੈਨੂੰ ਢੁੱਡੀਕੇ ਲਿਆਂਦਾ ਗਿਆ ਸੀ। ਅਗਸਤ ਵਿੱਚ ਕਮਲ ਨੇ ਮਲਾਇਆ ਨੂੰ ਉਡਾਰੀ ਮਾਰੀ ਤਾਂ ਮੈਂ ਮੁੜ ਦਿੱਲੀ ਨੂੰ ਉਡਾਰੀ ਮਾਰ ਗਿਆ। ਉਹ ਢੁੱਡੀਕੇ ਮੁੜਿਆ ਤਾਂ ਮੈਨੂੰ ਮਿਲਣ ਲਈ ਸੱਦਿਆ। ਮੱਥਾ ਲੱਗਾ ਤਾਂ ਪੈਂਦੀ ਸੱਟੇ ਮਿਹਣਾ ਮਾਰਿਆ। ਜੇ ਪਿੰਡਾਂ ਦੇ ਪੜ੍ਹਿਆਂ ਨੇ ਸ਼ਹਿਰਾਂ ਦੀ ਅੰਗੂਰੀ ਚਰਨੀ ਹੈ ਤਾਂ ਤੁਹਾਨੂੰ ਪੜ੍ਹਾਉਣਾ ਕਾਹਨੂੰ ਸੀ? ਜਾਓ ਚਰੋ ਸ਼ਹਿਰਾਂ ਦੀ ਅੰਗੂਰੀ, ਪਿੰਡਾਂ ਨਾਲ ਤੁਹਾਨੂੰ ਕੀ? ਮਿਹਣਾ ਸਿੱਧਾ ਮੇਰੇ ਸੀਨੇ 'ਚ ਵੱਜਾ ਤੇ ਮੈਂ ਦਿੱਲੀ ਦੀ ਪੱਕੀ ਨੌਕਰੀ ਤੋਂ ਅਸਤੀਫਾ ਦੇ ਦਿੱਤਾ। ਖਾਲਸਾ ਕਾਲਜ ਦੇ ਪ੍ਰਿੰਸੀਪਲ ਗੁਰਬਚਨ ਸਿੰਘ ਬੱਲ ਨੇ ਮੈਨੂੰ ਰੋਕਿਆ, ਪਰ ਮੈਂ ਨਾ ਰੁਕਿਆ। ਮੇਰੀ ਹਿੰਡ ਵੇਖ ਕੇ ਉਹਨੇ ਕਿਹਾ, ਓਨਲੀ ਅ ਜੱਟ ਔਰ ਅ ਫੂਲ ਕੈਨ ਡੂ ਦਿਸ। ਮੈਂ ਕਿਹਾ ਸਰ ਤੁਹਾਡਾ ਅੱਧਾ ਫਿਕਰਾ ਬਿਲਕੁਲ ਸਹੀ ਹੈ। ਉਹਨੇ ਦਿਨੀ ਉਹਦੇ ਕੋਲ ਬਲਰਾਜ ਸਾਹਨੀ ਆਉਂਦਾ ਹੁੰਦਾ ਸੀ। ਬਲਰਾਜ ਸਾਹਨੀ ਕੋਲ ਛੋਟਾ ਟਾਈਪਰਾਈਟਰ ਹੁੰਦਾ ਸੀ, ਜਿਸ ਉੱਤੇ ਉਹਨੇ ਆਪਣੇ 2 ਸਫ਼ਰਨਾਮੇ ਕਮਲ ਦੇ ਘਰ ਬੈਠ ਕੇ ਟਾਈਪ ਕੀਤੇ। ਉਂਝ ਬਲਰਾਜ ਦੀ ਗੁਰਮੁਖੀ ਲਿਖਤ ਵੀ ਸੋਹਣੀ ਸੀ, ਜੋ ਮੈਂ ਉਹਦੀਆਂ ਚਿੱਠੀਆਂ ਤੋਂ ਵੇਖੀ ਸੀ। ਉਹਦੇ ਰੂਸੀ ਸਫ਼ਰਨਾਮੇ ਨੂੰ ਸੋਵੀਅਤ ਦੇਸ਼ ਦਾ ਨਹਿਰੂ ਪੁਰਸਕਾਰ ਮਿਲਿਆ ਤਾਂ ਉਹਨੇ ਪੁਰਸਕਾਰ ਵਿੱਚ ਮਿਲੇ ਪੈਸੇ ਢੁੱਡੀਕੇ ਕਾਲਜ ਨੂੰ ਦਾਨ ਕਰ ਦਿੱਤੇ, ਜੋ ਕਾਲਜ ਦੀ ਦਾਨਸ਼ੀਲਾ 'ਤੇ ਉਕਰੇ ਗਏ। ਬਲਰਾਜ ਸਾਹਨੀ ਦੇ ਪੁੱਤਰ ਪ੍ਰੀਕਸ਼ਤ ਸਾਹਨੀ ਨੇ ਬਾਪ ਨੂੰ ਦੱਸੇ ਬਿਨਾਂ ਵਿਆਹ ਕਰਵਾਇਆ ਤਾਂ ਉਹਦੀ ਵਧਾਈ ਬਲਰਾਜ ਨੂੰ ਕਵਲ ਦੇ ਅੰਦਰਲੇ ਘਰ ਮਿਲੀ। ਕਵਲ ਖੁਦ ਡਾਕਖਾਨੇ ਗਿਆ ਸੀ ਤੇ ਉਹੀ ਪ੍ਰੀਕਸ਼ਤ ਦੇ ਵਿਆਹ ਦੀ ਵਧਾਈ ਵਾਲੀ ਤਾਰ ਲੈ ਆਇਆ ਸੀ। ਬਲਰਾਜ ਸਾਹਨੀ ਦੀ ਧੀ ਵੀ ਕੁਝ ਦਿਨ ਢੁੱਡੀਕੇ ਰਹੀ ਸੀ। ਬਲਰਾਜ ਨੇ ਪਿੰਡ ਵਿੱਚ ਕਈ ਦੋਸਤ ਬਣਾ ਲਏ ਸਨ। ਬੀਹੀ 'ਚ ਤੁਰੇ ਜਾਂਦੇ ਨੂੰ ਲੱਸੀ ਪਾਣੀ ਪੀਣ ਦੀ ਆਵਾਜ਼ ਵੱਜ ਜਾਂਦੀ ਸੀ। ਉਹਦੀ ਮ੍ਰਿਤੂ ਉੱਤੇ ਕਮਲ ਦੇ ਘਰ 70 ਵਿਛਿਆ ਰਿਹਾ ਸੀ ਤੇ ਲੋਕ ਅਫਸੋਸ ਕਰਨ ਆਉਂਦੇ ਰਹੇ ਸਨ। ਪੰਜਾਬੀ ਸੂਬੇ ਲਈ ਮੋਰਚਾ ਬੇਸ਼ੱਕ ਅੰਮ੍ਰਿਤਸਰੋਂ ਲੱਗਦੇ ਰਹੇ, ਪਰ ਨਿਰੋਲ ਭਾਸ਼ਾ ਦੇ ਆਧਾਰ 'ਤੇ ਸੈਕੂਲਰ ਪੰਜਾਬੀ ਸੂਬੇ ਦਾ ਮਤਾ ਕਮਲ ਦੇ ਸੱਦੇ 'ਤੇ ਢੁੱਡੀਕੇ ਦੀ ਧਰਮਸ਼ਾਲਾ 'ਚ ਪਾਸ ਹੋਇਆ ਸੀ। ਛੋਟੀ ਜਿਹੀ ਉਹ ਧਰਮਸ਼ਾਲਾ ਅਜੇ ਵੀ ਟੁੱਟੀ ਫੁੱਟੀ ਹਾਲਤ 'ਚ ਮੌਜੂਦ ਹੈ। ਮਾਸਟਰ ਤਾਰਾ ਸਿੰਘ ਨੇ ਪੰਜਾਬੀ ਸੂਬੇ ਦੀ ਮੰਗ ਅੰਦਰ ਖਾਤੇ ਸਿੱਖ ਬਹੁਗਿਣਤੀ ਵਾਲੇ ਸੂਬੇ ਨਾਲ ਰਲਗੱਡ ਕੀਤੀ ਹੋਈ ਸੀ। ਗ੍ਰਹਿ ਮੰਤਰੀ ਗੁਲਜ਼ਾਰੀ ਲਾਲ ਨੰਦੇ ਨੇ ਫਿਰ ਕੂਟਨੀਤਿਕ ਚਾਲ ਚਲਦਿਆਂ ਸਿੱਖ ਬਹੁਗਿਣਤੀ ਵਾਲਾ ਸੂਬਾ ਤਾਂ ਬਣਾ ਦਿੱਤਾ, ਪਰ ਪੰਜਾਬੀ ਬੋਲਦੇ ਕਈ ਇਲਾਕੇ ਪੰਜਾਬੀ ਸੂਬੇ ਤੋਂ ਬਾਹਰ ਰੱਖ ਲਏ। ਲੰਗੜਾ ਪੰਜਾਬੀ ਸੂਬਾ ਬਣਾਉਣ 'ਚ ਕਸੂਰ ਦੋਹਾਂ ਧਿਰਾਂ ਦਾ ਸੀ, ਜਿਸ ਦੀਆਂ ਗੁੰਝਲਾਂ ਅਜੇ ਤੱਕ ਨਹੀਂ ਸੁਲਝਦੀਆਂ। ਬੜੇ ਘੱਟ ਲੋਕਾਂ ਨੂੰ ਪਤਾ ਹੋਏਗਾ ਕਿ ਲੰਮੇ ਕੱਦ ਦਾ ਕਮਲ ਵਾਲੀਬਾਲ ਦਾ ਵਧੀਆ ਖਿਡਾਰੀ ਸੀ। ਮਿੰਟ ਗੁਮਰੀ ਦੇ ਚੱਕਾਂ 'ਚ ਉਹਦਾ ਇੱਕ ਮਾਮਾ ਰਹਿੰਦਾ ਸੀ, ਜਿੱਥੇ ਕਮਲ ਵੀ ਮਿਲਣ ਗਿਲਣ ਚਲਾ ਜਾਂਦਾ। ਉਹਦੇ ਨਾਲ ਇੱਕ ਨੌਜਵਾਨ ਵਾਲੀਬਾਲ ਖੇਡਦਾ ਹੁੰਦਾ ਸੀ, ਜੋ ਉਹਦੇ ਪਹਿਲੇ ਨਾਵਲ ਸੱਚ ਨੂੰ ਫਾਂਸੀ ਦਾ ਨਾਇਕ ਬਣਿਆ। ਉਹ ਨਾਵਲ ਸੱਚੀ ਘਟਨਾ 'ਤੇ ਆਧਾਰਿਤ ਹੈ। ਕਮਲ ਨੇ ਸੱਚ ਨੂੰ ਫਾਂਸੀ 'ਤੇ ਪਾਲੀ ਨਾਵਲ ਪਾਕਿਸਤਾਨ ਬਣਨ ਤੋਂ ਪਹਿਲਾਂ ਲਿਖੇ ਤੇ ਰਾਤ ਬਾਕੀ ਹੈ ਤੇ ਪੂਰਨਮਾਸ਼ੀ ਵੰਡ ਤੋਂ ਪਿੱਛੋਂ, ਜਿਨ੍ਹਾਂ ਨੇ ਉਹਦੀ ਬੱਲੇ ਬੱਲੇ ਕਰਾ ਦਿੱਤੀ। ਦੇਸ਼ ਵੰਡ ਤੋਂ ਪਹਿਲਾਂ ਉਹ ਅਜੀਤਵਾਲ ਤੋਂ ਗੱਡੀ ਚੜ੍ਹ ਕੇ ਲਾਹੌਰ ਕਿਤਾਬਾਂ ਖਰੀਦਣ ਜਾਂਦਾ ਤੇ ਅਨਾਰਕਲੀ ਦਾ ਗੇੜਾ ਮਾਰਦਾ। ਉਦੋਂ ਰੇਲ ਗੱਡੀ ਦਾ ਭਾੜਾ ਰੁਪਏ ਤੋਂ ਘੱਟ ਸੀ। ਮੋਗੇ ਤੋਂ ਮਾਲਵਾ ਬੱਸ ਵਾਲੇ ਰੁਪਏ ਤੋਂ ਉੱਤੇ ਲੈਂਦੇ ਸਨ। 1.5 ਰੁਪਇਆਂ ਦੀਆਂ 10-15 ਕਿਤਾਬਾਂ ਆ ਜਾਂਦੀਆਂ, ਜੋ 2-2.5 ਮਹੀਨੇ ਲੰਘਾ ਦਿੰਦੀਆਂ। ਕਮਲ ਨੇ ਗੁਰੂ ਨਾਨਕ, ਕਬੀਰ, ਸ਼ਾਹ ਹੁਸੈਨ, ਬੁੱਲੇ ਸ਼ਾਹ, ਵਾਰਿਸ ਸ਼ਾਹ, ਪ੍ਰੋਫੈਸਰ ਪੂਰਨ ਸਿੰਘ, ਟਾਲਸਟਾਏ, ਵਿਕਟਰ ਹਿਊਗੋ, ਚਾਰਲਸ ਡਿਕਨਸ, ਚੈਖੋਵ ਤੇ ਮੁਨਸ਼ੀ ਪ੍ਰੇਮ ਚੰਦ ਪੜ੍ਹੇ। ਹਾਲੀਆਂ ਪਾਲੀਆਂ ਦੇ ਲੋਕ ਗੀਤਾਂ ਦੀ ਲੈਅ ਵਿੱਚ ਸਰਸ਼ਾਇਆ ਰਿਹਾ। ਔਰਤਾਂ ਉਹਨੂੰ ਲੋਕ ਗੀਤ ਲਿਖ ਕੇ ਭੇਜਦੀਆਂ ਰਹੀਆਂ। ਵੰਡ ਵੇਲੇ ਉਹ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੁਲਾਜ਼ਮ ਸੀ, ਜਿਸ ਦੇ ਜਿੰਮੇ ਪੋਠੋਹਾਰ ਦੇ ਹਿੰਦੂ ਸਿੱਖਾਂ ਨੂੰ ਮਾਲੀ ਇਮਦਾਦ ਪਹੁੰਚਾਉਣ ਦੀ ਡਿਊਟੀ ਲੱਗੀ ਸੀ। ਉਹ ਵਰਦੀ ਅੱਗ ਵਿੱਚ ਲਹਿੰਦੇ ਪੰਜਾਬ ਗਿਆ। ਉਹਦਾ ਵਾਹ ਮਾਸਟਰ ਤਾਰਾ ਸਿੰਘ ਤੇ ਗਿਆਨੀ ਕਰਤਾਰ ਸਿੰਘ ਨਾਲ ਪੈਂਦਾ ਰਹਿੰਦਾ ਸੀ। ਪੰਜਾਬ ਵੰਡ ਦਾ ਦਰਦ ਉਹਨੇ ਆਪਣੇ ਪਿੰਡੇ ਤੇ ਹੰਢਾਇਆ। ਉਹਨੇ ਆਪਣੇ ਢੁੱਡੀਕੇ ਦੇ ਮੁਸਲਮਾਨਾਂ ਨੂੰ ਤਾਂ ਕੈਂਪ ਤੱਕ ਪਹੁੰਚਾ ਕੇ ਬਚਾ ਲਿਆ, ਪਰ ਨਾਲ ਦੇ ਪਿੰਡ ਮੱਦੋਕੇ ਦੇ ਮੁਸਲਮਾਨ ਸਿੱਖ ਬਣਾ ਕੇ ਵੀ ਜਨੂਨੀਆਂ ਨੇ ਮਾਰ ਦਿੱਤੇ। ਕਵਲ ਦੀਆਂ ਲਿਖਤਾਂ 'ਚ ਮੁਸਲਮਾਨ ਪਾਤਰਾਂ ਦਾ ਵੀ ਵਰਣਨ ਹੈ। ਉਹ ਸੰਗੀਤ ਦਾ ਸ਼ੌਕੀਨ ਹੈ ਤੇ ਗਾਉਣ ਵਾਲੀਆਂ ਤਵਾਇਫਾਂ ਦੇ ਰਾਗ ਰੰਗ ਦਾ ਬੜੀ ਸ਼ਿੱਦਤ ਨਾਲ ਵਰਣਨ ਕਰਦਾ ਹੈ। ਵੇਦਾਂਤ ਦਾ ਗਿਆਨ ਹੈ ਤੇ ਉਰਦੂ ਦੀ ਸ਼ੇਰੋ ਸ਼ਾਇਰੀ ਤੇ ਆਦਾਬ ਦੀ ਸਾਰ ਹੈ। ਮਲਕਾ ਤਰੰਨਮ, ਗੌਹਰ ਜਾਨ, ਪਾਕ ਨਗੀਨਾ ਬਾਈ ਤੇ ਅਲਾਹੀ ਜਾਨ ਬਾਰੇ ਉਹਦੇ ਆਰਟੀਕਲ ਕਮਾਲ ਦੇ ਹਨ। ਕਮਲ ਨਾਲ ਮੇਰੀ ਪਹਿਲੀ ਮਿਲਣੀ 1958 'ਚ ਹੋਈ ਸੀ। ਉਦੋਂ ਮੈਂ MR ਕਾਲਜ ਫਾਜ਼ਿਲਕਾ 'ਚ ਪੜ੍ਹਦਾ ਸੀ। ਕਾਲਜ ਦੀ ਪੰਜਾਬੀ ਸਾਹਿਤ ਸਭਾ ਨੇ ਕਵੀ ਦਰਬਾਰ ਕਰਵਾਇਆ ਸੀ। ਪ੍ਰਧਾਨਗੀ ਲਈ ਅਸੀਂ ਜਸਵੰਤ ਸਿੰਘ ਕਵਲ ਨੂੰ ਸੱਦਿਆ, ਜਿਹਦਾ ਵੇਰਵਾ ਮੈਂ ਆਪਣੀ ਜੀਵਨ ਗਾਥਾ ਹਸੰਦਿਆਂ ਖਿਲੰਦਿਆਂ ਵਿੱਚ ਦੇ ਚੁੱਕਾ। ਕਵੀ ਦਰਬਾਰ ਵਿੱਚ ਗੁਰਚਰਨ ਰਾਮਪੁਰੀ, ਸੁਰਜੀਤ ਰਾਮਪੁਰੀ, ਸੰਤੋਖ ਸਿੰਘ ਧੀਰ, ਕ੍ਰਿਸ਼ਨ ਅਸ਼ਾਂਤ, ਸੁਰਜੀਤ ਮਰਜਾਰਾ, ਗੁਰਦਾਸ ਰਾਮ ਆਲਮ, ਸ਼ਿਵ ਕੁਮਾਰ ਬਟਾਲਵੀ ਤੇ ਹੋਰ ਕਈ ਕਵੀ ਆਏ ਸਨ। ਡਾਕਟਰ ਜਗਤਾਰ, ਉਦੋਂ ਜਗਤਾਰ ਪਪੀਹਾ ਹੁੰਦਾ ਸੀ। ਮੈਂ ਤੇ ਹਰਚਰਨ ਮੌੜ ਨੇ ਬੀਰਬਲ ਦੀ ਹਾਸ ਰਸੀ ਕਵਿਤਾ ਭਾਨੀਮਾਰਾਂ ਦੀ ਕਰਤੂਤ ਸੁਣਾਈ ਸੀ। ਕਮਲ ਨੇ ਕਿਹਾ ਸੀ, ਅਜੇ ਮੈਂ 2-4 ਕਿਤਾਬੜੀਆਂ ਹੀ ਲਿਖੀਆਂ, ਕੋਈ ਮਾਰਕਾ ਨਹੀਂ ਮਾਰਿਆ। ਉਹਦੇ ਹੱਥ ਵਿੱਚ ਸੋਵੀਅਤ ਦੇਸ਼ ਨਾਂ ਦਾ ਪਰਚਾ ਸੀ। ਕਾਲਜ ਪੜ੍ਹਦਿਆਂ ਹੀ ਮੈਂ ਉਹਦਾ ਪਾਠਕ ਬਣਿਆ। ਕਾਲਜ ਦੀ ਲਾਇਬ੍ਰੇਰੀ 'ਚੋਂ ਨਾਵਲ ਪੂਰਨਮਾਸ਼ੀ ਕਢਵਾ ਕੇ ਜਮਾਤ 'ਚ ਪਿਛਲੇ ਬੈਂਚ 'ਤੇ ਜਾ ਬੈਠਾ। ਨਾਵਲ ਨੇ ਐਸਾ ਬੰਨ੍ਹਿਆ ਵੀ ਪਤਾ ਹੀ ਨਾ ਲੱਗਾ ਪ੍ਰੋਫੈਸਰ ਕੀ ਪੜ੍ਹਾਉਂਦੇ ਗਏ ਤੇ ਪੀਰੀਅਡ ਕਦੋਂ ਬਦਲਦੇ ਗਏ। ਮੈਂ ਨਾਵਲ ਵਿਚਲੇ ਨਵੇਂ ਪਿੰਡ ਦੇ ਖੇਤਾਂ, ਮੱਦੋਕੇ ਦੇ ਗੁਰਦੁਆਰੇ, ਕਿੱਲੀ ਚਹਿਲਾਮ ਦੇ ਮੇਲੇ, ਪਿੰਡ ਕਪੂਰੇ, ਤਖਾਣੋਂ ਵੱਧ, ਦੌਦਰ ਦੇ ਸੂਏ, ਬੁੱਟਰ ਦੇ ਛੱਪੜ ਦੇ ਟਾਂਗੇ ਵਾਲੇ ਅਮਲੀ ਸੰਗ ਵਿਚਰ ਰਿਹਾ ਸਾਂ। ਉੱਥੇ ਚੰਨੋ ਸੀ, ਸ਼ਾਮੋ ਸੀ, ਜਗੀਰ ਸੀ, ਰੂਪ ਸੀ ਤੇ ਗਿਆਨੀ ਬਣਿਆ ਕਮਲ ਆਪ ਸੀ। ਬੀਅਰ ਦੀ ਲੋਰ ਵਿੱਚ ਕੇਰਾਂ ਕਮਲ ਨੇ ਮੇਰੇ ਕੋਲ ਭੇਤ ਖੋਲ੍ਹਿਆ। ਸ਼੍ਰੋਮਣੀ ਕਮੇਟੀ ਦਾ ਕਲਰਕ ਲੱਗਣ ਕਰਕੇ ਮੈਨੂੰ ਲੋਕਾਂ ਨੇ ਜਵਾਨੀ ਚੜ੍ਹਦੇ ਨੂੰ ਹੀ ਗਿਆਨੀ ਕਹਿਣਾ ਸ਼ੁਰੂ ਕਰਤਾ ਸੀ। ਉਹ ਮੈਂ ਗਿਆਨੀ ਗਿਊਨੀ ਕੋਈ ਨਹੀਂ ਸੀ। ਇਸ ਗਿਆਨੀ ਗੁਣੇ ਨੇ ਮੇਰੀਆਂ ਬਹੁਤ ਸਾਰੀਆਂ ਖੁਸ਼ੀਆਂ ਮਾਰਤੀਆਂ। ਲੋਕ ਜੇ ਮੈਨੂੰ ਗਿਆਨੀ ਨਾ ਕਹਿੰਦੇ ਤਾਂ ਮੈਂ ਵੀ ਐਸ਼ਾਂ ਕਰਨੀਆਂ ਸੀ। ਦੂਜੇ ਕਮਰੇ 'ਚ ਡਾਕਟਰ ਜਸਵੰਤ ਗਿੱਲ ਬੈਠੀ ਸੀ। ਮੈਂ ਮਨ 'ਚ ਕਿਹਾ, ਘੱਟ ਤਾਂ ਕਵਲ ਸਾਹਿਬ ਆਪਾਂ ਗਿਆਨੀ ਬਣ ਕੇ ਵੀ ਨਹੀਂ ਗੁਜ਼ਾਰੀ। ਪੂਰਨਮਾਸ਼ੀ ਵਿਚਲਾ ਨਵਾਂ ਪਿੰਡ ਅਸਲ 'ਚ ਢੁੱਡੀਕੇ ਹੀ ਹੈ। ਨਾਵਲ ਦੇ ਸ਼ੁਰੂ ਵਿੱਚ ਜਿਸ ਵਗਦੇ ਖੂਹ ਦਾ ਨਜ਼ਾਰਾ ਹੈ, ਉਹ ਸਾਰਾ ਦ੍ਰਿਸ਼ ਹੁਣ ਪਿੰਡ 'ਚੋਂ ਲੋਪ ਹੈ। ਕਮਲ ਦੀ ਖੇਤ ਵਿਚਲੀ ਕੋਠੜੀ ਵੀ ਨਹੀਂ ਰਹੀ, ਜਿੱਥੇ ਬਲਰਾਜ ਸਾਨੀ ਗੰਨੇ ਚੂਪਦਾ ਸੀ। ਉਹ ਸੀਮਿੰਟ ਦਾ ਲਾਲ ਬੈਂਚ ਜਿਸ ਉੱਤੇ ਬੈਠਿਆਂ ਕਮਲ ਨੇ ਮੈਨੂੰ ਦਿੱਲੀ ਤੋਂ ਢੁੱਡੀਕੇ ਕਾਲਜ 'ਚ ਆਉਣ ਲਈ ਕਿਹਾ ਸੀ, ਮੈਨੂੰ ਫੇਰ ਯਾਦ ਆ ਗਿਆ। ਬਲਰਾਜ ਸਾਨੀ ਉਹਦੇ ਉੱਤੇ ਬੈਠ ਕੇ ਚੰਦ ਵੇਖਦਾ ਤੇ ਟਾਹਲੀ 'ਚੋਂ ਛਣਦੀ ਚਾਨਣੀ ਉੱਤੇ ਲਟਬੌਰਾ ਹੋ ਜਾਂਦਾ। ਕਮਲ ਨੇ ਉਹਦੇ ਮੁੱਛਾਂ ਲਾ ਕੇ ਭੇਸ ਬਦਲਾ ਕੇ ਉਹਨੂੰ ਮਾੜੀ ਦਾ ਮੇਲਾ ਵਿਖਾਇਆ ਤੇ ਤਲਵੰਡੀ ਸਾਬੋ ਦੀ ਵਿਸਾਖੀ ਵਿਖਾਈ ਸੀ। ਗੁਰਬਚਨ ਸਿੰਘ ਭੁੱਲਰ ਉਦੋਂ ਤਲਵੰਡੀ ਸਾਬੋ ਦੇ ਕਾਲਜ ਵਿੱਚ ਲੈਕਚਰਾਰ ਸੀ। ਭੁੱਲਰ ਦੀ ਉਹ ਭੁੱਲ ਯਾਦ ਹੈ। ਪੂਰਨਮਾਸ਼ੀ ਦਾ ਨਾਇਕ ਰੂਪ ਕੌਲੂ ਪੱਤੀ ਦਾ ਗੁਲਜ਼ਾਰਾ ਸੀ, ਜੋ ਇਲਾਕੇ ਦਾ ਦਰਸ਼ਨੀ ਜਵਾਨ ਸੀ। ਉਹਦੇ ਪੁੱਤਰ ਬਾਅਦ 'ਚ ਮੈਥੋਂ ਪੜ੍ਹਦੇ ਰਹੇ ਤੇ ਹੁਣ ਕੈਨੇਡਾ 'ਚ ਵਸਦੇ ਹਨ। ਜਗੀਰ ਹੋਰੀ ਵੀ ਢੁੱਡੀਕੇ ਦੇ ਸਨ, ਜਿਹੜੇ ਹਲ ਵਾਉਂਦੇ ਇੰਝ ਦਿਲ ਪਰਚਾਉਂਦੇ ਸਨ। ਲੌਂਗ ਤੇ ਸੰਧੂਰ ਭੁੱਖ ਕੇ ਰੰਨ ਮਾਰਦੀ ਛੱਪੜ ਦੇ ਗੇੜੇ। ਕਿਉਂ ਬਈ, ਉਦਣ ਵਾਲੀ ਤਖਾਣੀ ਫੇਰ ਨਹੀਂ ਕਦੇ ਟੱਕਰੀ? ਜਾ ਸਾਲਿਆ, ਉਦਣ ਤਾਂ ਜੁੱਤੀਆਂ ਹੀ ਪਵਾਤੀਆਂ ਸੀ। ਕਿਉਂ, ਤਖਾਣੀ ਪਈ ਆ ਲਾਲੜੀ ਵਰਗੀ ਕਿ ਨਹੀਂ? ਆਪਾਂ ਨੂੰ ਕੀ ਭਾ, ਆਪਣੇ ਨਾਲੋਂ ਤਾਂ ਟੁੱਟੀ ਜੀ ਕੱਛ ਵਾਲਾ ਤਖਾਣ ਹੀ ਚੰਗਾ। ਜਿਹੜਾ ਵਿਆਹਿਆ ਤਾਂ ਗਿਆ, ਆਪਾਂ ਜੱਟਾਂ ਦੇ ਕਾਹਨੂੰ ਜੰਮਣਾ ਸੀ? ਕਿਸੇ ਤਖਾਣ ਦੇ ਘਰ ਜੰਮਦੇ ਵਿਆਹੇ ਤਾਂ ਜਾਂਦੇ। ਨਾਵਲ ਰਾਤ ਬਾਕੀ ਹੈ ਨੇ ਜਿੰਨੇ ਮੁੰਡੇ ਕੁੜੀਆਂ ਕਮਿਊਨਿਸਟ ਬਣਾਏ, ਉਹਨੇ ਸ਼ਾਇਦ ਕਮਿਊਨਿਸਟ ਪਾਰਟੀ ਨੇ ਵੀ ਨਾ ਬਣਾਏ ਹੋਣ। ਕਵਲ ਦੀ ਪਹਿਲੀ ਪ੍ਰਸਿੱਧੀ ਕਾਮਰੇਡ ਲੇਖਕ ਕਰਕੇ ਸੀ ਤੇ CPI ਉਹਨੂੰ ਆਪਣਾ ਹੀ ਬੰਦਾ ਸਮਝਦੀ ਸੀ। ਉਹਦਾ ਕਾਮਰੇਡ ਲੀਡਰਾਂ ਨਾਲ ਕਾਫੀ ਮੇਲ ਗੇਲ ਸੀ। ਉਹਦੀਆਂ ਕੁਝ ਕਹਾਣੀਆਂ ਪਾਰਟੀ ਲਾਈਨ ਦਾ ਪ੍ਰਚਾਰ ਸਨ। ਫਿਰ ਕਵਲ ਕਦੇ ਨਕਸਲਬਾੜੀਆਂ ਦੀ ਪਿੱਠ ਤੇ ਆਇਆ ਤੇ ਕਦੇ ਖਾੜਕੂਆਂ ਦੀ ਪਿੱਠ ਥਾਪੜੀ। ਕਦੇ ਹੁਸਨ ਇਸ਼ਕ ਦੀਆਂ ਬਾਤਾਂ ਪਾਈਆਂ ਤੇ ਕਦੇ ਕਿਸਾਨਾਂ ਦੀ ਹੋ ਰਹੀ ਲੁੱਟ ਖਸੁੱਟ ਦੇ ਮਸਲੇ ਉਭਾਰੇ। ਕਦੇ ਪੰਜਾਬ ਨਾਲ ਹੋਏ ਧੱਕਿਆਂ ਦੀ ਬੂਹ ਪਾਰਿਆ ਕੀਤੀ। ਕਦੇ ਸੈਕੂਲਰ ਹੋਇਆ, ਕਦੇ ਪੰਥਕ, ਕਦੇ ਇਨਕਲਾਬੀ, ਕਦੇ ਸੁਧਾਰਕ, ਕਦੇ ਸੱਜੇ ਕਾਮਰੇਡਾਂ ਨਾਲ, ਕਦੇ ਖੱਬੇ ਕਾਮਰੇਡਾਂ ਨਾਲ।
ਕਦੇ ਅਕਾਲੀਆਂ ਨਾਲ ਤੇ ਕਦੇ ਮਨਪ੍ਰੀਤ ਬਾਦਲ ਦਾ ਹਮਾਇਤੀ। ਉਹ ਆਪਣੇ ਆਪ ਨੂੰ ਕਿਸੇ ਪਾਰਟੀ ਦਾ ਨਹੀਂ, ਲੋਕਾਂ ਦਾ ਲੇਖਕ ਕਹਿੰਦਾ ਹੈ। ਪੰਜਾਬ ਤੇ ਕਿਸਾਨੀ ਦਾ ਦਰਦ ਉਹਦੇ ਦਿਲੋਂ ਬੋਲਦਾ ਹੈ। ਉਹਦੀਆਂ ਅਜੋਕੀਆਂ ਕਿਤਾਬਾਂ ਦੇ ਨਾਮ ਪੜ੍ਹੋ। ਪੰਜਾਬੀਓ ਜੀਣਾ ਹੈ ਕਿ ਮਰਨਾ ਹੈ, ਕੌਮੀ ਲਲਕਾਰ ਤੇ ਪੰਜਾਬ ਤੇਰਾ ਕੀ ਬਣੂ। ਮੈਂ ਜਿੰਨੀ ਰੀਝ ਨਾਲ ਉਹਦੀਆਂ ਪਹਿਲੀਆਂ ਲਿਖਤਾਂ ਪੜ੍ਹਦਾ ਸਾਂ, ਉਨੀ ਦਿਲਚਸਪੀ ਨਾਲ ਮਗਰਲੀਆਂ ਨਹੀਂ ਪੜ੍ਹ ਹੁੰਦੀਆਂ। ਉਹ ਦਿਨੋਂ ਦਿਨ ਵਧੇਰੇ ਭਾਵਕ ਹੋਈ ਜਾਂਦਾ ਹੈ। ਉਹਦੀ ਅਜੋਕੀ ਲਿਖਤ ਦੇ ਨਮੂਨੇ ਵੇਖੋ। ਹੁਣ ਪੰਜਾਬ ਦੇ ਕਾਂਗਰਸੀ ਕੇਂਦਰ ਦੇ ਗੁਲਾਮ ਜਿੱਥੇ ਮਰਜ਼ੀ ਅੰਗੂਠੇ ਲਵਾਉਣ, ਹੁੱਤ ਨਹੀਂ ਕਰਨਗੇ। ਅਕਾਲੀ ਤੇਰੇ ਪੈ ਗਏ ਜਨ ਸੰਘੀਆਂ ਦੀ ਝੋਲੀ, ਦੋਵੇਂ ਭੁੱਖੇ ਬਘਿਆੜ, ਪੰਜਾਬ ਕਿਵੇਂ ਬਚੇਗਾ। ਨੀਅਤ ਦੇ ਚੋਰਾਂ ਪੰਜਾਬ ਦੇ ਦੁੱਧ ਤੋਂ ਤਰਦੀ ਤਰਦੀ ਮਲਾਈ ਲਾਹ ਲਈ, ਲੱਸੀ ਵੀ ਕੋਈ ਕਰਮਾਂ ਵਾਲਾ ਪੀ ਲਵੇ। ਵਾਹ ਭਲੀ, ਨਹੀਂ ਹਾਲ ਕੋਈ ਨਹੀਂ। ਰਾਜਸੀ ਦਵੜ ਸੱਟ ਇਸ ਤਰ੍ਹਾਂ ਹੀ ਰਹੀ। ਪੰਜਾਬ ਦੇ ਦਰਿਆਵਾਂ ਦਾ ਪਾਣੀ ਵੀ ਬੋਲੋ ਰਾਮ ਹੋ ਚੁੱਕਾ ਸਮਝੋ। ਜਿਸ ਪੰਜਾਬ 'ਚ ਦਰਿਆਵਾਂ ਦੀਆਂ ਲਹਿਰਾਂ ਝੱਲੀਆਂ ਨਹੀਂ ਸੀ ਜਾਂਦੀਆਂ, ਹਾੜ ਬੋਲਣ ਵਾਲਾ ਹੈ। ਮੈਨੂੰ ਦੋਸ਼ ਕਾਹਤੋਂ ਦਿੰਦਾ ਹੈ? ਆਪਣੇ ਦੋਸ਼ੀ ਕਾਂਗਰਸੀਆਂ, ਅਕਾਲੀਆਂ ਤੇ ਜਨ ਸੰਘੀਆਂ ਨੂੰ ਧੌਣੋਂ ਫੜ। ਗੁਰੂ ਦੇ ਲਾਡਲੇ ਪੰਜਾਬ, ਤੂੰ ਹੁਣ ਕਿਵੇਂ ਜੀਏਂਗਾ? ਤੇਰਾ ਤਾਂ ਅੱਗਾ ਪਿੱਛਾ ਦੁਸ਼ਮਣਾਂ ਜੜ੍ਹਾਂ ਤੱਕ ਛਾਂਗ ਸੁੱਟਿਆ। ਤੇਰਾ ਲੱਖ ਟਿਊਬਵੈੱਲਾਂ, ਤੇਰੀ ਤਾਂ ਅੱਡੀਆਂ ਤੱਕ ਰੱਤ ਚੂਸ ਲਈ। ਕਾਂਗਰਸੀ ਤਾਂ ਆਖਦੇ ਸਨ ਡਾਕੂ ਅੰਗਰੇਜ਼ ਦੇ ਜਾਣ ਪਿੱਛੋਂ ਤੇਰੀਆਂ ਸ਼ਾਨਾਂ ਮਾਨਾਂ ਨਿਰਾਲੀਆਂ ਹੀ ਹੋਣਗੀਆਂ। ਕਿੱਥੇ ਆ ਚੜ੍ਹਦੀ ਕਲਾ? ਪੁੱਤਾਂ ਪੋਤਰਿਆਂ ਵਾਲਾ ਤੂੰ ਤਾਂ ਦੁਨੀਆ ਦੇ ਨਕਸ਼ੇ ਤੋਂ ਲੈਣ ਵਾਲਾ ਹੋ ਗਿਆ। ਤੇਰਾ ਅੱਤ ਮੰਦੜਾ ਹਾਲ ਵੇਖ, ਮੇਰੀ ਕਲਮ ਦਾ ਸਾਹ ਸਤ ਰੁਕਿਆ ਪਿਆ। ਤੇਰਾ ਹੁਣ ਕੀ ਬਣੂ ਭਾਨਿਆ? ਮੇਰੀ ਦੁੱਖਾਂ ਦਰਦਾਂ ਵਿੱਚ ਭਿੱਜੀ ਫਤਿਹ ਪ੍ਰਵਾਨ ਕਰਨੀ। ਤੁਹਾਡਾ ਆਪਣਾ ਕੌਮੀ ਦੁੱਖਾਂ ਦਰਦਾਂ ਦਾ ਮਾਰਿਆ ਆਪਣੇ ਪਾਠਕਾਂ ਦੇ ਦਰਦ ਦਾ ਭਾਈਵਾਲ ਜਸਵੰਤ ਸਿੰਘ ਕੰਵਲ। ਉਹਦੇ ਨਾਵਲ ਲਹੂ ਦੀ ਲੋਅ ਦੀ ਬੜੀ ਪ੍ਰਸ਼ੰਸਾ ਹੋਈ ਸੀ ਤੇ ਧੀ ਦੇ ਕਤਲ ਪਿੱਛੋਂ ਕਈਆਂ ਨੇ ਹੱਦੋਂ ਵੱਧ ਬਦਖੋਈ ਵੀ ਕੀਤੀ ਸੀ। ਉਹਨੂੰ ਲੇਖ ਛੁਪਾਉਣਾ ਪਿਆ ਸੀ। ਆਓ ਗਮ ਤੋਂ ਪਾਰ ਚੱਲੀਏ। ਉਹਨਾਂ ਦਿਨਾਂ 'ਚ ਉਹਨੂੰ ਲੇਖ ਛਪਾਉਣਾ ਪਿਆ ਸੀ। ਆਓ ਗਮ ਤੋਂ ਪਾਰ ਚੱਲੀਏ। ਉਹਨਾਂ ਦਿਨਾਂ 'ਚ ਮੈਂ ਉਹਨੂੰ ਬੇਹੱਦ ਦੁਖੀ ਤੇ ਧਾਰੋ ਧਾਰ ਹੰਝੂ ਵਹਾਉਂਦੇ ਵੇਖਿਆ ਸੀ। ਨਵੇਂ ਜ਼ਮਾਨੇ 'ਚ ਛਿੜੀ ਨਿੰਦ ਚਰਚਾ ਆਖਰ ਮੇਰੇ ਲੇਖ ਲਹੂ ਦੀ ਲੋਅ ਨੇੜਿਓਂ ਨਾਲ ਸਮਾਪਤ ਹੋਈ ਸੀ। ਲਹੂ ਦੀ ਲੋਅ ਨੂੰ ਐਮਰਜੈਂਸੀ ਦੇ ਦਿਨੀਂ ਲੁਕੋ ਛੁਪੋ ਕੇ ਅੰਮ੍ਰਿਤਸਰੋਂ ਕੰਪੋਜ਼ ਕਰਾਇਆ ਤੇ ਮਲਾਇਆ ਸਿੰਗਾਪੁਰ ਦੇ ਛਾਪੇਖਾਨੇ 'ਚੋਂ ਛਪਾਇਆ ਗਿਆ ਸੀ, ਜਿਹਦੀ ਕੀਮਤ ਸੀ 30 ਰੁਪਏ। ਕਿਤਾਬ ਮਸੀਂ ਮਿਲਦੀ ਸੀ, ਜੋ ਇੱਕ ਕਾਪੀ 100 ਜਣਿਆਂ ਨੇ ਪੜ੍ਹੀ। ਐਮਰਜੈਂਸੀ ਹਟੀ ਤਾਂ ਨਵਯੁਗ ਪਬਲਿਸ਼ਰ ਨੇ ਦੂਜੀ ਐਡੀਸ਼ਨ ਛਾਪੀ ਤੇ ਕੀਮਤ ਰੱਖੀ 15 ਰੁਪਏ। ਜ਼ਰਾਇਤੀ ਯੂਨੀਵਰਸਿਟੀ ਲੁਧਿਆਣੇ ਦੇ ਕਿਸਾਨ ਮੇਲੇ 'ਚ ਲਹੂ ਦੀ ਲੋਅ ਖਰੀਦਣ ਲਈ ਲਾਈਨਾਂ ਲੱਗ ਗਈਆਂ। ਪਾਠਕ 30 ਰੁਪਇਆਂ ਦੀ ਥਾਂ ਕੀਮਤ 15 ਰੁਪਏ ਸੁਣਦੇ ਤਾਂ ਪੁੱਛਦੇ, ਇਹ ਕਿਤੇ ਨਕਲੀ ਤਾਂ ਨਹੀਂ? ਲਹੂ ਦੀ ਲੋਅ ਨੂੰ ਮਿਲਿਆ ਸਰਕਾਰੀ ਇਨਾਮ ਕਮਲ ਨੇ ਇਹ ਕਹਿ ਕੇ ਠੁਕਰਾ ਦਿੱਤਾ ਕਿ ਜਿਸ ਸਰਕਾਰ ਨੇ ਨਕਸਲੀ ਮੁੰਡੇ ਮਾਰੇ ਹਨ, ਮੈਂ ਉਸ ਸਰਕਾਰ ਦਾ ਇਨਾਮ ਨਹੀਂ ਲੈ ਸਕਦਾ। ਪਿੱਛੋਂ ਸ਼੍ਰੋਮਣੀ ਸਾਹਿਤਕਾਰ ਦਾ ਸਭ ਤੋਂ ਵੱਡਾ ਸਰਕਾਰੀ ਇਨਾਮ ਵੀ ਲੈ ਲਿਆ। ਉਹਨੇ ਸਾਹਿਤ ਟਰੱਸਟ ਢੁੱਡੀਕੇ ਬਣਾ ਕੇ 150-200 ਲੇਖਕਾਂ ਨੂੰ ਬਾਬਾ ਬਲਵੰਤ, ਬਲਰਾਜ ਸਾਹਨੀ ਤੇ ਡਾਕਟਰ ਜਸਵੰਤ ਗਿੱਲ ਯਾਦਗਾਰੀ ਪੁਰਸਕਾਰ ਦਿੱਤੇ। ਉਹ ਸਖੀ ਵੀ ਹੈ ਤੇ ਸੂਮ ਵੀ ਹੈ। ਇੱਕ ਹੱਥ ਨਾਲ ਦਿੰਦਾ, ਦੂਜੇ ਹੱਥ ਨਾਲ ਲੈ ਲੈਂਦਾ। ਉਹ ਵਾਰਤਕਕਾਰ ਵੀ ਹੈ ਤੇ ਕਵੀ ਵੀ। ਸੱਜਣ ਵਸੇਂਦੇ ਪਾਰ ਓ ਯਾਰ, ਸੱਜਣ ਵਸੇਂਦੇ ਪਾਰ, ਜਾਣੇ ਕਿਹੜਾ ਹਾਲ ਮਨਾਂ ਦੇ, ਪੁੱਠੇ ਚਾਲੇ ਇਸ ਚਨਾਂ ਦੇ, ਡੋਬੇ ਅੱਧ ਵਿਚਕਾਰ ਓ ਯਾਰ, ਸੱਜਣ ਵਸੇਂਦੇ ਪਾਰ ਓ ਯਾਰ। ਆਸ਼ਕ ਵੇਖੋ ਮੁੜੇ ਨਾ ਮੋੜੇ, ਸਿਦਕ ਉਹਨਾਂ ਦਾ ਸੂਲੀ ਤੋੜੇ, ਪੀੜਾਂ ਰਹਿਣ ਉਰਾਰ ਓ ਯਾਰ, ਸੱਜਣ ਵਸੇਂਦੇ ਪਾਰ। ਕਮਲ ਦੀਆਂ ਸਾਕ ਸਕੀਰੀਆਂ ਦੁਆਬੇ ਤੋਂ ਹਰਿਆਣੇ ਤੱਕ ਹਨ। ਦੋਸਤ ਮਿੱਤਰ ਦੂਰ ਦੁਰਾਡੇ ਪ੍ਰਦੇਸਾਂ ਵਿੱਚ ਵੀ ਹਨ। ਪਾਠਕਾਂ ਦਾ ਕੋਈ ਅੰਤ ਨਹੀਂ। ਉਹ ਲੂੰਗੀ ਲਾ ਕੇ ਹੱਥ 'ਚ ਕਿਤਾਬ ਫੜ ਕੇ ਪੜ੍ਹਦਾ ਪਿੰਡ ਦੀ ਫਿਰਨੀ ਤੋਂ ਦੀ ਗੇੜੇ ਦਿੰਦਾ ਰਿਹਾ ਤੇ ਜਵਾਕਾਂ ਦੇ ਸਿਰਾਂ 'ਚ ਠੋਲੇ ਮਾਰ ਕੇ ਖੁਸ਼ ਹੁੰਦਾ ਰਿਹਾ। ਕੋਨਿਆਂ ਦੇ ਬੋਦੇ ਮਰੋੜਦਾ ਰਿਹਾ ਤੇ ਕੌਡੀਆਂ ਬੰਟੇ ਖੇਡਦਾ ਰਿਹਾ। ਤੁਰਿਆ ਜਾਂਦਾ ਥਾਪੀ ਮਾਰ ਕੇ ਪੱਠਿਆਂ ਨੂੰ ਕੌਡੀ ਖੇਡਣ ਲਈ ਵੰਗਾਰਦਾ ਰਿਹਾ। ਪੈਰਾਂ ਭਾਰ ਬਹਿ ਕੇ ਸਾਥੀਆਂ ਨਾਲ ਤਾਸ਼ ਖੇਡਦਾ ਤੇ ਸ਼ਤਰੰਜ ਦੀਆਂ ਬਾਜ਼ੀਆਂ ਲਾਉਂਦਾ ਰਿਹਾ। ਕਾਲਜ ਦੇ ਲੈਕਚਰਾਰਾਂ ਤੇ ਲੇਖਕਾਂ ਨਾਲ ਪੂਰਨਮਾਸ਼ੀਆਂ ਮਨਾਉਂਦਾ ਰਿਹਾ। ਉਹ ਇੰਗਲੈਂਡ ਗਿਆ ਤਾਂ ਸਾਨੂੰ ਚਿੱਠੀ ਲਿਖਣੀ ਪਈ, ਹੁਣ ਸਾਡੀ ਅੱਸੂ ਕੱਤੇ ਦੀ ਪੂਰਨਮਾਸ਼ੀ ਦਾ ਕੀ ਬਣੂ। ਉਹ ਵੀ ਕੈਸੇ ਦਿਨ ਸਨ। ਪੁੰਨਿਆਂ ਦੀ ਚਾਨਣੀ 'ਚ ਅਸੀਂ ਟਾਂਗੇ ਤੇ ਚੜ੍ਹ ਜਾਂਦੇ। ਸੁਰਮਈ ਸੜਕ ਉੱਤੇ ਘੋੜੇ ਦੇ ਪੌੜ ਖੜਕਦੇ,
ਆਸੇ ਪਾਸੇ ਰੁੱਖ ਝੂਮਦੇ, ਟਾਂਗੇ ਨੂੰ ਹਲੋਰੇ ਵੱਜਦੇ। ਕਮਲ ਕਥਾ ਕਰੀ ਜਾਂਦਾ, ਚੂੜ ਚੱਕ ਲੰਘ ਕੇ ਸੂਏ ਦਾ ਪਾਣੀ ਲਿਸ਼ਕਦਾ ਦਿਸਦਾ। ਉਸ 'ਚ ਤਾਰੇ ਟਿਮਟਿਮਾਉਂਦੇ, ਰਾਤ ਛਾਂ ਛਾਂ ਕਰਦੀ। ਕਮਲ ਕਹਿੰਦਾ, ਆਪਾਂ ਉੱਥੇ ਮਹਿਫਿਲ ਲਾਵਾਂਗੇ ਜਿੱਥੇ ਪਾਣੀ 'ਚੋਂ ਚੰਦ ਦਿਸੇ। ਤੁਰਦੇ ਤੁਰਦੇ ਚੰਦ ਦਾ ਅਕਸ ਕਿਸੇ ਕੱਸੀ ਦੇ ਪਾਣੀ 'ਚੋਂ ਦਿਸਦਾ ਤਾਂ ਉਹਦੀ ਬੰਨੀ ਉੱਤੇ ਰਚਨਾਵਾਂ ਸੁਣਾਉਣ ਦੀ ਮਹਿਫਿਲ ਲੱਗ ਜਾਂਦੀ। ਪ੍ਰੋਫੈਸਰ ਆਪਸ 'ਚ ਉਲਝਦੇ ਤਾਂ ਕਮਲ ਕਹਿੰਦਾ, ਕਰੋ ਚੁੱਪ ਓਏ, ਨਹੀਂ ਮੈਂ ਮਾਰਦਾ ਸੂਏ 'ਚ ਛਾਲ। ਕੇਰਾ ਮੇਲੇ 'ਚ ਕਬੱਡੀ ਦੇ ਮੈਚ ਖਿਡਾਉਂਦਿਆਂ ਦਿਨ ਛਿਪ ਗਿਆ ਤੇ ਕਮਲ ਥੱਕ ਕੇ ਬਹਿ ਗਿਆ। ਮੈਂ ਕਿਹਾ, ਹੈਗੀ ਆ ਬਾਹਰੋਂ ਆਈ ਬੋਤਲ, ਲਾ ਦੂ ਥਕੇਵਾਂ। ਕਹਿੰਦਾ, ਮਾਰਾਂ ਫਿਰ ਛਾਲ। ਮੈਂ ਕਿਹਾ, ਮਾਰ ਲਓ, ਪਰ ਮਾਰਿਓ ਬਚ ਕੇ। ਮੈਂ ਚੱਕਣਾ ਨਹੀਂ। ਓਏ ਤੂੰ ਨਹੀਂ ਚੱਕੇਂਗਾ ਤਾਂ ਹੋਰ ਕੌਣ ਚੱਕੂ? ਕਮਲ ਸਰਪੰਚ ਰਿਹਾ, ਸਾਹਿਤ ਸਭਾਵਾਂ ਦਾ ਪ੍ਰਧਾਨ ਤੇ ਸਾਧਾਂ ਦੇ ਤੇ ਵੈਲੀਆਂ ਦਾ ਸੰਗੀ ਸਾਥੀ। ਦਾਰੂ ਪੀਂਦਾ ਵੀ ਰਿਹਾ ਤੇ ਛੱਡਦਾ ਵੀ ਰਿਹਾ। ਪਾਰਟੀਆਂ ਦੇ ਲੀਡਰਾਂ ਨੂੰ ਮਿਲਦਾ ਗਿਲਦਾ ਤੇ ਉਹਨਾਂ ਦੇ ਨਾਂ ਖੁੱਲ੍ਹੀਆਂ ਚਿੱਠੀਆਂ 'ਚ ਪਾਉਂਦਾ ਰਿਹਾ। ਕਦੇ ਚਿੱਠੀ ਦਾ ਨਾਂ ਜ਼ਫਰਨਾਮਾ, ਕਦੇ ਫਤਿਹਨਾਮਾ, ਆਖਰ ਜਿੱਤਨਾਮਾ ਰੱਖਦਾ ਰਿਹਾ। ਖੈਬੜਦਾ ਰਿਹਾ, ਮੰਨਦਾ ਰਿਹਾ ਤੇ ਪਾਰਟੀਆਂ ਦੇ ਤੇ ਧੜਿਆਂ ਦਾ ਵਿਚੋਲਾ ਬਣਦਾ ਰਿਹਾ। ਸਣੇ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੇ ਕਈ ਸਾਧਾਂ ਸੰਤਾਂ ਨੂੰ ਮਿਲਦਾ ਰਿਹਾ। ਉਹ ਇੰਨਾ ਕੁਝ ਕਰਦਾ ਰਿਹਾ ਕਿ ਇੱਕੋ ਵਾਰ ਸਾਰੀਆਂ ਗੱਲਾਂ ਨਹੀਂ ਦੱਸ ਹੁੰਦੀਆਂ। ਉਹਨੇ ਡਾਕਟਰ ਜਸਵੰਤ ਗਿੱਲ ਨਾਲ ਆਪਣੇ ਇਸ਼ਕ ਦੀ ਦਾਸਤਾਂ ਪੁੰਨਿਆਂ ਦਾ ਚਾਨਣ ਲਿਖੀ, ਜਿਹਨੂੰ ਸਵੈ ਜੀਵਨੀ ਦਾ ਨਾਂ ਦਿੱਤਾ ਗਿਆ। ਉਹਦੀ ਲਾਹੌਰ ਬੁੱਕ ਸ਼ਾਪ ਦੇ ਪ੍ਰਕਾਸ਼ਕ ਜੀਵਨ ਸਿੰਘ ਨਾਲ ਵਿਗੜੀ ਹੋਈ ਸੀ। ਵਰ੍ਹਿਆਂ ਪਿੱਛੋਂ ਮਰਹੂਮ ਜੀਵਨ ਸਿੰਘ ਦੇ ਪੁੱਤਰ ਤੇਜਿੰਦਰਬੀਰ ਸਿੰਘ ਨੇ ਟੁੱਟੀ ਗੰਢਣ ਲਈ ਅਰਜ਼ੋਈ ਕੀਤੀ ਕਿ ਪੁੰਨਿਆਂ ਦਾ ਚਾਨਣ ਪ੍ਰਕਾਸ਼ਿਤ ਕਰਨ ਲਈ ਉਹਨੂੰ ਦੇ ਦਿੱਤੀ ਜਾਏ, ਜੋ ਮੈਂ ਵਿੱਚ ਪੈ ਕੇ ਦੁਆ ਦਿੱਤੀ। ਵੀਰ 20,000 ਜੇਬ 'ਚ ਪਾ ਕੇ ਮੇਰੇ ਨਾਲ ਢੁੱਡੀ ਕੇ ਗਿਆ ਸੀ, ਪਰ ਕਮਲ ਨੇ ਪੈਸੇ ਨਹੀਂ ਸਨ ਫੜੇ। ਆਖਰ ਉਹਦੀ ਰਾਇਲਟੀ 60,000 'ਚ ਮੁੱਕੀ। ਢੁੱਡੀਕੇ ਦੇ ਖੇਡ ਮੇਲੇ ਵਿੱਚ ਕਮਲ ਤੇ ਮੈਂ ਇਕੱਠੇ ਕਮੈਂਟਰੀ ਕਰਦੇ। ਉਹ ਖਿਡਾਰੀ ਦੇ ਲਾਲ ਰੰਗ ਦੇ ਕੱਛੇ 'ਚੋਂ ਇਨਕਲਾਬ ਭਾਲਦਾ, ਫਿਰ ਕਦੇ ਬੱਗਿਆਂ ਨੂੰ ਭੰਡਦਾ, ਕਦੇ ਨੀਲਿਆਂ ਨੂੰ ਤੇ ਹੁਣ ਲਾਲਾਂ ਨੂੰ ਵੀ ਨਹੀਂ ਬਖਸ਼ਦਾ। ਇੱਕ ਵਾਰ ਅਸੀਂ ਢੁੱਡੀਕੇ ਦੇ ਖੇਡ ਮੇਲੇ 'ਚ ਵਿਸਲਾਂ ਫੜ ਕੇ ਕਬੱਡੀ ਦਾ ਮੈਚ ਖਿਡਾ ਰਹੇ ਸਾਂ। ਕਮਲ ਇੱਕ ਧੱਕੜ ਧਾਵੀ ਦੀ ਫੇਟ 'ਚ ਆ ਗਿਆ, ਜਿਸ ਨਾਲ ਹੌਲੇ ਫੁੱਲ ਕਮਲ ਦੀਆਂ ਲੋਟਣੀਆਂ ਲੱਗ ਗਈਆਂ। ਉਹਦੀ ਪੱਗ ਲੈ ਗਈ, ਗਲੂਬੰਦ ਖੁੱਲ੍ਹ ਗਿਆ, ਘੜੀ ਡਿੱਗ ਪਈ, ਪਰ ਅਸ਼ਕੇ ਕਮਲ ਦੇ ਕਿ ਵਿਸਲ ਉਹਦੇ ਮੂੰਹ 'ਚ ਹੀ ਰਹੀ। ਉਹਨੇ ਵਿਸਲ ਵਜਾ ਕੇ ਪੁਆਇੰਟ ਦਿੱਤਾ ਤੇ ਪੱਗ ਲੱਕ ਦੁਆਲੇ ਲਪੇਟ ਕੇ ਅਗਲੀ ਕਬੱਡੀ ਪੁਆਉਣ ਲੱਗਾ। ਇਹੋ ਜਿਹਾ ਸਿਰੜ ਹੈ ਬਾਈ ਕਮਲ ਦਾ। ਇਹੋ ਸਿਰੜ ਉਤੋਂ ਸੈਂਚਰੀ ਮਰਵਾ ਸਕਦਾ ਹੈ। ਕਮਲ ਦੀ ਮਾਤਾ 98 ਸਾਲ ਜੀ ਸੀ। ਕੋਈ ਕਾਰਨ ਨਹੀਂ ਦਿਸਦਾ ਕਿ ਉਹ ਕੁਝ ਸਾਲ ਹੋਰ ਨਾ ਜੀਵੇ। ਉਹਦਾ ਲਗਾਤਾਰ ਲਿਖਣ ਪੜ੍ਹਨ 'ਚ ਰੁੱਝੇ ਰਹਿਣਾ ਉਹਦੇ ਤੰਦਰੁਸਤ ਰਹਿਣ ਦੀ ਨਿਸ਼ਾਨੀ ਹੈ। ਉਹ ਪੰਜਾਬੀ ਨਾਵਲਕਾਰੀ ਦਾ ਟੋਲਸਟਾਏ ਹੈ। ਉਹਨੂੰ ਲਿਖਣ ਦੀ ਪ੍ਰੇਰਨਾ ਗੁਰਬਾਣੀ, ਵਾਰਿਸ ਦੀ ਹੀਰ ਤੇ ਸੂਫੀ ਕਵਿਤਾ ਤੋਂ ਮਿਲੀ। ਉਹਦੇ ਕਹਿਣ ਮੁਜਬ ਉਹ ਪ੍ਰੋਫੈਸਰ ਪੂਰਨ ਸਿੰਘ, ਵਿਕਟਰ ਹਿਊਗੋ, ਚਾਰਲਸ ਡਿਕਨਸ, ਬਲਜ਼ਾਕ ਤੇ ਟੋਲਸਟਾਏ ਆਦਿ ਲੇਖਕਾਂ ਤੋਂ ਪ੍ਰਭਾਵਿਤ ਹੋਇਆ। ਉਹ ਭਾਵੇਂ 10ਵੀਂ 'ਚੋਂ ਅੜ ਗਿਆ ਸੀ, ਪਰ ਲਿਖਣ 'ਚ ਇੰਨਾ ਅੱਗੇ ਵਧਿਆ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਡੀ.ਲਿਟ ਦੀ ਆਨਰਰੀ ਡਿਗਰੀ ਨਾਲ ਸਨਮਾਨਿਆ। ਪੰਜਾਬ ਸਰਕਾਰ ਨੇ ਸਾਹਿਤ ਰਤਨ ਦਾ ਖਿਤਾਬ ਦਿੱਤਾ। ਪੰਜਾਬੀ ਸਾਹਿਤ ਅਕੈਡਮੀ ਤੇ ਭਾਰਤੀ ਸਾਹਿਤ ਅਕੈਡਮੀ ਨੇ ਆਪੋ ਆਪਣੇ ਐਵਾਰਡ ਦਿੱਤੇ। ਉਹਨੂੰ ਸਰਵਸ਼੍ਰੇਸ਼ਠ ਪੁਰਸਕਾਰ ਨਾਲ ਵਡਿਆਇਆ ਗਿਆ। ਸੈਮਸੰਗ ਕੰਪਨੀ ਨੇ ਸਾਹਿਤ ਅਕੈਡਮੀ ਦਿੱਲੀ ਰਾਹੀਂ ਟੈਗੋਰ ਯਾਦਗਾਰੀ ਐਵਾਰਡ ਦਿੱਤਾ। ਉਹਦੇ ਮਾਨਾਂ ਸਨਮਾਨਾਂ ਦੀ ਸੂਚੀ ਇੰਨੀ ਲੰਮੀ ਹੈ ਕਿ ਪੂਰਾ ਸਫ਼ਾ ਦਰਕਾਰ ਹੋਏਗਾ। ਉਹਨੇ ਪਿੰਡ ਦੀ ਸਰਪੰਚੀ ਤੋਂ ਲੈ ਕੇ ਕੇਂਦਰੀ ਪੰਜਾਬੀ ਲੇਖਕ ਸਭਾ ਦੀ ਜਨਰਲ ਸਕੱਤਰੀ, ਪ੍ਰਧਾਨਗੀ ਤੇ ਸਰਪ੍ਰਸਤੀ ਕੀਤੀ। ਪੰਜਾਬੀ ਕਨਵੈਨਸ਼ਨਾਂ ਦਾ ਕਨਵੀਨਰ ਰਿਹਾ। ਇੰਗਲੈਂਡ 'ਚ ਪਹਿਲੀ ਵਿਸ਼ਵ ਕਾਨਫਰੰਸ ਕਰਾਉਣ 'ਚ ਮੋਹਰੀ ਸੀ। ਪੰਜਾਬੀ ਨੂੰ ਦੇਵਨਾਗਰੀ ਲਿਪੀ ਵਿੱਚ ਲਿਖਣ ਤੇ ਪੰਜਾਬੀ ਸ਼ਬਦਾਵਲੀ ਨੂੰ ਹਿੰਦੀ ਸੰਸਕ੍ਰਿਤ ਦੀ ਪਾਝ ਚੜ੍ਹਨੋਂ ਬਚਾਇਆ। ਲੇਖਕਾਂ ਦੇ ਕੱਟ ਕੀਤੇ ਮਤੇ ਪੁਆਏ। ਭਾਸ਼ਾ ਵਿਭਾਗ ਪੰਜਾਬ ਦੇ ਬੋਰਡ ਦਾ ਸਲਾਹਕਾਰ ਤੇ ਪੰਜਾਬ ਸਕੂਲ ਸਿੱਖਿਆ ਬੋਰਡ ਦਾ ਮੈਂਬਰ ਰਿਹਾ। ਸਾਹਿਤ ਟਰੱਸਟ ਢੁੱਡੀਕੇ ਤਾਂ ਹੈ ਹੀ ਉਹਦਾ, ਉਹ ਹੋਰ ਵੀ ਬਹੁਤ ਕੁਝ ਹੈ, ਜਿਹਦੇ ਪੂਰੇ ਵੇਰਵਿਆਂ ਲਈ ਪੂਰੀ ਪੁਸਤਕ ਦਰਕਾਰ ਹੋਏਗੀ। ਅਨੂਪ ਵਿਰਕ ਉਹਦੇ ਬਾਰੇ ਲਿਖਦਾ ਹੈ, ਉਹ ਚੰਨ ਚਾਨਣੀ ਰਾਤ ਜਿਹਾ, ਔੜਾਂ ਵਿੱਚ ਹੋਈ ਬਰਸਾਤ ਜਿਹਾ, ਉਹ ਸੁਪਨਾ ਸਾਹਿਤ ਸਮੁੰਦਰ ਦਾ, ਉਹ ਆਕਾਸ਼ ਦੀ ਖੁੱਲ੍ਹੀ ਕਿਤਾਬ ਜਿਹਾ, ਉਹ ਇਸ਼ਟ ਜਿਹਾ, ਉਹ ਇਸ਼ਕ ਜਿਹਾ ਮੇਰੇ ਸੀਨੇ ਅੰਦਰ ਲਿਸ਼ਕ ਰਿਹਾ। ਪੰਜਾਬੀ ਸਾਹਿਤ ਦਾ ਇਹ ਚਮਕਦਾ ਚੰਦ ਜੁਗੋ ਜੁਗ ਚਮਕੇ, ਹੋਰ ਚਾਨਣ ਵੰਡੇ, ਜਿਸ ਨਾਲ ਰਾਤ ਬਾਕੀ ਇਹਦੀਆਂ ਰਾਤਾਂ ਰੁਸ਼ਨਾਈਆਂ ਜਾਣ। ਇਹਦੀ ਪੂਰਨਮਾਸ਼ੀ ਬਾਰ-ਬਾਰ ਆਵੇ। ਪੰਜਾਬ 'ਚ ਲਹੂ ਦੀ ਲੋਅ ਦੀ ਥਾਂ
ਚਾਨਣ ਦੀ ਲੋ ਹੋਵੇ। ਮਿੱਤਰ ਪਿਆਰੇ ਨੂੰ ਪਿਆਰੇ ਤੇ ਹਾਣੀ ਨੂੰ ਹਾਣੀ ਮਿਲਣ, ਮਨੁੱਖਤਾ ਦਾ ਭਲਾ ਹੋਵੇ। ਕਮਲ ਪੰਜਾਬ ਦੀ ਸਾਹਿਤਕ ਭੋਇੰ ਤੇ ਝੂਮਦਾ ਸਰੂ ਦਾ ਰੁੱਖ ਹੈ। ਸ਼ਾਲਾ ਇਹ ਵਗਦੀਆਂ ਵਾਵਾਂ ਨਾਲ ਜਿੰਨਾ ਮਰਜ਼ੀ ਝੂਮੇ, ਜਿੰਨੇ ਮਰਜ਼ੀ ਹੁਲਾਰੇ ਲਵੇ, ਪਰ ਬੋਹੜ ਵਾਂਗ ਆਪਣੀਆਂ ਜੜ੍ਹਾਂ ਧਰਤੀ 'ਚ ਗੱਡੀ ਰੱਖੇ ਤੇ ਜੁਗ ਜੁਗ ਜੀਵੇ। ਧੰਨਵਾਦ।